ਅੱਜ इस शो ਦੇ ਵਿੱਚ ਮੇਰੇ ਨਾਲ ਜੁੜਨਗੇ ਸਵਰਨ ਸਿੰਘ ਸੰਧੂ ਜੋ ਕਿ ਰੈਫਲ ਐਜੂਸਿਟੀ ਤੋਂ ਹੈਗੇ ਨੇ ਵੀਜ਼ਾ ਐਕਸਪਰਟ ਨੇ। ਇਹਨਾਂ ਦੀ ਜਿਹੜੀ ਉਮਰ ਹੈ ਮੈਂ ਕਹਿ ਸਕਦਾ ਕਿ ਇਹਨਾਂ ਦੀ ਜਿਹੜੀ 20 ਸਾਲ ਦਾ ਉਮਰ ਤਜਰਬਾ ਹੈ ਇਮੀਗ੍ਰੇਸ਼ਨ ਦੇ ਲਾਈਨ ਦੇ ਵਿੱਚ ਉਹਨਾਂ ਨੇ ਦਿੱਤਾ ਇਮੀਗ੍ਰੇਸ਼ਨ ਨੂੰ। ਕੈਨੇਡਾ ਤੋਂ ਰਿਟਰਨ ਆਏ ਨੇ, ਕੈਨੇਡਾ ਦੇ ਵਿੱਚ ਐਕਸਪਰਟ ਨੇ, ਲੇਕਿਨ ਹੁਣ ਯੂਕੇ ਦੇ ਵਿੱਚ ਵੀ ਬੱਚਿਆਂ ਨੂੰ ਜਿਹੜਾ ਭੇਜਣਾ ਚਾਹੁੰਦੇ ਨੇ, ਉੱਥੇ ਵੀ ਭੇਜਦੇ ਸੀਗੇ ਪਹਿਲੇ, ਲੇਕਿਨ ਕਹਿੰਦੇ ਨਾ ਕਿ ਜਿਹੜੀ ਜਿਸ ਪਾਸੇ ਦਾ ਬਹਾਵ ਚੱਲ ਰਿਹਾ ਹੋਵੇ ਉਸ ਪਾਸੇ ਨੂੰ ਜਾਣਾ ਚਾਹੀਦਾ। ਔਰ ਇਹਦੇ ਚੱਕਰ 'ਚ ਤੁਹਾਨੂੰ ਅਵੇਅਰ ਕਰਨ ਲਈ ਅੱਜ ਸਵਰਨ ਸਿੰਘ ਸੰਧੂ ਸਾਡੇ ਨਾਲ ਬੈਠਣਗੇ। ਸਰ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਲੱਗਦਾ ਕਿ ਸਰ ਮੈਂ ਵਿੱਚ ਬੋਲਿਆ ਕਿ 20 ਸਾਲ ਦਾ ਜਿਹੜਾ ਤਜਰਬਾ ਤੁਹਾਡਾ ਮਤਲਬ ਕੈਨੇਡਾ ਦਾ ਹੈਗਾ ਹੈ, ਲੇਕਿਨ ਮੈਨੂੰ ਲੱਗ ਰਿਹਾ ਕਿ ਤੁਸੀਂ ਇੱਕ ਵਾਰ ਦੱਸੋ ਕਿ 20 ਸਾਲਾਂ ਦੇ ਵਿੱਚ ਵਾਕਿਆ ਹੀ ਤੁਸੀਂ ਕੈਨੇਡਾ ਹੀ ਬੱਚੇ ਭੇਜੇ ਨੇ ਜਾਂ ਫਿਰ ਕਿਸੇ ਹੋਰ ਕੰਟਰੀ 'ਚ ਵੀ ਯੂਕੇ ਵਗੈਰਾ 'ਚ ਵੀ ਭੇਜੇ ਨੇ? ਹਾਂਜੀ, ਜਦੋਂ ਕੈਨੇਡਾ ਤੇ ਬਹੁਤ ਦੇਰ ਬਾਅਦ ਐਸਪੀਪੀ ਪ੍ਰੋਗਰਾਮ ਜਦੋਂ ਪਹਿਲਾਂ ਚੱਲਿਆ ਸੀਗਾ ਜੀ, ਐਸਪੀਪੀ ਪ੍ਰੋਗਰਾਮ ਤੋਂ ਸ਼ੁਰੂ ਹੋਇਆ ਸੀਗਾ, ਫਿਰ ਐਸਡੀਐਸ ਆਇਆ ਪ੍ਰੋਗਰਾਮ ਜੀ। ਸੋ ਉਸ ਤੋਂ ਵੀ ਪਹਿਲਾਂ ਜਿੱਦਾਂ 2007 ਦੇ ਵਿੱਚ ਅਸੀਂ ਜਦੋਂ ਕੰਪਨੀ ਆ ਕੇ ਕੈਨੇਡਾ ਤੋਂ ਮੈਂ ਆਇਆ, ਰਿਟਰਨ ਆਏ ਤੁਸੀਂ? ਹਾਂਜੀ, ਵਾਪਸ ਆ ਕੇ ਜਦੋਂ ਮੈਂ ਸ਼ੁਰੂ ਕੀਤਾ ਸੋ ਕੈਨੇਡਾ 'ਚ ਹੀ ਕਰਤਾ ਸੀਗਾ ਸ਼ੁਰੂ, ਬਟ ਕੈਨੇਡਾ ਤੋਂ ਫਿਰ ਅਸੀਂ ਇੱਧਰ ਆ ਕੇ ਵਰਕਰਸ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ 2002, 3, 4, 5 ਤੱਕ। ਨੈਨੀ ਗਏ, ਟਰੱਕ ਡਰਾਈਵਰ ਗਏ, ਬਹੁਤ ਲੋਕ ਗਏ ਉਸ ਟਾਈਮ ਤੇ। ਉਦੋਂ ਮੈਨੂੰ ਲੱਗਦਾ कि ये नैनी वाले प्रोग्राम काफी ਜਿਹੜੇ ਪਪੂਲਰ ਸੀਗੇ ਔਰ ਕੈਨੇਡਾ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਉਸ ਟਾਈਮ ਬੰਦਿਆਂ ਦੀ ਸੀ। ਹਾਂਜੀ, ਉਦੋਂ ਬਹੁਤ ਜ਼ਿਆਦਾ ਵਰਕ ਪਰਮਿਟ ਕੈਨੇਡਾ ਨੇ ਲੀਮੀਆ ਜਿਹਨੂੰ ਆਪਾਂ ਅੱਜ ਕਹਿੰਦੇ ਆ ਦਿੱਤੇ। ਉਦੋਂ LMO ਹੁੰਦੀ ਸੀਗੀ, ਹੁਣ LMIA ਇਹਨਾਂ ਨੇ ਚੇਂਜ ਕਰਤਾ। ਉਸ ਟਾਈਮ ਤੇ 2002, 3, 4 ਚ LMO ਹੁੰਦੇ ਸੀ। ਬਿਲਕੁਲ। ਸੋ ਉਸ ਟਾਈਮ ਤੇ ਫਿਰ ਆ ਕੇ ਲੈ ਕੇ ਜਾਂਦੇ ਸੀ ਕੈਨੇਡਾ ਤੋਂ। ਫਿਰ ਵਾਪਸ ਆਇਆ ਜਦੋਂ ਮੈਂ 2007 ਦੇ ਵਿੱਚ, ਤਾਂ ਆ ਕੇ ਫਿਰ ਸਟੱਡੀ ਵੀਜ਼ਾ ਉਸ ਟਾਈਮ ਤੇ ਆਸਟ੍ਰੇਲੀਆ, ਉਸ ਤੋਂ ਬਾਅਦ ਆਸਟ੍ਰੇਲੀਆ ਬਹੁਤ ਜ਼ਿਆਦਾ ਚੱਲਿਆ। ਫਿਰ ਇੱਕ ਟਾਈਮ ਆਇਆ ਸੀ UK, ਬਹੁਤ ਜ਼ਿਆਦਾ ਚੱਲਿਆ। ਫਿਰ ਅਨਫੋਰਚੂਨੇਟਲੀ ਯੂਕੇ ਦੇ ਵਿੱਚ ਬਹੁਤ ਸਾਰਾ ਜਿੱਦਾਂ ਪ੍ਰਾਈਵੇਟ ਬੰਗਲਾਦੇਸ਼, ਪਾਕਿਸਤਾਨ, ਇੰਡੀਆ, ਕੁਝ ਲੋਕਾਂ ਨੇ ਰਲ ਕੇ ਉੱਥੇ ਪ੍ਰਾਈਵੇਟ ਕਾਲਜ ਖੋਲੇ। ਕਾਲਜ ਖੋਲ ਕੇ ਫਿਰ ਬੈਂਕ ਕਰਪਸੀ ਦਿਖਾਈ, ਜਿਵੇਂ ਹੁਣ 1-2 ਕੈਨੇਡਾ ਵਾਲੇ 'ਚ ਵੀ, ਮੌਂਟਰੀਅਲ ਦੇ ਵਿੱਚ ਵੀ ਹੋਇਆ। ਇਸ ਤਰੀਕੇ ਨਾਲ ਫਿਰ ਇੱਕ ਯੂਕੇ ਨੂੰ ਥੋੜਾ ਜਿਹਾ ਬਦਨਾਮ ਕੀਤਾ ਉਸ ਟਾਈਮ ਤੇ। ਕੁਝ ਸਾਡੇ ਜਿਹੜੇ ਏਜੰਟ ਸੀਗੇ ਉਹ ਪਹਿਲਾਂ ਵੀ ਗਲਤ ਕਰ ਰਹੇ ਸੀ, ਅੱਜ ਵੀ ਗਲਤ ਕਰ ਰਹੇ ਆ। ਪ੍ਰੋਬਲਮ ਸਾਡੀ ਨਾ ਭਾਜੀ ਕੀ ਆ ਰਹੀ? ਅੱਛਾ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸੰਧੂ ਸਾਹਿਬ, ਕਿਉਂਕਿ ਦੇਖੋ ਤੁਸੀਂ ਹੁਣ ਕਿਹਾ ਕਿ ਪਹਿਲੇ ਵੀ ਏਜੰਟ ਗਲਤ ਕਰਦੇ ਸੀਗੇ ਔਰ ਹੁਣ ਵੀ ਕਰ ਰਹੇ ਨੇ, ਲੇਕਿਨ ਸਾਰੇ ਏਜੰਟ ਗਲਤ ਨਹੀਂ ਹੁੰਦੇ। ਸਾਰੇ ਨਹੀਂ ਗਲਤ ਹੁੰਦੇ ਜੀ, ਬਿਲਕੁਲ ਵੀ। ਦੇਖੋ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਮੈਨੂੰ ਲੱਗਦਾ ਕਿ ਕਿਤੇ ਜਿਵੇਂ ਸੰਧੂ ਸਾਹਿਬ ਤੁਸੀਂ ਕਿਹਾ ਕਿ ਥੋੜੇ ਦੇ ਪੈਸੇ ਪਿੱਛੇ ਕਿਸੇ ਦੇ ਬੱਚੇ ਦਾ ਭਵਿੱਖ ਖਰਾਬ ਕਰ ਦੇਣਾ, ਜਾਂ ਥੋੜੇ ਦੇ ਲਾਲਚ ਪਿੱਛੇ ਤੁਸੀਂ ਇਹ ਦੇਖੋ ਕਿ ਅਗਰ ਇੱਕ ਬੱਚਾ ਕਿਤੇ ਬਾਹਰ ਭੇਜੋਗੇ, ਤੁਹਾਨੂੰ ਕੰਪਨੀ ਚਲਾਉਣ ਵਾਸਤੇ ਫੰਡਸ ਦੀ ਜ਼ਰੂਰਤ, ਅਸੀਂ ਮੰਨਦੇ ਹਾਂ ਕਿ ਕੰਪਨੀ ਚਲਾਉਣੀ ਹੈ, ਸਾਰੀ ਚੀਜ਼ਾਂ ਜਿਹੜੀਆਂ ਬੈਲੈਂਸ ਕਰਨੀਆਂ ਪੈਂਦੀਆਂ, ਲੇਕਿਨ ਤੁਸੀਂ ਆਪਣੇ ਨਿੱਜੀ ਫਾਇਦੇ ਵਾਸਤੇ ਆਪਣੇ ਮਤਲਬ ਫਾਇਦੇ ਵਾਸਤੇ ਕਿਸੇ ਦਾ ਬੱਚੇ ਦੇ ਫਿਊਚਰ ਨਾਲ ਕਿਵੇਂ ਖੇਲ ਸਕਦੇ ਬੰਦਾ? ਨਹੀਂ ਜੀ, ਇਹ ਜਿਹੜਾ ਬੱਚਾ ਇਹਨਾਂ ਕੋਲ ਆਉਂਦਾ ਇਹ ਉਹਦੇ ਫਿਊਚਰ ਨਾਲ ਤਾਂ ਖੇਲਦੇ ਆ, ਬਟ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਦਰਵਾਜ਼ੇ ਬੰਦ ਕਰਵਾਉਂਦੇ ਆ। ਜਿਵੇਂ ਹੁਣ ਸਾਰੇ ਰਲ ਕੇ ਕੈਨੇਡਾ ਲਈ ਸ਼ੁਰੂ ਹੋਏ ਨੇ। ਪਹਿਲਾਂ ਇੱਕ ਟਾਈਮ ਆਇਆ ਸੀਗਾ ਜਦੋਂ ਇੱਕ ਬਹੁਤ ਵੱਡਾ ਰੈਕਟ ਫੜਿਆ ਗਿਆ ਸੀਗਾ, ਬਿਲਕੁਲ ਇੰਗਲੈਂਡ ਦਾ ਹੀ। ਉਸ ਟਾਈਮ ਤੇ ਸਪਾਊਸ ਵੀਜ਼ਾ ਜਦੋਂ ਓਪਨ ਹੋਇਆ, ਇਹਨਾਂ ਨੇ ਕੀ ਕੀਤਾ, ਜਲੰਧਰ ਦਾ ਇੱਕ ਬਹੁਤ ਵੱਡਾ ਰੈਕਟ ਫੜਿਆ ਗਿਆ ਸੀਗਾ ਕਿ ਉਸ ਟਾਈਮ ਮੈਨੂੰ ਲੱਗਦਾ ਕਾਫੀ ਕੰਸਲਰ ਉਦੋਂ ਬੈਨ ਵੀ ਹੋਏ ਸੀਗੇ। ਉਦੋਂ ਦੀ ਗੱਲ ਹੈ 100 ਦੇ ਕਰੀਬ ਵਿਆਹ ਹੋਏ ਸੀਗੇ। ਉਹ 100 ਦੇ ਕਰੀਬ ਵਿਆਹ ਦੇ ਵਿੱਚ ਮੁੰਡਾ ਕੁੜੀ ਸੇਮ ਸੀ, ਪਿੱਛੇ ਜਿਹੜੀ ਭੀੜ ਸੀਗੀ ਉਹ ਸਾਰਿਆਂ ਦੀ ਸੇਮ ਦਿਖਾਈ ਹੋਈ ਸੀਗੀ ਜੀ ਜੀ। ਸੋ ਮਤਲਬ ਐਡੀ ਵੀ ਇਹ ਕੀ ਕਰਦੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਬੰਦ ਕੀਤਾ। ਹੁਣ ਕੈਨੇਡਾ ਦੇ ਵਿੱਚ ਵੀ ਜਾਲੀ ਡਾਕੂਮੈਂਟ ਲਾ ਕੇ ਹੁਣ ਯੂਕੇ ਦੇ ਵਿੱਚ ਵੀ ਇਹੀ ਕੁਝ ਕਰ ਰਹੇ ਨੇ। ਪ੍ਰੋਬਲਮ ਕੁਝ ਨਹੀਂ ਆ ਜੀ, ਪ੍ਰੋਬਲਮ ਥੋੜੀ ਜੀ ਆਪਾਂ ਜਿਵੇਂ ਕਹੀਏ ਵੀ ਤਾੜੀ ਦੋ ਹੱਥ ਨਾਲ ਨਹੀਂ ਵੱਜਦੀ ਜੀ। ਬਿਲਕੁਲ। ਸਿਰਫ ਇੱਕ ਹੁੰਦਾ ਬੰਦਾ ਜਿਹਨੇ ਆਪਣਾ ਸਮਾਨ ਵੇਚਣਾ, ਉਹਨੇ ਆਪਣੇ ਸਮਾਨ ਨੂੰ ਵਧੀਆ ਕਹਿ ਕੇ ਜਾਂ ਤੁਹਾਨੂੰ ਭਰਮਾ ਕੇ ਉਲਝਾ ਕੇ ਵਧੀਆ ਮਸ਼ਹੂਰੀ ਕਰਕੇ ਟੀਵੀ ਤੇ ਰੇਡੀਓ ਤੇ ਉਹਨੇ ਤੁਹਾਨੂੰ ਉਲਝਾ ਕੇ ਤੁਹਾਨੂੰ ਆਪਣੀ ਚੀਜ਼ ਵੇਚ ਦੇਣੀ ਆ। ਬਾਅਦ ਵਿੱਚੋਂ ਪਤਾ ਲੱਗਦਾ ਚੀਜ਼ ਖਰਾਬ ਸੀ, ਬਟ ਚਲੋ ਚੀਜ਼ ਦਾ ਸਰ ਜਾਂਦਾ, ਕੋਈ ਸਿਸਟਮ ਆ, ਕੋਈ ਕੰਪਿਊਟਰ ਆ, ਕੋਈ ਕਾਰ ਆ, ਫਿਰ ਆ ਜੂਗੀ। ਬਟ ਤੁਹਾਡੇ ਬੱਚੇ ਦੀ ਜਿਹੜੀ ਜ਼ਿੰਦਗੀ ਆ, ਤੁਸੀਂ ਆਪਣੇ ਜਿਹੜੇ ਬੱਚਿਆਂ ਦੀ ਜ਼ਿੰਦਗੀ ਆ ਉਹਨੂੰ ਵੀ ਤੁਸੀਂ ਚੀਜ਼ਾਂ ਦੇ ਨਾਲ ਕੰਪੇਅਰ ਕਰਦੇ ਹੋ ਵੀ ਜਿਹੜੀ ਵੱਧ ਵਾਸ਼ਿੰਗ ਮਸ਼ੀਨ ਦੀ ਵੱਧ ਐਡ ਆਉਂਦੀ ਆ, ਜਿਹੜੇ ਟੈਲੀਵਿਜ਼ਨ LCD ਦੀ ਵੱਧ ਐਡ ਆਉਂਦੀ ਆ, ਉਹ ਅਸੀਂ ਚੀਜ਼ ਲੈ ਲੈਂਦੇ ਆ, ਖਰੀਦ ਲੈਂਦੇ ਆ। ਪਰ ਜਿਹੜਾ ਏਜੰਟ ਇਹ ਵੱਧ ਐਡ ਕਰਦਾ ਵੀ ਮੈਂ ਆਹ ਕਰਤਾ, ਮੈਂ ਉਹ ਕਰਤਾ, ਅਸੀਂ ਉਹਦੇ ਕੋਲ ਆਪਣਾ ਬੱਚਾ ਭੇਜਦੇ ਆ, ਬਟ ਕੋਈ ਚੀਜ਼ ਖਰੀਦਣੀ ਤੇ ਆਪਣੇ ਬੱਚੇ ਦਾ ਫਿਊਚਰ ਕਿਸੇ ਦੇ ਹੱਥ 'ਚ ਦੇਣਾ। ਇਹਦੇ ਨਾਲ ਮੈਨੂੰ ਲੱਗਦਾ ਕਿ ਕੱਲੀ ਐਡ ਨਹੀਂ ਤੁਹਾਨੂੰ ਦੇਖਣੀ ਚਾਹੀਦੀ, ਉਹਦਾ ਪਿਛਲਾ ਰਿਕਾਰਡ ਵੀ ਦੇਖਣਾ ਚਾਹੀਦਾ ਆ। ਉਹ ਕੰਪਨੀ ਦਾ ਕਿੱਦਣ ਉਹ ਖੁੱਲਿਆ, ਉਹਦੇ ਕੋਲ ਆਪਦੇ ਕੋਲ ਕੀ ਨੌਲੇਜ ਆ। ਅਸੀਂ ਆਸਟ੍ਰੇਲੀਆ ਵੀ 5 ਕੰਟਰੀ ਕੀਤੀਆਂ ਨੇ ਜੀ, 5 ਤੋਂ ਇਲਾਵਾ 6ਵੀਂ ਕਦੇ ਕੋਈ ਕੰਟਰੀ ਨਹੀਂ ਕੀਤੀ। USA, ਕੈਨੇਡਾ ਅਸੀਂ ਡੀਲ ਕਰਦੇ ਰਹੇ ਹਮੇਸ਼ਾ, ਇੰਗਲੈਂਡ ਅਸੀਂ ਡੀਲ ਕਰਦੇ ਰਹੇ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਡੀਲ ਕਰਦੇ ਰਹੇ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਔਰ ਤੁਹਾਡਾ ਪੋਲੈਂਡ, ਹਾਲੈਂਡ। ਔਰ ਇਹ ਮੈਂ ਕਦੇ ਇਹਨਾਂ ਕਦੇ ਕੰਟਰੀਜ਼ ਦੇ ਵਿੱਚ ਬੱਚਿਆਂ ਨੂੰ ਨਹੀਂ ਭੇਜਿਆ, ਕਿਉਂਕਿ ਇਹ 5 ਕੰਟਰੀਜ਼ ਹੀ ਨੇ ਜਿਨ੍ਹਾਂ ਦੇ ਵਿੱਚ ਬੱਚਾ ਆਪਣਾ ਭਵਿੱਖ ਬਣਾ ਸਕਦਾ। ਔਰ ਪੰਜਾਬ ਦੇ ਵਿੱਚ ਪ੍ਰਾਇਓਰਿਟੀ
ਜਿੱਦਾਂ ਸਾਡੀ ਕੈਨੇਡਾ ਨੂੰ ਹੀ ਰਹਿੰਦੀ ਆ, ਬਾਕੀ 2 ਨੰਬਰ ਤੇ ਆਸਟ੍ਰੇਲੀਆ, ਇੰਗਲੈਂਡ ਐਂਡ ਤੀਸਰੇ ਨੰਬਰ ਤੇ ਜਿਹੜਾ ਸਾਡਾ ਜਾਂਦਾ ਨਿਊਜ਼ੀਲੈਂਡ ਜਾਂਦਾ ਜੀ। USA ਸਾਡੀ ਮਾਰਕੀਟ ਹੈ ਨਹੀਂ ਪੰਜਾਬ ਦੇ ਵਿੱਚ, ਅਸੀਂ USA ਸਾਡੀ ਕੰਪਨੀ ਕਰਦੀ ਆ। ਮੇਰੇ ਕੋਲ ਮੈਕਸਿਮਮ ਜਿਹੜੇ ਮੈਂ USA ਬੱਚੇ ਭੇਜਦਾ ਉਹ ਮੇਰੇ ਕੋਲ ਦਿੱਲੀ ਜਾਂ ਮੁੰਬਈ ਤੋਂ ਆਉਂਦੇ ਆ, ਕਿਉਂਕਿ ਉੱਥੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਅਸੀਂ, ਕਿਉਂਕਿ USA ਦੇ ਐਕਸ ਚੀਫ ਵੀਜ਼ਾ ਆਫਿਸਰ ਮਤਲਬ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਚੀਫ ਵੀਜ਼ਾ ਆਫਿਸਰ ਸੀਗੇ ਜਿਹੜੇ ਰਿਟਾਇਰ ਹੋਏ ਉਹ ਮੇਰੀ ਕੰਪਨੀ ਦੇ ਨਾਲ ਕੰਮ ਕਰਦੇ ਆ USA ਦੇ। ਐਵੇਂ ਹੀ ਮਾਰਾ ਮੈਂਬਰ ਆਸਟ੍ਰੇਲੀਆ ਦੇ ਐਡਵਾਈਜ਼ਰ ਨੇ ਜਿਹੜੇ ਸਾਡੇ, ਨਿਊਜ਼ੀਲੈਂਡ ਦੇ, UK ਦੇ ਬੈਰਿਸਟਰ ਸਾਡੀ ਬੇਸਿਕਲੀ ਰੈਫਲਸ ਐਡੂਸੀਟੀ ਨੂੰ ਇੱਕ ਲਾਅ ਫਰਮ ਬਣਾਇਆ ਹੋਇਆ ਜਿਹਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਦੇ ਬੈਰਿਸਟਰ ਐਂਡ ਲਾਇਰ ਐਂਡ ਐਡਵਾਈਜ਼ਰ ਅਸੀਂ ਹਾਇਰ ਕੀਤੇ ਆ। ਐਕਸ ਵੀਜ਼ਾ ਆਫਿਸਰ ਸਾਡੇ ਕੋਲ ਹਾਇਰ ਨੇ। ਕੈਨੇਡਾ 'ਚ ਵੀ ਆਪਣਾ ਆਫਿਸ ਆ, ਕੈਨੇਡਾ 'ਚ 3 ਆਫਿਸ, ਹੁਣ ਤੀਸਰਾ ਵੀ ਖੁੱਲ ਜਾਣਾ। ਐਡਮਿੰਟਨ ਪਹਿਲਾਂ ਹੀ ਸੀਗਾ, ਮੇਰੇ ਬ੍ਰਦਰ ICCRC ਮੈਂਬਰ ਨੇ, ਇਮੀਗ੍ਰੇਸ਼ਨ ਲਾਇਰ ਨੇ। ਬਰੈਂਪਟਨ ਦੇ ਵਿੱਚ ਮੇਰਾ ਬੇਟਾ ਆ, ਉਹਨਾਂ ਨੇ ਲਾਅ ਫਰਮ ਕਰੀ ਹੋਈ ਆ। ਹੁਣ ਅਸੀਂ ਵੈਨਕੂਵਰ ਦੇ ਵਿੱਚ ਵੀ ਦਸੰਬਰ ਦੇ ਵਿੱਚ ਮੈਂ ਜਾ ਕੇ ਉਧਰ ਵੀ ਅਸੀਂ ਮੁਹੂਰਤ ਕਰ ਰਹੇ ਹਾਂ, ਦਸੰਬਰ ਵੀ ਖੋਲ ਰਹੇ ਹਾਂ ਵੈਨਕੂਵਰ ਦੇ ਵਿੱਚ ਵੀ। ਸੋ ਹੁਣ ਜਿਹੜਾ ਇਹ UK ਪਹਿਲਾਂ ਵੀ ਬਹੁਤ ਕਰਦੇ ਸੀ ਜੀ, ਯੂਨੀਵਰਸਿਟੀਜ਼ ਨੂੰ ਹੀ ਡੀਲ ਕਰਦੇ ਆ, ਪ੍ਰਾਈਵੇਟ ਜਾਂ ਘਟੀਆ ਕਾਲਜਸ ਨਾਲ ਅਸੀਂ ਡੀਲ ਨਹੀਂ ਕਰਦੇ, ਨਾ ਕੈਨੇਡਾ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਡੀਲ ਕਰਦੇ। ਸੋ ਸੰਧੂ ਸਾਹਿਬ ਇੱਕ ਮੈਂ ਰੋਕਣਾ ਚਾਹਾਂਗਾ, ਬਹੁਤ ਦੇਰ ਦੀ ਕਾਲ ਦੇ ਲੋਕੀ ਸ਼ੋਅ ਸ਼ੁਰੂ ਹੁੰਦਾ ਤਾਂ ਲੋਕੀ ਕਾਲ ਕਰਨ ਲੱਗ ਜਾਂਦੇ ਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਲੇ ਮੇਰੇ ਖਿਆਲ 3-4 ਮਿੰਟ ਦਾ ਹੀ ਟਾਈਮ ਹੋਇਆ ਤੇ ਆਪਾਂ ਕਾਲ ਲੈਣੀ ਸਟਾਰਟ ਕਰਦੇ ਹਾਂ, ਦੇਖਦੇ ਹਾਂ ਕਿੰਨੀ ਕਾਲ ਅਸੀਂ ਪਿਕ ਕਰ ਸਕਦੇ ਹਾਂ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਸਰ ਨਾਲ ਬਹੁਤ ਸ਼ੋਅ ਦੇਖਦਾ ਜੀ ਸਰ ਦੇ ਨਾ ਜੀ, ਬੜੀ ਉਹ ਸੀ ਵੀ ਹਾਂ ਸਰ ਨਾਲ ਗੱਲ ਕਰਨੀ ਹੈ। ਜੀ ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ ਜੀ ਪੁੱਛੋ। ਕੈਨੇਡਾ ਦੀ ਰਿਫਿਊਜ਼ਲ ਹੈ ਸਰ, ਉਹਦੀ ਰਿਗਾਰਡਿੰਗ ਮੈਂ ਪੁੱਛਣਾ ਸੀ। ਹਾਂਜੀ ਪੁੱਛੋ ਕਿ ਕਿਹੜੀ ਰਿਫਿਊਜ਼ਲ ਹੈ, ਕੀ ਰੀਜ਼ਨ ਹੈ? ਸਰ ਸਟੱਡੀ ਵੀਜ਼ਾ ਦੇ ਲਈ ਅਪਲਾਈ ਕੀਤਾ ਸੀ, ਰਿਫਿਊਜ਼ਲ ਆ ਗਈ ਸੀ। ਉਹ UK ਲਈ ਮੈਂ ਸੋਚ ਰਿਹਾ ਸੀ ਕਿ ਹੁਣ ਮੈਂ ਤੁਹਾਡਾ ਸ਼ੋਅ ਦੇਖਿਆ ਸੀ ਕਲਾਸ ਨਾ, ਜੀ ਜੀ, ਤਾਂ UK ਲਈ ਸਰ ਹੋ ਸਕਦਾ ਮੇਰਾ? UK ਦੇ ਲਈ ਤੁਹਾਡਾ ਹੋ ਸਕਦਾ ਹੈ ਤੇ ਕੈਨੇਡਾ ਦਾ ਰਿਫਿਊਜ਼ਲ ਹੈ। ਮੈਨੂੰ ਦੱਸੋਗੇ ਜਰਾ ਤੁਸੀਂ ਮਤਲਬ +2 ਜਾਂ ਫਿਰ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਐਜੂਕੇਸ਼ਨ ਉਹ ਕਿਹੜੇ ਈਅਰ ਦੀ ਪਾਸ ਆਊਟ ਹੈ? 2019 ਦੀ ਗ੍ਰੈਜੂਏਸ਼ਨ ਹੈ ਸਰ। 2019 ਦੀ ਗ੍ਰੈਜੂਏਸ਼ਨ ਹੈ ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ। ਹੁਣ ਆਈਲੈਟਸ ਜਦੋਂ ਕੀਤੀ ਸੀ ਕਿੰਨੇ ਬੈਂਡ ਸੀਗੇ ਲਾਸਟ? 5.5 ਬੈਂਡ ਸੀ ਸਰ। 5.5 ਨਾਲ ਬੈਂਡ ਨਾਲ ਤਾਂ ਰਿਫਿਊਜ਼ ਹੋਣਾ ਹੀ ਸੀ ਕੈਨੇਡਾ ਤੋਂ ਸੰਧੂ ਸਾਹਿਬ, ਠੀਕ ਹੈ। ਤੇ ਤੁਸੀਂ ਜਿਹੜਾ UK ਵਾਸਤੇ ਉਹਨੂੰ ਪੁੱਛ ਰਹੇ ਹੋ, ਸੰਧੂ ਸਾਹਿਬ ਤੁਹਾਡੇ ਜਿਹੜੇ ਕੁਐਸਚਨ ਦਾ ਆਨਸਰ ਦੇਣਗੇ ਸੰਧੂ ਸਾਹਿਬ, 5.5 ਬੈਂਡ ਨਾਲ ਬੱਚਾ ਜਾ ਸਕਦਾ ਹੈ ਕਿ ਨਹੀਂ? ਕਿਉਂਕਿ ਮੈਂ ਇਹ ਵੀ ਨਾਲ ਪੁੱਛਣਾ ਚਾਹਾਂਗਾ ਕਿ ਇਹ ਤਾਂ ਬੱਚੇ ਤਾਂ 5.5 ਬੈਂਡ ਹੈਗੇ ਨੇ ਜਿਹੜਾ ਜਾ ਸਕਦਾ ਹੈ। ਬਹੁਤ ਸਾਰੀਆਂ ਇਹੋ ਜਿਹੇ ਆਪਾਂ ਦੇਖਦੇ ਹਾਂ ਕਿ UK ਦੇ ਵਿੱਚ ਵਿਦਆਊਟ ਆਈਲੈਟਸ ਦੀ ਵੀ ਕੋਈ ਘਾਟ ਹੈ ਨਹੀਂ, ਤੇ 5.5 ਬੈਂਡ ਵਾਲੇ ਬੱਚੇ ਨੂੰ ਉੱਥੇ ਕਿਹੜੀ ਮਤਲਬ ਸਟਰੀਮ ਦੇ ਵੀ ਤੁਸੀਂ ਭੇਜੋਗੇ, ਕੀ ਕਰ ਸਕਦਾ ਉੱਥੇ ਬੱਚਾ ਜਾ ਕੇ? ਇੱਦਾਂ ਹੈ ਰਿੱਕੀ ਜੀ, ਜੀ ਪੰਜਾਬ ਦੇ ਵਿੱਚ 3 ਤਰ੍ਹਾਂ ਦੀਆਂ ਕੈਟੇਗਰੀਜ਼ ਨੇ। ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ, ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਆ, ਬੱਚੇ ਨਹੀਂ ਮੈਂ ਕਹਿੰਦਾ, ਜਿਹੜੇ ਲੋਕ ਜਾਣਾ ਚਾਹੁੰਦੇ ਆ, ਸਾਰੇ ਉਹਨਾਂ 'ਚ ਬੱਚੇ ਵੀ ਆ, ਸਾਰੀ ਆ। 3 ਕੈਟੇਗਰੀਜ਼ ਨੇ ਪੰਜਾਬ ਦੇ ਵਿੱਚ। ਅਗਰ ਅਸੀਂ ਪੰਜਾਬ ਤੋਂ ਬਾਹਰ ਨਿਕਲ ਜਾਂਦੇ ਆ, ਬਿਲਕੁਲ ਠੀਕ ਹੈ ਜੀ, ਇੱਕੋ ਹੀ ਕੈਟੇਗਰੀ ਆ, ਠੀਕ ਹੈ। ਉਹ ਕਿਹੜੀ ਕੈਟੇਗਰੀ? ਉਹ ਕੈਟੇਗਰੀ ਆ ਪੜ੍ਹਿਆਂ ਲਿਖਿਆਂ ਦੀ, ਜਿਨ੍ਹਾਂ ਨੂੰ ਪਤਾ ਹੈ ਅਸੀਂ ਕੀ ਕਰਨਾ, ਚਾਹੇ ਉਹ ਵਿਜ਼ਟਰ ਸੁਪਰ ਵੀਜ਼ਾ, ਚਾਹੇ ਉਹ ਸਟੱਡੀ ਵੀਜ਼ਾ ਆ, ਉਹ ਅਵੇਅਰ ਨੇ, ਉਹਨਾਂ ਨੂੰ ਸਾਰਾ ਕੁਝ ਪਤਾ। ਤੁਹਾਡੇ ਕੋਲ ਆਉਣਗੇ, ਉਹ ਸਾਰਾ ਡਾਕੂਮੈਂਟੇਸ਼ਨ ਕਰਕੇ ਆਉਣਗੇ। ਪੰਜਾਬ 'ਚ 3 ਕੈਟੇਗਰੀਜ਼ ਨੇ। 3 ਕੈਟੇਗਰੀਜ਼ ਕਿਹੜੀਆਂ ਨੇ ਜੀ? ਇੱਕ ਪਹਿਲੀ ਲੇਅਰ ਆ, ਪਹਿਲੀ ਕੈਟੇਗਰੀ ਆ ਜਿਹੜੇ ਬੱਚੇ ਨੇ ਜਿਨ੍ਹਾਂ ਦੇ 6 ਬੈਂਡ ਆ, 6.5 ਬੈਂਡ ਆ, 7 ਬੈਂਡ ਆ, ਅੱਛੇ ਸਕੂਲਾਂ ਦੇ ICSE CBSE ਬੋਰਡ ਦੇ ਬੱਚੇ ਨੇ, 60 ਤੋਂ ਉੱਪਰ ਨੇ, 65 70 80% 90% ਨੇ। ਇੱਕ ਤੇ ਕੋਈ ਗੈਪ ਨਹੀਂ ਆ, ਸਾਲ ਦਾ 2 ਸਾਲ ਦਾ ਗੈਪ ਆ, ਕਿਸੇ ਪ੍ਰੈਪਰੇਸ਼ਨ ਕਰਕੇ ਕੋਈ ਡਾਕਟਰ ਬਣਨ ਲਈ, ਕੋਈ ਇੰਜੀਨੀਅਰ ਬਣਨ ਲਈ ਤਿਆਰੀ ਕਰਦਾ ਸੀ, ਜਾਂ ਆਈਲੈਟਸ ਦੀ ਤਿਆਰੀ ਕਰਦਾ ਸੀ। ਇਹ ਹੋ ਗਈ ਪਹਿਲੀ ਲੇਅਰ, ਕੈਟੇਗਰੀ 1। ਇਹਨੂੰ ਆਪਾਂ ਕੋਈ ਹੱਥ ਨਹੀਂ ਪਾਉਂਦਾ। ਇਹਨੂੰ ਪਹਿਲੀ ਲੇਅਰ ਨੂੰ ਆਪਾਂ ਕੀ ਕਹਾਂਗੇ? ਕੋਈ ਹੱਥ ਨਹੀਂ ਪਾਉਂਦਾ ਮਤਲਬ ਕਿ ਜਾਂ ਫਿਰ ਕਿਉਂਕਿ ਸਾਰੇ ਹੱਥ ਪਾ ਲੈਂਦੇ ਨੇ? ਨਹੀਂ, ਇਹਨੂੰ ਕੋਈ ਹੱਥ ਨਹੀਂ ਪਾਉਂਦਾ ਕਿਉਂਕਿ ਇਹਨਾਂ ਚੋਂ ਪੈਸੇ ਨਹੀਂ ਲੱਭਦੇ। ਕੀ ਬਾਤ, ਇਹ ਸਾਰੇ ਪੜ੍ਹੇ ਲਿਖਿਆ, ਇਹ ਕਰੀਮ ਹੋ ਗਈ, ਮਤਲਬ ਇਹ ਕਰੀਮ ਆ, ਇਹ ਸਾਰੇ ਪੜ੍ਹੇ ਲਿਖਿਆ, ਇਹ ਸਾਰੇ ਐਜੂਕੇਟਡ ਆ। ਇਹ ਜਦੋਂ ਕਿਸੇ ਇਮੀਗ੍ਰੇਸ਼ਨ ਕੰਪਨੀ 'ਚ ਚਲੇ ਜਾਂਦੇ ਆ, ਇਮੀਗ੍ਰੇਸ਼ਨ ਕੰਪਨੀ ਵਾਲਿਆਂ ਨੂੰ ਲਾ ਲਓ ਵੀ ਸਵਾਦ ਜਿਹਾ ਨਹੀਂ ਆਉਂਦਾ ਇਹਨਾਂ ਨਾਲ ਡੀਲ ਕਰਕੇ। ਇਹਨਾਂ ਨੂੰ ਲੱਗਦਾ ਵੀ ਇੱਕ ਤਾਂ ਇਹ ਘਰੋਂ 4 ਕੁਐਸਚਨ ਪੁੱਛ ਕੇ ਪੜ੍ਹ ਕੇ ਆਏ ਨੇ, ਇਹ ਸਾਨੂੰ ਕਾਲਜ ਵੀ ਪੁੱਛਣਗੇ, ਯੂਨੀਵਰਸਿਟੀ ਪੁੱਛਣਗੇ, ਕਾਲਜ ਪੁੱਛਣਗੇ, ਕੋਰਸ ਪੁੱਛਣਗੇ, ਕੋਰਸ ਦੀਆਂ ਕਰੀਅਰ ਓਪਰਚੁਨਿਟੀਜ਼ ਪੁੱਛਣਗੇ, ਔਰ ਤੁਹਾਡੀ ਫੀਸ ਪੁੱਛਣਗੇ, ਐਮਬੈਸੀ ਫੀਸ ਪੁੱਛਣਗੇ ਕਿੰਨੀ ਆ, ਵੀਜ਼ਾ ਫੀਸ ਕਿੰਨੀ ਆ, ਕਦੋਂ ਭੇਜੋਗੇ, ਆਫਰ ਲੈਟਰ ਕਿੰਨੀ ਦੇਰ ਚ ਆਊਗੀ। ਔਰ ਇਹ ਸਭ ਤੋਂ ਵੱਡੀ ਗੱਲ, ਜਦੋਂ ਆਫਰ ਲੈਟਰ ਆ ਗਈ ਉਹਦੇ ਤੋਂ ਡਾਲਰ ਵੀ ਪਤਾ ਲੱਗੂਗਾ, ਔਰ ਇਹ ਚੈੱਕ ਵੀ ਕਰਨਗੇ ਤੁਹਾਡੇ ਸਾਰਾ। ਇਹ ਉਹ ਨੇ
ਜਿਨ੍ਹਾਂ ਨੂੰ ਡੀਲ ਕਰਕੇ ਮੋਸਟ ਆਫ ਦਾ ਕੰਪਨੀ ਖੁਸ਼ ਨਹੀਂ ਹੁੰਦੀਆਂ ਕਿਉਂਕਿ ਇਹ ਪੈਸਾ ਕਮਾਉਣ ਵਾਲਾ ਸਾਧਨ ਹੀ ਹੈ ਨਹੀਂ। ਬਿਲਕੁਲ ਇਹ ਆਲਰੇਡੀ ਤਿਆਰ ਹੁੰਦੇ ਨੇ ਪਹਿਲੇ ਹੀ ਕਿ ਜਾਣਾ ਕਿਵੇਂ ਹੈ। ਹਾਂਜੀ, ਸੋ ਇਹ ਰੈਫਲਸ ਐਡਿਊਸਿਟੀ ਇਹਨਾਂ ਨੂੰ ਡੀਲ, ਅਸੀਂ ਸਾਰੇ ਇਹਨਾਂ ਨੂੰ ਡੀਲ ਕਰਦੇ ਹਾਂ। ਵਧੀਆ ਸਕੂਲਸ ਦੇ ਜਿਹੜੇ ਮੈਂ ਹੁਣ ਨਾਮ ਨਹੀਂ ਲੈ ਸਕਦਾ ਬਟ ਬਹੁਤ ਸਾਰੇ ਜਿੰਨੇ ਵਧੀਆ ਸਕੂਲਸ ਨੇ ਉਹਨਾਂ ਦਾ ਮੈਂ ਐਡਵਾਈਜ਼ਰੀ ਬੋਰਡ ਦੇ ਵਿੱਚ ਆ। ਆਪਾਂ ਪੂਰੀਆਂ ਅਕੈਡਮੀਜ਼ ਮੈਂ 130 ਅਕੈਡਮੀਜ਼ ਨੇ ਜਾਂ ਚੇਨ ਆਫ 15 ਸਕੂਲ ਦੀ ਵੀ ਉਹ ਮੈਂ ਸਾਰਿਆਂ ਨੂੰ ਐਡਵਾਈਜ਼ ਕਰਦਾ। ਸੋ ਇਹ ਉਹ ਸਕੂਲਾਂ ਦੇ ਬੱਚੇ ਨੇ ਜਿਹੜੇ ਅਵੇਅਰ ਨੇ ਜੀ, ਠੀਕ ਹੈ ਜੀ, ਇਹ ਇਹਨਾਂ ਨਾਲ ਕੋਈ ਪੰਗਾ ਨਹੀਂ ਲੈਂਦਾ। ਦੂਸਰੇ ਨੰਬਰ ਤੇ ਆ ਜਾਂਦੇ ਨੇ ਜਿਹੜੇ ਕਹਿੰਦੇ ਆ ਜੀ 5 ਬੈਂਡ ਆ, 5.5 ਬੈਂਡ ਆ, 2 ਸਾਲ ਦਾ ਗੈਪ ਆ, 4 ਸਾਲ ਦਾ ਗੈਪ ਆ, 2 ਰਿਫਿਊਜ਼ਲਾਂ ਨੇ, 2 ਰਿਫਿਊਜ਼ਲਾਂ, 4 ਰਿਫਿਊਜ਼ਲਾਂ, ਜਾਂ ਇਹਨਾਂ ਚ ਜਿਹੜੇ, ਇਹ ਤਾਂ ਸਟੂਡੈਂਟ ਦੀ ਗੱਲ ਕਰਦਾ, ਤੇ ਜਿਹੜੀ ਪਹਿਲੀ ਕੈਟਾਗਰੀ ਸੀ ਉਹਦੇ ਚ ਸਟੂਡੈਂਟ ਆ ਗਏ ਉਹ 7 ਬੈਂਡ 6 ਬੈਂਡ ਵਾਲੇ, ਤੇ ਪੇਰੈਂਟਸ ਆ ਗਏ ਉਹ ਜਿਹੜੇ ਬਿਜ਼ਨਸ ਕਰਦੇ ਆ, ਜਿਹੜੇ ਜੌਬ ਕਰਦੇ ਆ, ਗਵਰਨਮੈਂਟ ਇੰਪਲੋਈ ਆ, ਪੁਲਿਸ ਆਫਿਸਰ ਆ, ਉਹ ਆ ਗਏ ਸਾਰੇ ਵਿਜ਼ਟਰ ਟੂਰਿਸਟ ਵੀਜ਼ਾ ਲਈ। ਬਿਲਕੁਲ। ਜਿਹੜੀ ਦੂਜੀ ਕੈਟਾਗਰੀ ਉਹ ਤੇ ਸਟੂਡੈਂਟ ਆ ਗਏ 5.5 ਬੈਂਡ ਵਾਲੇ, 5 ਬੈਂਡ ਵਾਲੇ ਆ ਗਏ, 4 ਸਾਲ ਦਾ ਗੈਪ, 5 ਸਾਲ ਦਾ ਗੈਪ, ਜਾਂ 10ਵੀਂ ਚੋਂ 12ਵੀਂ ਚੋਂ 40-45% 50% ਨੰਬਰ ਵਾਲੇ ਆ ਗਏ, 5 ਰਿਫਿਊਜ਼ਲਾਂ, 4 ਰਿਫਿਊਜ਼ਲਾਂ, ਇਹਦੇ ਚ ਵੀ ਅਪਲਾਈ, ਇਹਦੇ ਚ ਵੀ ਅਪਲਾਈ, 4 ਜਗ੍ਹਾ ਅਪਲਾਈ ਕੀਤਾ। ਇਹ ਦੂਜੀ ਇਹਨਾਂ ਚ ਜਿਹੜੇ ਟੂਰਿਸਟ ਵਿਜ਼ਟਰ ਵੀਜ਼ਾ ਵਾਲੇ ਆ ਗਏ ਉਹ ਆ ਗਏ ਵੀ ਲੱਖ ਦੀ ਉਹ ਆਮਦਨ, 2 ਲੱਖ ਦੀ ਆਮਦਨ ਵੀ ਹੈਗੀ ਆ ਕੁਛ, ਬਟ ਇੰਨੀ ਜ਼ਿਆਦਾ ਹੈ ਨਹੀਂ, 2 ਕਿੱਲੇ ਆ 3 ਕਿੱਲੇ ਆ, ਗਾਈਡ ਨਹੀਂ ਕੀਤਾ ਕਿਸੇ ਨੇ, ਹੈਗਾ ਬਟ ਇੰਨਾ ਵਧੀਆ ਨਹੀਂ ਹੈਗਾ, ਪਤਾ ਨਹੀਂ ਹੈਗਾ ਇਹ ਉਹ ਨੇ। ਅੱਛਾ, ਤੀਜੀ ਕੈਟਾਗਰੀ ਕਿਹੜੀ ਹੈ ਜੀ? ਤੀਜੀ ਕੈਟਾਗਰੀ ਤੋਂ ਹੁਣ ਤੁਸੀਂ ਕਿਹੜੀ ਕੈਟਾਗਰੀ ਮਤਲਬ ਪੰਜਾਬ ਚ ਕਹੋਗੇ ਕਿ ਉਹ ਕੈਟਾਗਰੀ? ਮੈਨੂੰ ਤਾਂ 2 ਹੀ ਦਿਖਦੀਆਂ ਨੇ। ਉਹ ਸਭ ਤੋਂ ਮਹਾਨ ਕੈਟਾਗਰੀ ਆ, ਉਹ ਕਹਿੰਦੇ ਆ ਜੀ ਪਾਸਪੋਰਟ ਲੈ ਲਓ, ਵੀਜ਼ਾ ਲਵਾ ਦਿਓ, ਵੱਧ ਤੋਂ ਵੱਧ ਅਸੀਂ ਤੁਹਾਨੂੰ ਇੱਕ ਚੀਜ਼ ਹੋਰ ਦੇ ਸਕਦੇ ਆ, ਆਧਾਰ ਕਾਰਡ। ਮਤਲਬ ਇਹ ਤੁਸੀਂ ਜਿਹੜੀ ਕੈਟਾਗਰੀ ਗਿਣੀਆਂ ਨੇ ਮੈਨੂੰ ਲੱਗਦਾ ਇਹ ਤਾਂ ਟੌਪ ਮੋਸਟ ਹੋਣੀ ਚਾਹੀਦੀ ਕੈਟਾਗਰੀ, ਸਭ ਤੋਂ ਵੱਧ। ਜਿਵੇਂ ਕਹਿ ਲਓ ਵੀ ਜਿਹੜੀ ਪਹਿਲੀ ਆ ਉਹ ਆ ਲੱਸੀ, ਪਹਿਲੀ ਕੈਟਾਗਰੀ ਜੇ ਕਹਿੰਦੇ ਲੱਸੀ ਪੀਣੀ ਆ ਉਹ ਲੱਸੀ ਆ, ਦੂਜੀ ਕੈਟਾਗਰੀ ਆ ਦਹੀਂ ਆ, ਤੀਜੀ ਕੈਟਾਗਰੀ ਮੱਖਣ ਆ, ਮਤਲਬ ਅਸਲੀ ਪੈਸਾ ਜਿਹੜਾ ਏਜੰਟ ਕਮਾਉਂਦੇ ਆ, ਜਿਹੜਾ ਅਸੀਂ ਸਾਲ ਦੇ ਵਿੱਚ 1000 ਬੱਚਾ ਭੇਜ ਕੇ ਨਹੀਂ ਕਮਾ ਸਕਦੇ, ਉਹ ਸਾਲ ਦੇ ਵਿੱਚ 10 ਬੰਦੇ ਇਹੋ ਜਿਹੇ ਭੇਜ ਕੇ ਉਦੋਂ ਤੋਂ ਵੱਧ ਪੈਸੇ ਉਹ ਏਜੰਟ ਕਮਾ ਜਾਂਦੇ ਆ। ਕੋਈ ਖਰਚਾ ਨਹੀਂ, ਕੋਈ ਦਫ਼ਤਰ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਉਹ ਹੈ ਡੋਂਕੀ ਮਰਵਾ ਕੇ, ਜੰਗਲਾਂ ਦੇ ਵਿੱਚੋਂ ਦੀ ਕਢਾ ਕੇ, ਜਾਂ ਫਿਰ ਇਧਰੋਂ ਦੁਬਈ, ਫਿਰ ਇੱਧਰ ਦੀ ਕਰਕੇ ਭੇਜ ਕੇ, ਜਾਂ ਫਿਰ ਉਹਨਾਂ ਨੇ ਸਾਰੀ ਪ੍ਰੋਫਾਈਲ ਜਾਲੀ ਝੂਠਾ ਬਣਾ ਕੇ ਤੁਹਾਡੇ ਪਾਸਪੋਰਟ ਤੇ ਲਾਣਾ। ਜਿਹੜੀ ਸਭ ਤੋਂ ਥੱਲੇ ਵਾਲੀ ਕੈਟਾਗਰੀ ਆ ਵਰਕ ਪਰਮਿਟ ਚ ਭੇਜ ਦੋ ਤੁਸੀਂ ਕਿਸ ਅੰਦਰ, ਬਸ ਉਹ ਉਹਨਾਂ ਨੂੰ ਹੁੰਦਾ ਵੀ ਕੇਰਾਂ ਟਪਾ ਦੋ ਬਾਰਡਰ, ਬਸ ਉਹਨਾਂ ਨੂੰ ਇੱਕ ਘੰਟੇ ਦਾ ਵੀਜ਼ਾ ਲੈ ਦੋ, ਉਦੋਂ ਬਾਅਦ ਫਿਰ ਅਸੀਂ ਦੱਸਾਂਗੇ ਕਿੱਥੇ ਪਹੁੰਚ ਗਏ। ਉਹਨਾਂ ਨੂੰ ਇਹ ਹੈ ਕਿ ਇੱਕ ਵਾਰੀ ਆਪਾਂ ਐਂਟਰ ਕਰਨਾ ਹੈ, ਚਾਹੇ ਟਰੱਕ ਦੇ ਥਰੂ ਐਂਟਰ ਕਰੀਏ, ਚਾਹੇ ਡੋਂਕੀ ਥਰੂ ਐਂਟਰ ਕਰੀਏ। ਮੈਂ ਕਹਿੰਦਾ ਜੀ ਚਾਹੇ ਮਾਲਟਾ ਦੀਆਂ ਕਿਸ਼ਤੀਆਂ ਦੇ ਵਿੱਚ ਡੁੱਬ ਕੇ ਮਰ ਜਾਈਏ, ਭਾਵੇਂ ਜਾਈਏ ਉਧਰ। ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ, ਸ਼ਿਪ ਨੇ ਜਿਹੜੇ ਉਧਰ ਜਿੱਦੇ ਰਾਹੀਂ ਲੈ ਕੇ ਜਾਂਦੇ ਆ, ਉਹਦੇ ਥੱਲੇ ਜਦੋਂ ਸ਼ਿਪ 'ਚ ਕੋਈ, ਮੈਨੂੰ ਨਹੀਂ ਪਤਾ ਇਹ ਸਹੀ ਆ ਕਿ ਗਲਤ ਆ, ਮੈਂ ਪੁਸ਼ਟੀ ਨਹੀਂ ਕਰਦਾ, ਬਟ ਜਿਵੇਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਮੈਂ ਉਹ ਤੁਹਾਨੂੰ ਗੱਲ ਦੱਸ ਰਿਹਾ ਵੀ ਸ਼ਿਪ ਆ, ਸ਼ਿਪ ਦੇ ਵਿੱਚ ਜਿਹੜਾ ਨੀਚੇ ਪਾਣੀ ਜਦੋਂ ਕੱਢਦੇ ਆ ਉਹ ਖੋਲ ਦਿੰਦੇ ਆ, ਉਹਦੇ ਥੱਲੇ ਦਰਵਾਜ਼ੇ, ਉਹਦੇ ਵਿੱਚ ਬਿਠਾ ਦਿੰਦੇ ਆ। ਜੇ ਸ਼ਿਪ ਦੇ ਵਿੱਚ ਕੋਈ ਪੁਲਿਸ ਆ ਜਾਂਦੀ ਹੈ, ਇਨਵੈਸਟੀਗੇਸ਼ਨ ਜਦੋਂ ਬਾਰਡਰ ਤੇ ਪਹੁੰਚਦੇ ਆ, ਜਦੋਂ ਆਉਂਦੀ ਹੈ ਸ਼ਿਪ ਦੇ ਵਿੱਚ ਦੇਖਦੇ ਆ, ਜੇ ਤਾਂ ਉਹ ਥੱਲੇ ਤੱਕ ਜਾਣ ਲੱਗਦੇ ਆ ਉਹ ਬਟਨ ਦੱਬ ਕੇ ਖੋਲ ਦਿੰਦੇ ਆ, ਸਾਰਿਆਂ ਨੂੰ ਥੱਲੇ ਡਬੋ ਦਿੰਦੇ ਆ। ਮਤਲਬ ਚਾਹੇ ਐ ਕਰਦੇ ਆ ਚਾਹੇ ਨਹੀਂ ਕਰਦੇ ਆ, ਕਹਿਣ ਦਾ ਮਤਲਬ ਆ ਸਾਡੇ ਤਾਂ ਸਾਹਮਣੇ ਮਾਲਟਾ ਕਾਂਡ ਹੋਇਆ, ਸਾਡੇ ਸਾਹਮਣੇ ਮੈਕਸੀਕੋ ਦੇ ਜੰਗਲਾਂ 'ਚ ਸਾਡੇ ਬੱਚਿਆਂ ਨੂੰ ਗੋਲੀਆਂ ਵੱਜੀਆਂ। ਮੈਨੂੰ ਹਮੇਸ਼ਾ ਐ ਲੱਗਦਾ ਵੀ ਰਿੱਕੀ ਜੀ ਇੱਕ ਨਾ ਵੈਸੇ ਤੇ ਕੰਸਰਨ ਵਾਲੀ ਗੱਲ ਆ, ਚਲੋ ਆਪਾਂ ਹੋਰ ਹੀ ਪਾਸੇ ਨੂੰ ਤੁਰ ਪਏ, ਬਟ ਮੈਨੂੰ ਇੱਕ ਕੰਸਰਨ ਇਹ ਆ, ਇੱਕ ਦੁੱਖ ਹੈ ਇਸ ਚੀਜ਼ ਦਾ ਵੀ ਕਦੇ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਮਹਾਰਾਸ਼ਟਰੀਅਨ ਜਾਂ ਮਤਲਬ ਇੱਕ ਬੰਬੇ ਦਾ ਜਾਂ ਗੁਜਰਾਤ ਦਾ ਕਿਉਂ ਨਹੀਂ ਗੋਲੀ ਵੱਜ ਕੇ ਮਰਦਾ? ਮਤਲਬ ਕਦੇ ਉਹਦੀ ਲਾਸ਼ ਕਿਉਂ ਨਹੀਂ ਘਰੇ ਆਉਂਦੀ? ਤੁਸੀਂ ਐਜ਼ ਏ ਪੰਜਾਬੀ ਹੋਣ ਦੇ ਨਾਤੇ ਮੈਂ ਸਮਝਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਗੱਲ ਆਈ ਕਿ ਹਾਂ ਵਾਕਈ ਇੱਕ ਪੰਜਾਬੀ ਬੰਦਾ, ਇੱਧਰ ਦਾ ਬੰਦਾ ਹੀ ਕਿਉਂ ਉੱਥੇ ਮੈਕਸੀਕੋ ਦੇ ਜੰਗਲਾਂ ਦੇ ਵਿੱਚ। ਮੈਂ ਕਹਿੰਦਾ ਜੀ ਬਿਹਾਰ ਵਾਲੇ ਜਿਹੜੇ ਸਭ ਤੋਂ ਵੱਧ IAS IPS ਅਫਸਰ ਨੇ, ਹਨਾ ਜੀ, ਬਿਹਾਰ ਵਾਲਾ ਅੱਜ ਤੱਕ ਨਹੀਂ ਮਰਿਆ ਕੋਈ, ਯੂਪੀ ਵਾਲਾ ਅੱਜ ਤੱਕ ਨਹੀਂ ਇੱਕ ਮੈਕਸੀਕੋ ਦੇ ਬਾਰਡਰ ਤੇ ਮਰਿਆ। ਮੈਂ ਕਹਿੰਦਾ ਕਿਹੜੇ ਕੰਟਰੀ ਦਾ, ਸਾਊਥ ਕੇਰਲਾ, ਮਤਲਬ ਕੋਈ ਗੁਜਰਾਤ ਲਵੋ, ਜੰਮੂ ਲਵੋ, ਤੁਸੀਂ ਸ਼੍ਰੀਨਗਰ ਲਵੋ, ਮੈਂ ਕਹਿੰਦਾ ਨਾ ਤੁਸੀਂ ਸਾਡੇ ਗਵਾਂਢੀ ਲੈ ਲਓ, ਹਿਮਾਚਲ ਲੈ ਲਓ, ਬਿਲਕੁਲ ਉੱਥੇ ਕੁਝ ਨਹੀਂ ਹੁੰਦਾ, ਤੁਸੀਂ ਸਾਡੇ ਗਵਾਂਢੀ ਲੈ ਲਓ। ਹਰਿਆਣੇ ਨੂੰ ਛੱਡ ਕੇ ਥੋੜਾ ਪੰਜਾਬ ਤੇ ਹਰਿਆਣਾ ਥੋੜਾ ਘੱਟ ਆ, ਪੰਜਾਬ ਜ਼ਿਆਦਾ। ਮਤਲਬ ਸਾਡੇ ਘਰਾਂ ਦੇ ਵਿੱਚ ਹੀ ਲਾਸ਼ਾਂ ਕਿਉਂ ਆਉਂਦੀਆਂ ਨੇ, ਜਾਂ ਉਹ ਵੀ ਨਹੀਂ ਆਉਂਦੀਆਂ ਕਈ ਵਾਰ, ਤਾਂ ਪਤਾ ਹੀ ਨਹੀਂ ਲੱਗਦਾ।
ਸੋ ਇਹਦਾ ਰੀਜ਼ਨ ਇਹ ਆ ਕਿ ਆ ਜਿਹੜੀ ਤੀਜੀ ਕੈਟੇਗਰੀ ਆ ਇਹ ਜ਼ਿਆਦਾ ਸਭ ਤੋਂ ਡੈਸਪਰੇਟ ਆ, ਕਿਉਂਕਿ ਇਹ ਕਿਸੇ ਵੀ ਤਰੀਕੇ ਜਾ ਨਹੀਂ ਸਕਦੇ। ਇਹਨੂੰ ਸਾਰੇ ਝਪਟਾ ਮਾਰ ਏਜੰਟ ਪੈਂਦੇ ਵੀ ਆਹ ਲੋਕ ਕਿਤੇ ਸਾਨੂੰ ਮਿਲ ਜਾਣ ਜਾਂ ਦੂਜੀ ਕੈਟੇਗਰੀ ਵਾਲੇ ਮਿਲ ਜਾਣ, ਪਹਿਲੀ ਵਾਲੇ ਦਫਾ ਉਹ ਸਾਨੂੰ ਨਹੀਂ ਚਾਹੀਦੇ, ਤੁਹਾਡੇ ਤੋਂ ਸਾਨੂੰ ਕੁਝ ਨਹੀਂ ਬਚਣਾ। ਬਿਲਕੁਲ। ਸੋ ਇਹਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਅੱਜ ਕੰਟਰੀਜ਼ ਦੀ, ਸੋ ਇਕੁਅਲੀ ਗੁੱਡ ਹੈ ਜੀ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕੈਨੇਡਾ ਨਹੀਂ ਜਾਓ, ਸਾਰੇ ਏਜੰਟ ਤੁਹਾਨੂੰ ਹੁਣ ਇੱਥੇ ਕੀ ਕਹਿੰਦੇ ਹੋਏ ਮਿਲਣਗੇ, ਕੈਨੇਡਾ ਬੰਦ, ਕੈਨੇਡਾ ਨਹੀਂ ਜਾਣਾ, ਇੰਗਲੈਂਡ ਜਾਣਾ ਨਹੀਂ। ਜਿਹੜੇ ਕੈਨੇਡਾ ਜਾ ਸਕਦੇ ਆ ਕੈਨੇਡਾ ਜਾਓ, ਜਿਹੜੇ ਕੈਨੇਡਾ ਨਹੀਂ ਜਾ ਸਕਦੇ ਤੁਸੀਂ ਲੱਗ ਲਓ ਵੀ ਤੁਹਾਡਾ 5-7 ਸਾਲ ਦਾ ਗੈਪ ਹੋ ਗਿਆ, 10 ਸਾਲ ਦਾ ਗੈਪ ਹੋ ਗਿਆ, ਤੁਹਾਡੇ ਆਈਲੈਟਸ ਦੇ ਵਿੱਚੋਂ ਬਾਰ-ਬਾਰ ਟਰਾਈ ਕਰਨ ਤੇ ਵੀ 6 ਈਚ ਆ ਹੀ ਨਹੀਂ ਰਹੇ ਬੈਂਡ, ਤੁਹਾਡੇ 5, 5.5, 1 ਚ ਜਾਂ 2 ਚ 5.5 ਫਸੇ ਹੋਏ ਆ, ਜਾਂ ਤੁਸੀਂ ਏਜ ਤੁਹਾਡੀ ਓਵਰ ਏਜ ਹੋ ਗਈ ਆ, ਮੰਨ ਲਓ ਓਵਰ ਏਜ ਮਤਲਬ 30+ ਵੀ ਹੋ ਗਏ ਹੋ ਤੁਸੀਂ, 35, 37, 38 ਵੀ ਹੋ ਗਏ ਹੋ, ਬਿਲਕੁਲ ਤੁਸੀਂ ਸਾਰੇ ਇਕੱਠੇ ਜਾਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਤੁਸੀਂ ਵੀ ਜਾਓਗੇ, ਤੁਹਾਡੀ ਵਾਈਫ ਵੀ ਜਾਵੇ, ਤੁਹਾਡਾ 5, 7, 10, 12 ਸਾਲ 15 ਸਾਲ ਦਾ ਬੱਚਾ ਵੀ ਨਾਲ ਜਾਵੇ, ਉਹਦੇ ਲਈ ਇੰਗਲੈਂਡ ਹੈ। ਬਿਲਕੁਲ ਯੂਕੇ ਉਹਦੇ ਲਈ ਯੂਕੇ ਆ, ਉਹਦੇ ਲਈ ਤੁਸੀਂ ਜਾ ਸਕਦੇ ਹੋ, ਬਹੁਤ ਵਧੀਆ ਗੁੱਡ ਆਪਸ਼ਨ ਆ। ਮਤਲਬ ਲੋਕ ਨਾ ਇੱਕ ਹੋਰ ਮੈਂ ਦੱਸ ਰਿਹਾ ਜੀ, ਸਾਰੇ ਲੋਕ ਕਹੀ ਜਾਂਦੇ ਆ ਯੂਕੇ ਖੁੱਲ ਗਿਆ, ਯੂਕੇ ਖੁੱਲ ਗਿਆ। ਮੈਂ ਅੱਜ ਤੁਹਾਨੂੰ ਮੰਚ ਤੇ ਇਹ ਦੱਸਣ ਲੱਗਿਆ ਵੀ ਯੂਕੇ ਬੰਦ ਹੋਣ ਲੱਗਿਆ, ਕਿਉਂਕਿ ਜੋ ਲੱਛਣ ਪੰਜਾਬ ਦੇ ਏਜੰਟਾਂ ਦੇ ਨੇ ਔਰ ਜੋ ਤਰੀਕੇ ਨਾਲ ਫਾਈਲਾਂ ਜਾ ਰਹੀਆਂ ਨੇ ਗੰਦੀਆਂ, ਵਿਦਾਊਟ ਆਈਲੈਟਸ ਦੇ ਦਬਾ ਕੇ, ਜਾਲੀ ਫੰਡ ਦੇ ਦਬਾ ਕੇ, ਉਸ ਹਿਸਾਬ ਨਾਲ ਬਾਲਾ ਟਾਈਮ ਨਹੀਂ ਆਏ। ਮੇਰੇ ਖਿਆਲ 'ਚ 2, 4, 5 ਮਹੀਨੇ 'ਚ ਤੁਹਾਨੂੰ ਇਹ ਮਾੜੀ ਖਬਰ ਮਿਲ ਜੂਗੀ ਕਿ ਯੂਕੇ ਨੇ ਵੀ ਫਿਰ ਤੋਂ ਦਰਵਾਜ਼ੇ ਬੰਦ ਕਰਤੇ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਖੋਲੇ ਸੀ। ਲੇਕਿਨ ਫਿਰ ਜਦੋਂ ਯੂਕੇ ਬੰਦ ਹੋਏਗਾ ਸੰਧੂ ਸਾਹਿਬ, ਫਿਰ ਉਹਨਾਂ ਦਾ ਕੀ ਹੋਏਗਾ ਜਿਹੜੇ ਇਹ ਕਹਿੰਦੇ ਨੇ ਕਿ ਤੁਸੀਂ ਅੱਜ ਵੀ ਜਾਓ, ਕੱਲ ਵੀ ਜਾਓ, ਮੇਰੇ ਕੋਲ ਆਓ, 40, 45, 50 ਜਿੱਤੇ, ਉਹਨਾਂ ਦਾ ਕੀ ਹੋਏਗਾ? ਅੱਜ ਨਾ ਭਾਜੀ, ਅੱਜ ਜਿਹੜੀ ਇੱਕ ਮਾਨਸਿਕਤਾ ਕੀ ਹੋ ਗਈ ਹਰ ਬੰਦੇ ਦੀ, ਚਾਹੇ ਉਹ ਮੈਂ ਕਹਿੰਦਾ ਕੋਈ ਵੀ ਆ, ਕਿਸੇ ਵੀ ਤਰ੍ਹਾਂ ਦਾ ਬੰਦਾ ਵਾ ਜਿਹੜਾ ਬਿਜ਼ਨਸ ਕਰਦਾ, ਮੈਂ ਸਾਰਿਆਂ ਦੀ ਤਾਂ ਗੱਲ ਕਰਦਾ ਵੀ ਨਹੀਂ ਕਦੇ, ਕਿਉਂਕਿ ਮੈਂ ਹਮੇਸ਼ਾ ਜਦੋਂ ਆਪਾਂ ਜਨਰਲਾਈਜ਼ ਕਰਦੇ ਹਾਂ ਤਾਂ 60-70% ਲੋਕਾਂ ਦੀ ਗੱਲ ਕਰਦੇ ਹਾਂ। ਹਰ ਇੱਕ ਬਿਜ਼ਨਸ ਦੇ ਵਿੱਚ ਐਵੇਂ ਨਿਗਾਰ ਆਉਂਦਾ ਜਾ ਰਿਹਾ ਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਵਨ ਟਾਈਮ ਬੰਦੇ ਨੂੰ ਯੂਜ਼ ਕਰ ਲਵਾਂ, ਸਿੰਗਲ ਟਾਈਮ ਮੈਂ ਇਹਦਾ ਬਸ ਇਹਨੂੰ ਵੱਢ ਦਵਾਂ, ਜਿਹਨੇ ਵੀ ਤਰੀਕੇ ਨਾਲ ਵੱਢ ਸਕਦਾ ਵਾਂ। ਅਗਲਾ ਪਤਾ ਨਹੀਂ ਇਹਨੇ ਦੁਬਾਰਾ ਮੇਰੇ ਕੋਲ ਆਉਣਾ ਕਿ ਨਹੀਂ, ਅਗਲਾ ਮੈਂ ਨਵੇਂ ਮੁਰਗੇ ਲੱਭੂਗਾ, ਨਵੀਆਂ ਗਰਦਨਾਂ ਲੱਭੂਗਾ ਜਿਨ੍ਹਾਂ ਨੂੰ ਮੈਂ ਵੱਢੂਗਾ। ਬਿਲਕੁਲ। ਸੋ ਕਰਦੇ ਕੀ ਆ, ਅੱਜ ਜਿਹੜਾ ਪਰਪਸ ਕੀ ਰਹਿ ਗਿਆ, ਜਿੰਨੇ ਆ ਦੁਕਾਨਾਂ ਖੋਲ ਕੇ ਨਵੇਂ ਇਮੀਗ੍ਰੇਸ਼ਨ ਕੰਪਨੀਆਂ ਛੋਟੇ ਖੋਲ ਕੇ, ਇਹਨਾਂ ਦਾ ਪਰਪਸ ਕੀ ਆ? ਤੁਹਾਡਾ ਵੀਜ਼ਾ ਅਪਲਾਈ ਕਰਨਾ, ਕਿਉਂਕਿ ਇਹਨਾਂ ਨੂੰ ਅਪਲਾਈ ਕਰਨ 'ਚ ਪੈਸੇ ਮਿਲ ਜਾਣੇ ਆ ਇੱਕ ਤਾਂ, ਦੂਜੇ ਉਹ ਆ ਗਏ ਜਿਹੜੇ ਤੁਹਾਡੇ ਪੈਸੇ ਨਾਲ ਜੂਆ ਖੇਡਦੇ ਆ ਵੀ ਸਾਰੇ ਪੈਸੇ ਅਸੀਂ ਬਾਅਦ ਵਿੱਚੋਂ ਲੈ ਲਾਂਗੇ ਤੁਹਾਡੇ ਕੋਲੋਂ, ਤੇ 20 ਵੀਜ਼ੇ ਅਪਲਾਈ ਕਰ ਦੇਣੇ ਆ, 20 ਚੋਂ ਜੇ 5-7 ਰਿਜੈਕਟ ਵੀ ਹੋ ਗਏ, ਬਟ ਉਹ 15 ਚੋਂ ਇੰਨਾ ਮੋਟਾ ਪੈਸਾ ਕਮਾ ਲੈਣ ਆ ਗਏ, ਉਹ 5 ਦੀ ਪੱਲਿਓਂ ਵੀ ਲੱਗ ਗਏ, ਕੋਈ ਫਰਕ ਨਹੀਂ। ਬਟ ਜਿਹੜੇ ਉਹ 5 ਦਾ ਵੀਜ਼ਾ ਰਿਜੈਕਟ ਕਰਾਉਣਗੇ, ਉਹ ਜਿਹੜਾ ਪੈਕੇਜ ਦੇ ਵਿੱਚ ਇੱਕ ਵਾਰ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ, ਤੁਸੀਂ ਮੈਨੂੰ ਲੈ ਕੇ ਦਿਖਾਓ ਦੁਬਾਰਾ, ਕਿਉਂਕਿ ਜੋ ਸਵਾਹ ਖੇ ਪਾਉਣੀ ਤੁਹਾਡੇ ਨਾ ਫਾਈਲਾਂ ਦੇ ਵਿੱਚ ਉਹ ਲੱਭਣੀ ਨਹੀਂ ਦੁਬਾਰਾ, ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਕਾਲ ਆ ਰਹੀ ਹੈ ਸਾਹਿਬ, ਮੈਂ ਬੜੀ ਦੇਰ ਦੀ ਹੋਲਡ ਰੱਖੀ ਹੋਈ ਹੈ ਕਾਲ। ਹੈਲੋ, ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? हेलो, हाँ जी, दिस इज ज्योति फ्रॉम जम्मू जी। पूछो ज्योति जी, की पूछना चाहते हो? हाँ जी सर, पहले तो मैं रेफरल्स में ना सर को थैंक यू कहना चाहूंगी, बिकॉज इनके मैं सारे शोज जो है फॉलो करती हूँ। अपार्ट फ्रॉम दैट मेरी एक फ्रेंड थी, +2 के बाद उसने भी यूके का वीजा अप्लाई करा था जी। तो मेरा भी प्लान था उस टाइम पर मैं जा नहीं पाई, तो अब मेरी ग्रेजुएशन हो गई है और रिसेंटली मेरे IELTS के स्कोर आए हैं, दैट इज 7 नॉट लेस देन 7, ओवरऑल भी 7 है। हाँ जी, आई एम अ ग्रेजुएट, लाइक BBA करा हुआ है मैंने, बट कंसर्न ये है कि हस्बैंड ने भी मेरे साथ जाना है, उनका बिजनेस है, बट उन्होंने IELTS भी नहीं करी है, +2 पास आउट है, तो उनका साथ में मेरे साथ हो सकता है वहाँ का यूके के लिए? मतलब तुसी कहंदे हो कि स्पाउस बेस ते जाना है, हस्बैंड नाल जाना है, तुसी हस्बैंड दा वर्क परमिट चाहते हो? हस्बैंड मेरे साथ जाएंगे, मतलब उनका वर्क परमिट चाहते हैं आपके साथ में, उनको वर्क परमिट मिले मतलब? हाँ जी, बिल्कुल जी। उन्होंने स्टडी तो नहीं करनी ना? नहीं, स्टडी नहीं करनी है, स्टडी मैंने ही करनी है, मैं ही मतलब मेन एप्लीकेंट है जी, उन्होंने मेरे साथ जाना है बस। जी संधू साहब, बहुत बढ़िया प्रोफाइल है जी, बहुत बढ़िया प्रोफाइल है। मैं लगता है बहुती लंबी चौड़ी गल करने की लोड़ भी नहीं है, क्योंकि ग्रेजुएट ਜਿਹੜਾ ਜੇ ਬੱਚਾ ਹੈ ਔਰ ਉਹਨੇ ਮਾਸਟਰ ਲਈ ਜਾਣਾ ਹੈ, ਮਾਸਟਰ ਦੇ ਜਿਹੜਾ ਬੰਦਾ ਸਪਾਊਸ ਜਾਏਗਾ ਉਹਨੂੰ ਵੈਸੇ ਹੀ ਵਰਕ ਪਰਮਿਟ ਅਲਾਉਡ ਹੈ। ਮੈਂ ਨਾ ਜੀ ਇਹ ਤਾਂ ਚਲੋ
ਇਹ ਤਾਂ ਬੱਚੀ ਨੇ ਚਲੀ ਜਾਣਾ, ਚਲੋ ਇਹਦੇ ਹਸਬੰਡ ਨੇ ਚਲੇ ਨਾ, ਪਰ ਇਹਨੇ ਇੱਕ ਗੱਲ ਕਹੀ ਕਿ ਮੈਂ ਨਾ ਸੰਧੂ ਸਰ ਦੇ ਸ਼ੋਅ ਦੇਖਦੀ ਆ, ਮੈਂ ਇਹਨੂੰ ਬਹੁਤ ਫੋਲੋ ਕਰਦੀ ਆ, ਮੇਰੀ ਨਾ ਦੋਨੋਂ ਹੱਥ ਜੋੜ ਕੇ ਸਾਰਿਆਂ ਨੂੰ ਕੋਲ ਬੇਨਤੀ ਆ, ਜਰੂਰ ਮੇਰੇ ਸ਼ੋਅ ਦੇਖੋ, ਜਰੂਰ ਮੇਰੀ ਫੋਲੋ ਕਰੋ, ਪਰ ਮੇਰੀਆਂ ਗੱਲਾਂ ਵੀ ਸੁਣ ਲਿਆ ਕਰੋ, ਧਿਆਨ ਵੀ ਦਿਆ ਕਰੋ। ਬਿਲਕੁਲ ਮੈਂ ਕਹਿੰਦਾ ਜੀ ਆਉਣਗੇ ਆ ਕੇ ਗੱਲਾਂ ਕਰਨਗੇ, ਸਰ ਆਪਾਂ ਤੁਹਾਡੇ ਬਹੁਤ ਵੱਡੇ ਫੈਨ, ਆਪਾਂ ਤੁਹਾਨੂੰ ਤੁਹਾਡੀਆਂ ਗੱਲਾਂ ਆਪਾਂ ਨੂੰ ਬਹੁਤ ਪਸੰਦ ਆਉਂਦੀਆਂ, ਬਟ ਫਾਈਲ ਆਪਾਂ ਉੱਥੋਂ ਲਵਾ ਲਈ, ਵੀਜ਼ਾ ਆਪਾਂ ਉੱਥੋਂ ਰਿਜੈਕਟ ਕਰਾ ਲਿਆ। ਦੁੱਖ ਮੈਨੂੰ ਉਦੋਂ ਹੁੰਦਾ ਵੀ ਗੱਲਾਂ ਵੀ ਸੁਣਦੇ ਹੋ, ਤੁਹਾਨੂੰ ਚੰਗੀਆਂ ਵੀ ਲੱਗਦੀਆਂ, ਫਾਈਲ ਫੇਰ ਤੁਸੀਂ ਲਵਾਉਣੀ ਆ ਜਾ ਕੇ ਕਿਸੇ ਉਹਦੇ ਕੋਲੋਂ, ਮਤਲਬ ਹੁਣ ਮੈਂ ਗਾਲ ਹੀ ਕੱਢਾਂ ਜਾਂ ਕੀ ਕਰਾਂ ਇਹੋ ਜਿਹੇ ਬੰਦੇ ਕੋਲੋਂ, ਤੇ ਉਹ ਸਾਰਾ ਪੂਰਾ ਸਵਾਹ ਕਰਕੇ ਨਾ ਪ੍ਰੋਫਾਈਲ ਨੂੰ ਫੇਰ ਆਉਣਾ ਸੰਧੂ ਸਾਹਿਬ ਕੋਲ ਕਿ ਹੁਣ ਤੁਸੀਂ ਆ ਸਵਾਹ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਕਰਕੇ ਹੁਣ ਇਹਨੂੰ ਭੇਜੋ। ਚਲੋ ਮੈਂ ਭੇਜ ਦੂੰਗਾ ਜੀ, ਮਹਾਰਾਜ ਦੀ ਕਿਰਪਾ, ਮੈਂ ਕਰ ਲੈਣਾ, ਮੈਨੂੰ ਮਹਾਰਾਜ ਨੇ ਗੁਰ ਦਿੱਤਾ, ਬਟ ਜਦੋਂ ਤੁਸੀਂ ਸੁਣ ਲੈਂਦੇ ਹੋ ਉਦੋਂ ਹੀ ਆ ਜਾਇਆ ਕਰੋ। ਪਹਿਲੀ ਵਾਰ ਵੀਜ਼ੇ ਰਿਜੈਕਟ ਨਹੀਂ ਹੁੰਦੇ, ਸੋ ਕੱਲਾ ਸੁਣਿਆ ਹੀ ਨਾ ਜੀ ਕਰੋ। ਬਹੁਤ ਹੀ ਮਤਲਬ ਤੁਸੀਂ, ਤੁਹਾਡਾ ਦਿਲੋਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ, ਬਟ ਉਹ ਪਿਆਰ ਨੂੰ ਸਿਰੇ ਵੀ ਚੜਾਓ, ਸਾਨੂੰ ਮਿਲਿਆ ਵੀ ਕਰੋ ਆ ਕੇ, ਸੋ ਦੈਟ ਕਿ ਅਸੀਂ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਖਰਾਬ ਹੋਣ ਤੋਂ, ਤੁਹਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚਾ ਲਈਏ। ਕਿਉਂਕਿ ਵੀਜ਼ਾ ਲਵਾ ਦੇਣਾ ਕੋਈ ਵੀ ਲਵਾ ਦੂਗਾ, ਵੀਜ਼ਾ ਕਿਹਦਾ ਲਵਾਉਣਾ, ਕਿਹੜੀ ਜਗ੍ਹਾ ਦਾ ਲਵਾਉਣਾ, ਤੁਹਾਨੂੰ ਜੰਗ ਦੇ ਵਿੱਚ ਤੁਹਾਨੂੰ ਕੋਈ ਵੀ ਬੰਦਾ ਭੇਜ ਦੂਗਾ, ਬਟ ਜੰਗ ਤੇ ਤੁਹਾਡੇ ਬੱਚੇ ਨੂੰ ਕਿਹੜਾ ਹਥਿਆਰ ਦੇ ਕੇ ਭੇਜਣਾ, ਮਤਲਬ ਅਗਰ ਉਹ ਅਰਜੁਨ ਆ ਤਾਂ ਉਹਨੂੰ ਤੀਰ ਕਮਾਨ ਦੇਣਾ, ਅਗਰ ਉਹ ਭੀਮ ਆ ਤਾਂ ਉਹਨੂੰ ਗਦਾ ਦੇਣੀ। ਇਹ ਇੱਕ ਕਹਿ ਲਓ ਵੀ ਇੱਕ ਮਾਸਟਰ ਜਿਹੜਾ ਬੰਦਾ, ਜਿਹੜਾ ਐਕਸਪਰਟ ਆ, ਉਹ ਦੇਖ ਸਕਦਾ ਤੁਹਾਡੇ ਬੱਚੇ ਨੂੰ। ਤੁਹਾਡੇ ਬੱਚਿਆਂ ਨੂੰ ਮੈਂ ਸਿਰਫ ਭੇਜਦਾ ਨਹੀਂ ਆ ਜੀ, ਰੈਫਲਸ ਐਡੂਸਿਟੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਦੱਸੋ ਕੌਣ ਲੈਂਦਾ ਜ਼ਿੰਮੇਵਾਰੀ? ਅਸੀਂ ਜ਼ਿੰਮੇਵਾਰੀ ਲੈਂਦੇ ਤੁਹਾਡੇ ਬੱਚਿਆਂ ਨੂੰ ਕਾਮਯਾਬ ਕਰਨ ਦੀ, ਬਸ਼ਰਤੇ ਕਿ ਉਹ ਕਾਮਯਾਬ ਹੋਣਾ ਚਾਹੁੰਦੇ ਆ ਉੱਧਰ ਜਾ ਕੇ, ਉਹ ਸਾਡੀਆਂ ਗਾਈਡਲਾਈਨ ਦੇ ਹਿਸਾਬ ਨਾਲ ਚੱਲਦੇ ਆ। ਅਸੀਂ ਤੁਹਾਡੇ ਬੱਚਿਆਂ ਨੂੰ ਭੇਜ ਕੇ ਉੱਧਰ ਪੂਰੇ ਟੌਪ ਤੇ, ਮਤਲਬ ਉਹ ਉਸ ਲੈਵਲ ਤੇ ਉਹਨਾਂ ਨੂੰ ਪਹੁੰਚਾਵਾਂਗੇ ਕਿ ਤੁਹਾਡਾ ਸਿਰ ਮਾਣ ਨਾਲ ਉੱਚਾ ਹੋਊਗਾ। ਸੋ ਤੁਹਾਡੇ ਜਿਹੜੇ ਕੀਲੇ 2 4 5 ਬਚੇ ਹੋਏ ਨੇ, ਜਿਹੜੇ ਹੈ ਜਿੰਨੀ ਤੁਹਾਡੀ ਕੋਲ ਪ੍ਰਾਪਰਟੀਆਂ, ਮੈਂ ਹਮੇਸ਼ਾ ਰਿੱਕੀ ਜੀ ਸਾਰੇ ਨਾ ਬੱਚਿਆਂ ਨੂੰ, ਮਾਂ ਪਿਓ ਨੂੰ ਮੈਂ ਇੱਕ ਪ੍ਰੋਮਿਸ ਕਰਕੇ ਭੇਜਦਾ ਕਿ ਬੱਚੇ ਅਗਰ ਮੇਰੇ ਥਰੂ ਗਏ ਨੇ ਤੁਹਾਡੇ, ਮਤਲਬ ਮੈਂ ਤੁਹਾਨੂੰ ਜ਼ਿੰਮੇਵਾਰੀ ਲੈਣਾ ਕਿ ਤੁਹਾਡੀ ਜ਼ਮੀਨ ਜਾਂ ਪ੍ਰਾਪਰਟੀ ਇਹਨਾਂ ਤੋਂ ਬਕਵਾਉਣ ਨਹੀਂ ਦਿੰਦਾ, ਜਿੰਨੀ ਛੱਡ ਕੇ ਛੱਲੇ ਨੇ ਉਨੀ ਰਹਿ ਜੂਗੀ ਤੁਹਾਡੀ। ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਇਹ ਹੁੰਦਾ ਸੀਗਾ ਕਿ ਮਾਂ ਪਿਓ ਬੱਚੇ ਨੂੰ ਕਹਿੰਦੇ ਸੀ ਵੀ ਪੁੱਤ ਤੂੰ ਧੀਏ ਤੂੰ ਬਾਹਰ ਜਾ ਰਹੇ ਆ, ਮੇਰੇ ਕੋਲ 20 ਕਿੱਲੇ ਤੂੰ 40 ਕਰਨੇ ਆ, ਬਿਲਕੁਲ ਤੂੰ ਮੈਨੂੰ ਵਧਾਉਣਾ ਹੈ। ਮੈਂ ਅੱਜ ਕਹਿੰਦਾ ਮਾਂ ਪਿਓ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਕਿ ਪੁੱਤ ਧੀ ਤੂੰ ਜਾ, ਪਰ ਜਿੰਨਾ ਸਾਡੇ ਕੋਲ ਹੈਗਾ ਇੰਨਾ ਰਹਿਣ ਦੀ, ਮਤਲਬ ਇਹ ਵੀ ਨਾ ਚੂਸ ਜੀ ਕਿਤੇ ਵੀ ਨਾ ਖਾ ਪੀ ਜਾਈ। ਹਾਲਾਤ ਇਦਾਂ ਦੇ ਨੇ, ਇਹ ਹਾਲਾਤ ਨੇ। ਕਿਉਂਕਿ ਉਧਰ ਪਹੁੰਚਦੇ ਸਾਰ ਸਤਿਆਨਾਸ਼ ਆ ਭੇਜਦੇ, ਡੈਡੀ ਆ ਭੇਜ, ਮੈਂ ਡੈਡੀ ਮੈਂ ਕਾਰ ਲੈਣੀ ਆ, ਡੈਡੀ ਮੈਂ ਸਕੂਟਰ ਸੌਰੀ ਮੈਂ ਘਰ ਲੈਣਾ ਵਾ, ਡੈਡੀ ਮੈਂ ਇੱਧਰ ਜਾਣਾ, ਉਹ ਮੰਗਾ ਕੇ ਪੈਸੇ ਡੈਡੀ ਮੰਮੀ ਦਾ ਕਰ ਦਿੰਦੇ ਸਤਿਆਨਾਸ਼ ਤੋਂ। ਅਸੀਂ ਜ਼ਿੰਮੇਵਾਰੀ ਲੈਣੇ ਜੀ ਰੈਫਲਸ ਐਡੂਸਿਟੀ ਚ, ਅਗਰ ਤੁਹਾਡੇ ਬੱਚੇ ਮੇਰੀ ਕੰਪਨੀ ਦੇ ਥਰੂ ਜਾਂਦੇ ਆ, ਕਾਮਯਾਬ ਹੋਣਗੇ ਉਹ। ਬਿਲਕੁਲ ਦੇਖੋ, ਇਸ ਮੰਚ ਦੇ ਉੱਪਰ ਐਡੀ ਵੱਡੀ ਗੱਲ ਕਹਿਣਾ ਕਿ ਅਸੀਂ ਰਿਸਪੌਂਸਿਬਿਲਟੀ ਲੈਂਦੇ ਆ ਤੁਹਾਡੇ ਬੱਚੇ ਦੀ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਮੰਚ ਦੇ ਉੱਪਰ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਰੈਫਲ ਐਜੂਸਿਟੀ ਆਉਂਦੇ ਹੋ ਨਾ, ਤਾਂ ਕਈ ਵਾਰੀ ਇਹ ਕਹਿੰਦੇ ਆ ਕਿ ਜੀ ਸਾਡੇ ਕੋਲ ਤਾਂ 2 ਰਿਫਿਊਜ਼ਲਾਂ ਲੱਗ ਚੁੱਕੀਆਂ ਜੀ, ਫਲਾਣੇ ਜਗ੍ਹਾ ਅਸੀਂ ਗਏ ਸੀ, ਉਹਨੇ ਇਦਾਂ ਕਰਤਾ। ਤੁਸੀਂ ਸ਼ੋਅ ਦੇਖ ਰਹੇ ਹੋ, ਆਪਣੇ ਬੱਚੇ ਤੁਹਾਡੇ ਆਪਣੇ ਨੇ, ਤੁਸੀਂ ਤਾਂ ਆਪ ਗਾਈਡ ਕਰਨਾ ਉਹਨਾਂ ਨੂੰ, ਬੱਚਿਆਂ ਨੂੰ ਸਮਝਾਓ, ਬੱਚੇ ਤੁਹਾਨੂੰ ਸਮਝਾਣਗੇ ਵਾਕਿਆ ਹੀ। ਇੱਕ ਵਾਰੀ ਜਾ ਕੇ ਤਾਂ ਦੇਖੋ, ਇੱਥੇ ਕਿਹੜਾ ਤੁਹਾਨੂੰ ਮਤਲਬ ਉਹਨਾਂ ਨੇ ਫੜ ਲੈਣਾ ਹੈ ਜਾਂ ਬਿਠਾ ਲੈਣਾ ਹੈ, ਤੁਸੀਂ ਇੱਕ ਵਾਰ ਡਿਸਕਸ ਤਾਂ ਕਰੋ ਕਿ ਵਾਕਿਆ ਜੀ ਮੇਰਾ ਬੱਚਾ ਜਾਣਾ ਚਾਹੁੰਦਾ ਹੈ। ਅਗਰ ਬੱਚਾ ਨਹੀਂ ਆ ਰਿਹਾ, ਤੁਸੀਂ ਆ ਜਾਓ, ਬੱਚੇ ਨੂੰ ਨਾਲ ਲੈ ਕੇ ਆਓ, ਤੁਸੀਂ ਇੱਕ ਵਾਰ ਡਿਸਕਸ ਤਾਂ ਕਰੋ ਕਿ ਬੱਚੇ ਨੇ ਜਾਣਾ ਕਿਹੜੀ ਕੰਟਰੀ ਹੈ, ਤੁਹਾਨੂੰ ਵੀ ਪਤਾ ਹੋਏ ਕਿ ਵਾਕਿਆ ਬੱਚਾ ਜਿਹੜਾ ਜੇ ਕਿਹੜੀ ਕੰਟਰੀ ਐਲੀਜੀਬਲ ਹੈ। ਕਿਉਂਕਿ ਅੱਜ ਦੀ ਡੇਟ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਐਡਸ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੀਆਂ ਹੁੰਦੀਆਂ ਨੇ, ਕਈ ਵਾਰੀ ਬੱਚੇ ਉਹ ਦੇਖ ਕੇ ਬਹਿਕ ਜਾਂਦੇ ਨੇ। ਮੈਂ ਬੱਚੇ ਦੀ ਗੱਲ ਕਿਉਂ ਕਰਾਂ, ਬੱਚੇ ਦੇ ਪੇਰੈਂਟਸ ਵੀ ਹੁੰਦੇ ਨੇ ਸੰਧੂ ਸਾਹਿਬ, ਉਹ ਵੀ ਬਹਿਕ ਜਾਂਦੇ ਨੇ, ਕਿਉਂਕਿ ਇਹੋ ਜਿਹੇ ਮਤਲਬ ਆਫਰ ਦਿੱਤੇ ਹੁੰਦੇ ਨੇ ਕਿ ਜੀ ਤੁਸੀਂ ਇੰਨੇ ਪੈਸੇ ਬਾਅਦ ਚ ਦੇਣੇ ਆ ਫਲਾਣਾ। ਅਗਰ ਮੈਂ ਯੂਕੇ ਦੀ ਗੱਲ ਕਰਾਂ ਸੰਧੂ ਸਾਹਿਬ, ਤਾਂ ਇਹਦੇ ਵਿੱਚ ਅਗਰ ਕਿਸੇ ਕੋਲ ਫੰਡਸ ਦੀ ਕਮੀ ਹੈ, ਮੰਨ ਕੇ ਚਲੋ ਉਹਨੇ ਕਿਸੇ ਨੇ ਫੈਮਿਲੀ ਲੈ ਕੇ ਜਾਣੀ ਹੈ ਤਾਂ 20-25 ਲੱਖ ਰੁਪਏ ਜਿਹੜਾ ਇੰਤਜ਼ਾਮ ਕਰਨਾ ਪੈਂਦਾ ਯੂਕੇ ਜਾਣ ਲਈ। ਅਗਰ ਕਿਸੇ ਕੋਲ ਫੰਡਸ ਦੀ ਕਮੀ ਹੈ, ਕਿਉਂਕਿ ਉੱਥੇ ਜਾ ਕੇ ਸਪਾਊਸ ਨੇ ਜਾਣਾ, ਉਹਨੇ ਕਮਾ ਲੈਣੇ ਆ, ਇਹ ਵੀ ਪਤਾ ਸਾਰਿਆਂ ਨੂੰ ਕਿ ਸਪਾਊਸ ਕਮਾਏਗਾ ਤਾਂ ਖਰਚਾ ਜਿਹੜਾ ਚੱਲ ਪੈਂਦਾ, ਕੋਈ ਇੰਨਾ ਬਹੁਤਾ ਜ਼ਿਆਦਾ ਲੋਡ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਲੇਕਿਨ ਅੱਜ ਦੀ ਡੇਟ 'ਚ ਕਿਸੇ ਕੋਲ ਫੰਡਸ ਦੇ ਘੱਟ ਨੇ ਤਾਂ ਯੂਕੇ ਦੇ ਵਿੱਚ ਕੀ ਮੈਂ ਜੁਗਾੜ ਕਹਾਂਗਾ ਇਸ ਚੀਜ਼ ਨੂੰ ਕਿ ਕੀ ਸਹਾਇਤਾ ਹੋ ਸਕਦੀ ਹੈ ਬੇਸਿਕਲੀ? ਹਾਂਜੀ, ਇਹ ਨਾ ਬੇਸਿਕਲੀ ਜੁਗਾੜ ਹੀ ਕਰਦੇ ਆ ਏਜੰਟ, ਬਟ ਮੈਂ ਤੁਹਾਨੂੰ ਓਵਰਆਲ ਜਾਂ ਇੱਕ ਲਾਈਨ ਦੇ ਵਿੱਚ 1 ਮਿੰਟ 'ਚ ਸਾਰਾ ਦੱਸ ਦਿੰਦਾ ਕਿ ਯੂਕੇ ਦੀ ਕੌਣ ਜਾ ਸਕਦਾ। ਯੂਕੇ 10+2 ਪਾਸ ਹੋ ਤੁਸੀਂ ਜਾ ਸਕਦੇ ਹੋ। ਆਈਲੈਟਸ ਦੇ ਵਿੱਚੋਂ 6 ਓਵਰਆਲ ਆ, 1 'ਚ 5.5 ਬੈਂਡ ਨੇ ਤਾਂ ਵੀ ਜਾ ਸਕਦੇ ਹੋ, 2 'ਚ 5.5 ਬੈਂਡ ਨੇ ਤਾਂ ਵੀ ਜਾ ਸਕਦੇ ਹੋ। ਪੀਟੀ ਕੀਤੀ ਹੋਈ ਆ ਤੁਸੀਂ 52 52 ਨੰਬਰ ਨੇ, ਮਿਨੀਮਮ 50 ਨੇ ਤਾਂ ਵੀ ਜਾ ਸਕਦੇ ਹੋ ਤੁਸੀਂ। ਤੁਹਾਡਾ ਗੈਪ 2 3 4 5 6 7 ਸਾਲ ਦਾ ਗੈਪ ਆ
10 ਸਾਲ ਦਾ ਗੈਪ ਤੱਕ ਆ, ਆਪਾਂ ਕੁਝ ਵੀ ਜਾਲੀ ਨਹੀਂ ਲਾਉਣਾ, ਕੁਝ ਵੀ ਗਲਤ ਨਹੀਂ ਕਰਨਾ, ਬਟ ਤੁਸੀਂ ਜਾ ਸਕਦੇ ਹੋ ਸਿਰਫ ਦੱਸ ਕੇ ਜਸਟੀਫਾਈ ਕਰਕੇ। ਤੁਹਾਡੇ ਕੋਲ ਫੰਡਸ ਹੈ ਨਹੀਂ, ਸਾਡੇ ਕੋਲ ਬੈਂਕ ਹੈਗੇ ਆ, ਬੈਂਕ ਤੁਹਾਨੂੰ ਬਿਨਾਂ ਕਿਸੇ ਗਰੰਟੀ ਤੋਂ ਤੁਹਾਡੇ ਫੰਡ ਸ਼ੋ ਕਰਨਗੇ, ਤੁਹਾਨੂੰ ਪੈਸਾ ਦੇਣਗੇ। ਸੋ ਅਗਰ ਤੁਸੀਂ ਮਤਲਬ ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੁਸੀਂ +2 ਪਾਸ ਹੋ, ਤੁਹਾਡੇ ਕੋਲ 6 ਬੈਂਡ ਆ, ਮਿਨੀਮਮ 5.5 ਬੈਂਡ ਹੈਗੇ ਆ, 1 ਚੋਂ 2 ਚੋਂ, ਜਾਂ ਤੁਹਾਡੇ ਕੋਲ ਪੀਟੀ ਹੈਗਾ, ਤੁਸੀਂ ਆ ਜਾਓ, ਤੁਸੀਂ ਗ੍ਰੈਜੂਏਟ ਹੋ, 6 ਬੈਂਡ ਨੇ, ਆ ਜਾਓ। ਕਿੰਨਾ ਵੀ ਗੈਪ ਆ, ਕੋਈ ਕੰਮ ਕਰਦੇ ਸੀ ਨਹੀਂ ਕਰਦੇ ਸੀਗੇ, ਕੋਈ ਪ੍ਰੋਬਲਮ ਨਹੀਂ ਆ, ਸਾਰਿਆਂ ਦਾ ਅੱਜ ਵੀਜ਼ਾ ਲੱਗ ਰਿਹਾ UK। ਬਟ ਬਾਰ-ਬਾਰ ਇਹ ਕਹਿਣਾ ਕਿ ਜ਼ਿਆਦਾ ਦੇਰ ਨਹੀਂ ਆ, ਸੋ ਇਸ ਤੋਂ ਬੈਟਰ ਕਿ ਕੈਨੇਡਾ ਦੀ ਝਾਕ ਦੇ ਵਿੱਚ ਬੈਠੇ ਰਹੋ, ਕੈਨੇਡਾ 'ਚ 6-8 ਮਹੀਨੇ ਵੇਟ ਕਰਦੇ ਰਹੋ, ਕੈਨੇਡਾ ਦਾ ਲੱਗੇ ਨਾ UK ਵੀ ਰਹਿ ਜਾਵੇ। ਅੱਜ ਦੇ ਟਾਈਮ ਦੇ ਵਿੱਚ ਇੰਗਲੈਂਡ UK ਹਰ ਕੋਈ ਜਾ ਸਕਦਾ, ਤੁਹਾਡੀ ਜਿਹੋ ਜਿਹੀ ਵੀ ਪ੍ਰੋਫਾਈਲ ਆ, ਇੱਕ ਵਾਰ ਜ਼ਰੂਰ ਆ ਕੇ ਮਿਲੋ, ਬਹੁਤ ਗੋਲਡਨ ਓਪਰਚੁਨਿਟੀ ਆ। ਬਿਨਾ ਮਤਲਬ ਖੱਜਲ ਖੁਆਰ ਹੋਏ, ਬਿਨਾ ਜ਼ਿਆਦਾ ਪੈਸਾ ਖਰਾਬ ਕੀਤੇ, ਸਹੀ ਤਰੀਕੇ ਨਾਲ UK ਜਾਣਾ ਚਾਹੁੰਦੇ ਹੋ, ਰੈਫਲਸ ਐਡੂਸਿਟੀ ਦੇ ਦਰਵਾਜ਼ੇ ਖੁੱਲੇ ਨੇ ਚੰਡੀਗੜ੍ਹ ਦਫ਼ਤਰ 'ਚ। ਇੱਕ ਵਾਰ ਸਾਡੀ ਟੀਮ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਬੜੀ ਦੇਰ ਦੀ ਉਹਨੇ ਕਾਲ ਹੋਲਡ ਹੈ। ਅੱਜ ਤਾਂ ਵੈਸੇ ਵੀ ਸੰਧੂ ਸਾਹਿਬ ਮੈਂ ਕਾਲ ਲੈ ਨਹੀਂ ਪਾਇਆ, ਕਿਉਂਕਿ ਮੈਂ ਟੌਪਿਕ ਇੰਨਾ ਵਧੀਆ ਸੀਗਾ ਔਰ ਮੈਂ ਬਾਰ-ਬਾਰ ਕਾਲ ਕੱਟੀ ਜਾ ਰਿਹਾ, ਮੈਨੂੰ ਲੱਗਦਾ ਕਿ ਮੈਂ ਅੱਜ ਜ਼ਿਆਦਾ ਨਹੀਂ ਹੋਣਾ ਤਾਂ ਵੀ 500 ਬੰਦੇ ਦੀ ਜਿਹੜੀ ਕਾਲ ਹੈ ਉਹ ਕੱਟ ਦਿੱਤੀ ਹੋਣੀ ਹੈ, ਬਾਰ-ਬਾਰ ਕਾਲ ਜਿਹਨਾਂ ਦੀ ਆ ਰਹੀ ਸੀਗੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ ਤੁਸੀਂ? ਸਰ ਮੈਂ ਬਠਿੰਡਾ ਤੋਂ ਗੱਲ ਕਰ ਰਹੀ ਹਾਂ। ਹਾਂਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ ਹਾਂਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਐਕਚੁਅਲੀ ਮੈਂ ਨਾ 2019 ਪਾਸ ਆਊਟ ਆ, ਮੈਂ ਆਪਣੀ +2 ਕੀਤੀ ਹੈ 2019 ਦੇ ਵਿੱਚ ਨਾ ਜੀ, ਤੇ ਮੈਂ ਆਪਣਾ TT ਦਾ ਐਗਜ਼ਾਮ ਦਿੱਤਾ ਹੈ। TT ਦੇ ਵਿੱਚ ਮੇਰੇ 62 ਓਵਰਆਲ ਆਏ ਨੇ ਤੇ 58 ਹੈ ਇੱਕ ਮੋਡਿਊਲ ਚੋਂ। ਇੱਕ ਮਿੰਟ 58 ਤੇ ਮੈਨੂੰ UK ਦਾ ਜੈਨ ਇਨਟੇਕ ਚਾਹੀਦਾ ਹੈ, ਕਿ ਉਹ ਪੋਸੀਬਲ ਹੈ, ਮਿਲ ਸਕਦਾ ਹੈ ਜੈਨ ਇਨਟੇਕ? 2019 ਤੁਸੀਂ +2 ਪਾਸ ਆਊਟ, ਕਿਹੜੇ ਸਟਰੀਮ ਚ +2 ਕੀਤੀ ਤੁਸੀਂ? ਕਾਮਰਸ ਕੀਤੀ ਹੈ। ਕਾਮਰਸ ਚ ਕੀਤੀ ਹੈ, ਠੀਕ ਹੈ ਜੀ। ਆਨਸਰ ਸੁਣੋ। ਜਨਵਰੀ, ਹਾਂਜੀ ਜਨਵਰੀ ਓਪਨ ਹੈ ਜੀ, ਹੁਣ ਪਹਿਲਾ ਇਨਟੇਕ ਜਨਵਰੀ ਆਊਗਾ ਜੀ, ਇਸ ਤੋਂ ਬਾਅਦ ਕੈਨੇਡਾ ਵਾਲੇ ਹੀ ਨੇ, ਇਸ ਤੋਂ ਬਾਅਦ ਮਈ ਆਊਗਾ, ਉਸ ਤੋਂ ਬਾਅਦ ਫਿਰ ਸਪਟੈਂਬਰ ਆਊਗਾ। ਸੋ ਤੁਹਾਡੇ ਕੋਲ ਜਨਵਰੀ ਇਨਟੇਕ ਹੈ। ਇਹਨਾਂ ਨੇ UK ਜਾਣਾ ਸੰਧੂ ਸਾਹਿਬ, ਇਹ ਜਾ ਸਕਦੇ ਆ ਜੀ। UK ਸਿਰਫ ਸੇਮ ਕੈਨੇਡਾ ਵਾਲੇ ਇਨਟੇਕ ਨੇ, ਜਨਵਰੀ, ਮਈ ਤੇ ਸਪਟੈਂਬਰ। ਜਨਵਰੀ ਤੁਸੀਂ ਉਹਦੇ ਸਪਟੈਂਬਰ ਤੇ 1 ਨਵੰਬਰ ਚ ਵੀ ਥੋੜੇ ਬਹੁਤੇ ਕਈ ਬੱਚੇ ਜਾ ਸਕਦੇ ਆ। ਹਾਂਜੀ ਬਿਲਕੁਲ, ਬਹੁਤ ਵਧੀਆ ਪ੍ਰੋਫਾਈਲ ਹੈ ਜੀ। 19 ਪਾਸ ਆਊਟ, ਜਿਹੜੇ 21 ਤੋਂ ਪਹਿਲਾਂ ਜਾਂ 20 ਤੋਂ ਪਹਿਲਾਂ ਵਾਲੇ ਜਿੰਨੇ ਵੀ ਪਾਸ ਆਊਟ ਨੇ, 21 ਤੋਂ ਪਹਿਲਾਂ ਜਿਨ੍ਹਾਂ ਨੂੰ ਆਸਟ੍ਰੇਲੀਆ ਕੈਨੇਡਾ ਨਹੀਂ ਲੈਂਦਾ, ਉਹਨਾਂ ਨੂੰ UK ਐਕਸੈਪਟ ਕਰਦਾ ਜੀ। ਬਿਲਕੁਲ, ਦੇਖੋ ਹੁਣ ਜਿਹੜੇ ਕਾਲ ਕਰ ਰਹੇ ਸੀਗੇ ਉਹ ਸੰਧੂ ਸਾਹਿਬ ਨਾਰਾਜ਼ ਵੀ ਹੋਣਗੇ, ਕਿਉਂਕਿ ਉਹਨਾਂ ਦੀ ਕਾਲ ਲੱਗਦੀ ਨਹੀਂ ਹੈ, ਤੇ ਬਹੁਤ ਸਾਰੇ ਲਾਂਗੇ ਜੀ, ਅਸੀਂ ਸਾਰਿਆਂ ਨੂੰ ਕਾਲ ਬੈਕ ਕਰ ਲਾਂਗੇ। ਹਾਂ, ਤੇ ਇਸ ਕਰਕੇ ਤੁਸੀਂ ਘਬਰਾਣਾ ਨਹੀਂ ਹੈ ਕਿ ਕਾਲ ਤੁਹਾਡੀ ਲੱਗੀ ਨਹੀਂ ਹੈ ਜਾਂ ਕਾਲ ਨਹੀਂ ਪਿਕ ਕੀਤੀ ਹੈ, ਤੁਹਾਨੂੰ ਬਾਅਦ ਦੇ ਵਿੱਚ ਕਾਲ ਆਏਗੀ, ਉਹ ਤੁਸੀਂ ਰਿਸੀਵ ਕਰਨੀ ਹੈ, ਔਰ ਉਹਨਾਂ ਨਾਲ ਵੀ ਤੁਸੀਂ ਆਪਣੀ ਜਿਹੜੀ ਸਾਰੀਆਂ ਗੱਲਾਂ ਡਿਸਕਸ ਕਰ ਸਕਦੇ ਹੋ। ਔਰ ਕਈ ਲੋਕੀ ਬਾਰ-ਬਾਰ ਲਾਮਾ ਦਿੰਦੇ ਨੇ ਕਿ ਜੀ ਮੈਂ ਆਪਾਂ ਸੰਧੂ ਸਾਹਿਬ ਦੇ ਨਾਲ ਗੱਲ ਕਰਨੀ ਹੈ, ਸੰਧੂ ਸਾਹਿਬ ਮੇਰੇ ਸੈਮੀਨਾਰ ਹੁੰਦੇ ਰਹਿੰਦੇ ਨੇ ਜੀ, ਤੁਸੀਂ ਇਹ ਸ਼ੋਅ ਦੇਖਦੇ ਰਿਹਾ ਕਰੋ, ਤੁਸੀਂ ਮੈਨੂੰ ਮਿਲ ਸਕਦੇ ਹੋ ਆ ਕੇ। ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਹੈਗੇ ਨੇ, ਸੋਸ਼ਲ ਮੀਡੀਆ ਪੇਜ ਵੀ ਹੈਗੇ ਨੇ, ਉੱਥੇ ਵੀ YouTube ਚੈਨਲ ਹੈਗਾ, ਉੱਥੇ ਤੁਸੀਂ ਜਾ ਕੇ ਇਹਨਾਂ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ, ਆਪਣਾ ਮੈਸੇਜ ਉੱਥੇ ਡ੍ਰੌਪ ਕਰ ਸਕਦੇ ਹੋ, ਆਪਣਾ ਨੰਬਰ ਉੱਥੇ ਛੱਡ ਸਕਦੇ ਹੋ, ਤਾਂ ਕਿ ਤੁਹਾਨੂੰ ਉਸੇ ਨੰਬਰ ਦੇ ਉੱਪਰ ਕਾਲ ਬੈਕ ਆ ਜਾਏਗੀ। ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਮੈਨੂੰ ਤੇ ਸੰਧੂ ਸਾਹਿਬ ਨੂੰ ਦਿਓ ਇਜਾਜ਼ਤ, ਧੰਨਵਾਦ ਜੀ। ਬੈਠਦੇ ਆ ਤਾਂ ਕੁਝ ਨਵੀਂ ਹੀ ਜਿਹੜੀ ਹੈ ਸਾਡੇ ਕੋਲ ਐਕਸਪੀਰੀਅੰਸ ਜਿਹੜੇ ਆ ਬੱਚਿਆਂ ਦੇ, ਅਸੀਂ ਜਿਹੜੇ ਦੇਖਦੇ ਆ, ਜਿਹੜੇ ਬੱਚੇ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ, ਉਹਨਾਂ ਦੀ ਕਈ ਤਰ੍ਹਾਂ ਦੀ ਜਿਹੜੀਆਂ ਸਟੋਰੀਆਂ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਨੂੰ ਜਿਹੜੇ ਅਸੀਂ ਤੁਹਾਡੇ ਮੂੰਹ ਸੁਣਦੇ ਆ, ਉਹਨਾਂ ਨੂੰ ਮਿਲਦੇ ਵੀ ਆ ਬੱਚਿਆਂ ਨੂੰ। ਕਈ ਵਾਰ ਅਸੀਂ ਦੇਖਦੇ ਹੁੰਦੇ ਆ ਕਿ ਇਹੋ ਜਿਹੇ ਕਪਲਸ ਹੁੰਦੇ ਨੇ ਜਿਹੜੇ ਕਿ 4-5 ਜਗ੍ਹਾ ਜਾ ਚੁੱਕੇ ਹੁੰਦੇ ਨੇ, ਔਰ ਕਹਿੰਦੇ ਨੇ ਹਤਾਸ਼ ਹੋ ਚੁੱਕੇ ਹੁੰਦੇ ਨੇ, ਉਹਨਾਂ ਨੂੰ ਕੋਈ ਰਸਤਾ ਨਹੀਂ ਸਮਝ ਆਉਂਦਾ ਕਿ ਹੁਣ ਕਰੀਏ ਕਿਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਹੋ ਜਿਹੀਆਂ ਐਡਸ ਬਿਲਕੁਲ ਭਰੀਆਂ ਪਈਆਂ ਨੇ, ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਕੈਨੇਡਾ ਵੀ ਸਪੋਜ਼ ਦੇ ਨਾਲ ਜਾਓ ਜੀ, ਜਿਹੜੀ ਮਰਜ਼ੀ ਕੰਟਰੀ ਤੁਸੀਂ ਜਾਣਾ ਸਪੋਜ਼ ਪਹਿਲੇ ਦਿਨ ਤੋਂ ਨਾਲ ਜਾਓ ਜੀ। ਤੁਸੀਂ ਮਾੜਾ ਜਿਹਾ ਇਸ ਸ਼ੋਅ ਦੇ ਵਿੱਚ ਸਪੋਜ਼ ਬਾਰੇ ਆਪਾਂ ਗੱਲ ਸ਼ੁਰੂ ਕੀਤੀ ਹੈ, ਤਾਂ ਸਪੋਜ਼ ਦੇ ਬਾਰੇ ਚਾਨਣਾ ਪਾਓ ਕਿ ਕਿਹੜੀ ਕੰਟਰੀ ਸਪੋਜ਼ ਜਾ ਸਕਦਾ ਹੈ, ਖਾਸ ਕਰਕੇ ਮੈਂ ਕਹਾਂਗਾ ਕੈਨੇਡਾ ਸਪੋਜ਼ ਕਦੋਂ ਜਾ ਸਕਦਾ ਹੈ। ਹਾਂਜੀ, ਸੋ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਰਿੱਕੀ ਜੀ ਨੇ ਗੱਲ ਕੀਤੀ ਆ, ਰੈਫਲਸ ਐਡੂਸਿਟੀ ਵਿਲੱਖਣ ਕਿਉਂ ਆ। ਰੈਫਲਸ ਐਡੂਸਿਟੀ ਦਾ ਇੱਕ ਇਤਿਹਾਸ ਆ ਜੀ, 15 ਸਾਲ ਹੋ ਗਏ ਸਾਨੂੰ, ਅਸੀਂ ਕੈਨੇਡਾ ਤੋਂ ਵਾਪਸ ਆਏ ਹਾਂ। ਸਾਡੀ ਕੈਨੇਡਾ ਦੇ ਵਿੱਚ ਆਪਣੀ ਲਾਅ ਫਰਮ ਆ, ਕੈਨੇਡਾ 'ਚ ਸਾਡੇ ਆਪਣੇ ਇਮੀਗ੍ਰੇਸ਼ਨ ਲਾਇਰ ਨੇ। ਸਾਡਾ ਰੈਫਲਸ ਐਡੂਸਿਟੀ ਕੰਪਨੀ ਇੰਡੀਆ ਦੇ ਵਿੱਚ ਆ, ਰੈਫਲਸ ਐਡੂਸਿਟੀ ਹੀ ਕੰਪਨੀ ਸਾਡੀ ਕੈਨੇਡਾ ਦੇ ਵਿੱਚ ਆ, ਸੇਮ ਨਾਮ ਤੋਂ ਅਸੀਂ ਕੈਨੇਡਾ ਦੇ ਵਿੱਚ ਆਪਣੀ ਕੰਪਨੀ ਚਲਾ ਰਹੇ ਹਾਂ। ਸੋ ਕੰਪਨੀ ਇਨਕੋਰਪੋਰੇਟਡ ਹੈ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਸੋ ਰੈਫਲਸ ਐਡੂਸਿਟੀ ਦਾ ਜਿਹੜਾ ਮੇਨ ਏਮ ਰਿਹਾ ਵਾ ਜੀ, ਜਿਹੜਾ ਮੋਟਿਵ ਰਿਹਾ, ਉਹ ਕਦੇ ਵੀ ਪੈਸਾ ਕਮਾਉਣਾ ਨਹੀਂ ਰਿਹਾ। ਮੈਂ ਗਾਈਡ ਕਰਦਾ ਹਾਂ ਲੋਕਾਂ ਨੂੰ, ਤੁਸੀਂ ਮੇਰੇ ਜਿੰਨੇ ਵੀ ਸ਼ੋਅ ਦੇਖੋਗੇ YouTube ਤੇ, ਅਗਰ ਤੁਸੀਂ ਰੈਫਲਸ ਐਡੂਸਿਟੀ ਪਾਓਗੇ ਜਾਂ ਸਵਰਨ ਸਿੰਘ ਸੰਧੂ ਪਾਓਗੇ, ਤੁਹਾਨੂੰ 250-300 ਮੇਰੇ ਸ਼ੋਅਜ਼ ਮਿਲ ਜਾਣਗੇ। ਕਿਸੇ ਇੱਕ ਸ਼ੋਅ ਦੇ ਵਿੱਚ ਮੈਂ ਕਿਹਾ ਹੋਵੇ ਮੇਰੇ ਕੋਲ ਆ ਜਾਓ, ਮੈਂ ਆਹ ਕਰ ਦਿੰਨਾ, ਮੈਂ ਉਹ ਕਰ ਦਿੰਨਾ, ਮੈਂ ਅਸਮਾਨ ਥੱਲੇ ਤਾਰ ਦਿੰਨਾ, ਮੈਂ ਧਰਤੀ ਉੱਪਰ ਕਰ ਦਿੰਨਾ, ਮੈਂ 5.5 ਤੇ ਇੰਨੇ ਲਵਾਤੇ, ਮੈਂ ਇੰਨੇ ਗੈਪ 'ਚ ਲਵਾਤੇ, ਇਹ ਸਾਰਾ ਕੁਛ ਨਾ ਬਲਫ ਆ, ਇਹ ਤੁਹਾਨੂੰ ਮਿਸ ਗਾਈਡ ਕਰਨ ਵਾਲੀਆਂ ਗੱਲਾਂ ਨੇ।
ਕਿ ਤੁਹਾਨੂੰ ਸਬਜ਼ ਬਾਗ ਦਿਖਾਉਣ ਵਾਲੇ ਨੇ। ਮਤਲਬ ਦੇਖੋ ਹੁੰਦਾ ਕੀ ਆ ਬੇਸਿਕਲੀ ਕਿ ਜਦੋਂ ਤੱਕ ਤੁਹਾਨੂੰ ਕੋਈ ਸਬਜ਼ ਬਾਗ ਨਹੀਂ ਦਿਖਾਉਂਦਾ ਤੁਹਾਨੂੰ ਲੱਗਦਾ ਵੀ ਇਹ ਬੰਦਾ ਸੱਚ ਨਹੀਂ ਬੋਲਦਾ, ਇਹ ਸਹੀ ਨਹੀਂ ਗੱਲ ਕਰਦਾ, ਕਿਉਂਕਿ ਇਹ ਜਾਦੂਗਰ ਨੇ ਜਿਹੜੇ ਇੱਥੇ ਬੈਠਦੇ ਨੇ, ਇਹਨਾਂ ਟ੍ਰਿਕ ਮਾਰਦੇ ਨੇ। ਸਾਨੂੰ ਪਤਾ ਹੁੰਦਾ ਵੀ ਜਿਹੜਾ ਜਾਦੂਗਰ ਆ ਇਹ ਕੁੜੀ ਨੂੰ ਵਿਚਾਲੋਂ ਵੱਢ ਕੇ ਫਿਰ ਜੋੜ ਦਿੰਦਾ, ਸਾਨੂੰ ਪਤਾ ਹੁੰਦਾ ਵੀ ਇਹ ਹੁੰਦਾ ਨਹੀਂ, ਫਿਰ ਵੀ ਸਾਡਾ ਸਬਕੌਂਸ਼ੀਅਸ ਮਾਈਂਡ ਜਾਂ ਅਸੀਂ ਸਮਝ ਜਾਂਦੇ ਵੀ ਹਾਂ ਇਹ ਕੀਤਾ ਇਹਨੇ, ਬਿਲਕੁਲ ਵੀ ਇਹਨੇ ਇਹ ਵੱਢਿਆ, ਇਹਨੇ ਆ 2 ਕਰਤੇ, ਇਹਨੇ ਆ 4 ਕਰਤੇ, ਵੀ ਜੇ ਉਹ 1 ਦੇ 2 ਜੇ 4 ਦੇ 8 ਕਬੂਤਰ ਬਣਾ ਸਕਦਾ ਹੁੰਦਾ ਫਿਰ ਤਾਂ ਉਹ 4 ਦੀਆਂ 2-2000 ਵਾਲੀਆਂ 8 ਗੱਦੀਆਂ ਵੀ ਬਣਾ ਸਕਦਾ ਹੁੰਦਾ, ਕਿ 8 ਦੀਆਂ 2000 ਗੱਦੀਆਂ। ਫਿਰ ਉਹਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਸਾਹਮਣੇ ਵਿਚਾਰਾ 10-10 ਰੁਪਏ ਦੀ ਟਿਕਟ ਵੇਚ ਕੇ 20-20 ਰੁਪਏ ਦੀ ਜਾਦੂ ਤਾਂ ਨਾ ਦਿਖਾਉਂਦਾ। ਸੋ ਇਹ ਜਾਦੂਗਰ ਨੇ ਜਿਹੜੇ ਬੈਠੇ ਨੇ ਟ੍ਰਿਕ ਦਿਖਾਉਂਦੇ ਆ ਤੁਹਾਨੂੰ, ਇਹ ਸਬਜ਼ ਬਾਗ ਦਿਖਾਉਂਦੇ ਆ। ਸੋ ਤੁਸੀਂ ਬਚਣਾ ਇਹਨਾਂ ਲੋਕਾਂ ਤੋਂ ਜਿਹੜੇ ਅੱਜ ਸਾਡਾ ਜਿਹੜਾ ਸ਼ੋਅ ਆ ਉਹ ਕਾਫੀ ਇੰਪੋਰਟੈਂਟ ਟੌਪਿਕ ਉਹਦੇ ਤੇ ਕਵਰ ਹੋਣੇ ਆ, ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਕੰਮ ਆ ਤੁਹਾਡੇ ਲਈ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਣਾ ਇਹ ਆ। ਸੋ ਅਸੀਂ ਹਮੇਸ਼ਾ, ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਆ ਮੈਂ ਤੁਹਾਨੂੰ ਉਹ ਗੱਲਾਂ ਦੱਸਾਂ ਜਿਹੜੀਆਂ ਬਾਕੀ ਦੁਨੀਆ ਭਰ ਦੇ, ਕੀ ਪੰਜਾਬ ਦਾ ਇੱਕ ਏਜੰਟ ਤੁਹਾਨੂੰ ਉਹ ਗੱਲ ਨਹੀਂ ਦੱਸਦਾ। ਓਰੀਐਂਟੇਸ਼ਨ ਪ੍ਰੋਗਰਾਮ ਸੀਗਾ ਜੀ ਅੰਮ੍ਰਿਤਸਰ ਦੇ ਵਿੱਚ, 15 ਲੋਕਾਂ ਨੂੰ ਵੀਜ਼ਾ ਵੰਡਿਆ, ਮੈਂ ਸ਼ੁਰੂ ਕੀਤਾ ਸੀਗਾ ਇਹ ਓਰੀਐਂਟੇਸ਼ਨ ਪ੍ਰੋਗਰਾਮ। 400 ਵੀਜ਼ਾਸ ਇਕੱਠੇ ਵੰਡਦੇ ਰਹੇ ਆ ਲੋਕਾਂ ਨੂੰ, 8-8 ਘੰਟੇ ਦਾ ਮੈਂ ਲੈਕਚਰ ਦੇ ਕੇ ਬੱਚਿਆਂ ਨੂੰ ਦੱਸਦਾ ਕੀ ਨਹੀਂ ਕਰਨਾ, ਕੈਨੇਡਾ 'ਚ ਜਾ ਕੇ ਕੀ ਕਰਨਾ, ਇੱਕ ਹਾਲਾਤ ਦੀ ਮੈਂ ਉਹਨਾਂ ਨੂੰ ਉੱਥੋਂ ਦੀ ਜਾਣਕਾਰੀ ਦੱਸਾਂ, ਕਿਹੜੀ ਵਜ੍ਹਾ ਨਾਲ ਉੱਥੇ ਤੁਸੀਂ ਪ੍ਰੋਬਲਮ 'ਚ ਫਸ ਸਕਦੇ ਹੋ। ਸਭ ਤੋਂ ਜ਼ਰੂਰੀ ਇਹ ਆ। ਸੋ ਜਿਹੜਾ ਹੁਣ ਕੁਐਸਚਨ ਹੈ ਜੀ ਸਪਾਊਸ ਦਾ, ਉਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਜੀ ਕਿ ਅੱਜ ਦੇ ਜੋ ਹਾਲਾਤ ਚੱਲ ਰਹੇ ਨੇ, ਪਹਿਲੀ ਤਾਂ ਮੇਰੀ ਗੱਲ ਤਾਂ ਕੌੜੀ ਹੈ ਜੀ, ਤੁਹਾਨੂੰ ਲੱਗਣੀ ਵੀ ਆ ਉਹਨਾਂ ਲੋਕਾਂ ਨੂੰ, ਬਟ ਮੈਂ ਫਿਰ ਵੀ ਇਹ ਕਹਿਣਾ ਚਾਹੁੰਦਾ, ਮੇਰੀ ਹੱਥ ਜੋੜ ਕੇ ਬੇਨਤੀ, ਜੁਗੋ ਜੁਗੋ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਜਿਨ੍ਹਾਂ ਨੂੰ ਅਸੀਂ ਜਾਗਦੀ ਜੋਤ ਮੰਨਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਝੂਠੇ ਵਿਆਹ ਕਰਨਾ। ਪਹਿਲਾਂ ਅਸੀਂ ਪਤਾ ਨਹੀਂ ਇਹ ਜਿਹੜੇ ਕੁਕਰਮ ਅਸੀਂ ਕਰ ਰਹੇ ਆ, ਇਹਦੇ ਪਾਪ ਜਿਹੜਾ ਅਸੀਂ ਕੀਤਾ ਇਹ ਸਾਨੂੰ ਭੁਗਤਣਾ ਕਦੋਂ ਪੈਣਾ ਵਾ, ਤੁਹਾਨੂੰ ਭੁਗਤਣਾ ਪੈਣਾ ਸਾਰਿਆਂ ਨੂੰ। ਜਿਹੜੇ ਮਹਾਰਾਜ ਦੇਖੋ ਸਾਡੇ ਲਈ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਔਰ ਉਹਨਾਂ ਦੀ ਹਾਜ਼ਰੀ 'ਚ ਬੈਠ ਕੇ ਅਸੀਂ ਝੂਠਾ ਵਿਆਹ ਅਗਰ ਕਰ ਰਹੇ ਆ, ਇਹ ਕਿਸੇ ਨਾ ਕਿਸੇ ਦਿਨ ਭੁਗਤਣਾ ਤਾਂ ਤੁਹਾਨੂੰ ਪੈਣਾ ਹੀ ਆ, ਭੁਗਤਣਾ ਹੀ ਇੱਥੇ ਹੀ ਪੈਣਾ, ਇੱਥੇ ਹੀ ਭੁਗਤਣਾ ਪੈਣਾ ਇਸੇ ਲਾਈਫ ਦੇ ਵਿੱਚ, ਤੇ ਜਦੋਂ ਮਰਜ਼ੀ ਭੁਗਤ ਲਿਓ। ਪਹਿਲੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ। ਦੂਜਾ, ਜਿਹੜੇ ਉੱਥੋਂ ਦੇ ਵਜ਼ੀਰ ਨੇ, ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਜਦੋਂ ਤੁਸੀਂ ਉਹਨਾਂ ਕੋਲੋਂ ਵਿਆਹ ਅੱਜ ਕਰਕੇ ਮਹੀਨੇ ਬਾਅਦ ਦੀ ਡੇਟ ਜਾਂ ਮਹੀਨੇ ਪਹਿਲਾਂ ਦੀ ਤਰੀਕ ਪਵਾਉਂਦੇ ਹੋ, ਇਹਦਾ ਵੀ ਦੇਣਾ ਤੁਹਾਨੂੰ ਵੀ ਦੇਣਾ ਪੈਣਾ, ਉਸ ਵਜ਼ੀਰ ਨੂੰ ਵੀ ਦੇਣਾ ਪੈਣਾ ਜਿਹੜਾ ਗੁਰੂ ਸਾਹਿਬ ਦੀ ਤਾਬੇ 'ਚ ਬੈਠ ਕੇ ਗਲਤ ਤੁਹਾਨੂੰ ਲਿਖ ਕੇ ਦਿੰਦਾ। ਮੈਂ ਤਾਂ ਦੱਸ ਰਿਹਾ, ਮੇਰੇ ਕੋਲ ਆਉਂਦੇ ਆ, ਕਹੇ ਕੋਈ ਗੱਲ ਨਹੀਂ ਜੀ, ਉਹ ਅਸੀਂ ਮੈਰਿਜ ਦੀ ਡੇਟ ਅੱਗੇ ਕਰਾ ਲਾਂਗੇ, ਮਹੀਨਾ ਮੈਰਿਜ ਦੀ ਡੇਟ ਬਾਅਦ ਚੋਂ ਕਰਾ ਲਾਂਗੇ, ਮੈਰਿਜ ਵੀ ਗਲਤ, ਡੇਟ ਵੀ ਗਲਤ। ਸੋ ਇਹ ਕੰਮ ਆਪਾਂ ਨਾ ਕਰੀਏ ਤਾਂ ਚੰਗਾ, ਪਰ ਫਿਰ ਵੀ ਅਸੀਂ ਹਟਣਾ ਨਹੀਂ, ਕਿਉਂਕਿ ਅਸੀਂ ਹੁਣ ਅੱਜ ਕੱਲ੍ਹ ਨਾਸਤਿਕ ਹੋ ਚੁੱਕੇ ਹਾਂ। ਰੱਬ ਨੂੰ ਇਹਨਾਂ ਚੀਜ਼ਾਂ ਅਸੀਂ ਕਹਿੰਦੇ ਜੀ ਮਹਾਰਾਜ ਜਾਣਦੇ ਹੀ ਆ, ਅਸੀਂ ਤਾਂ ਆਪਣੇ ਬੱਚੇ ਦੇ ਭਲੇ ਲਈ ਕਰ ਰਹੇ ਹਾਂ। ਤੁਸੀਂ ਠੀਕ ਹੈ, ਤੁਸੀਂ ਆਪਣੇ ਬੱਚੇ ਦੇ ਜਿਹੜਾ ਭਲਾ ਕਰਨ ਲੱਗੇ ਹੋ, ਉਹ ਭਲਾਈ ਦੇ ਮੇਰੇ ਕੋਲ 100 ਕੇਸ ਆਏ ਹੋਏ ਆ ਘੱਟੋ ਘੱਟ, ਕੇ ਕੁੜੀਆਂ ਚਲੀਆਂ ਗਈਆਂ ਤੇ ਬੱਚਿਆਂ ਨੂੰ ਨਹੀਂ ਬੁਲਾ ਰਹੀਆਂ। ਚਲੋ ਹੁਣ ਅੱਜ ਕੱਲ ਇੱਕ ਨਵਾਂ ਕੰਮ ਤੁਸੀਂ ਸ਼ੁਰੂ ਕੀਤਾ ਕਿ ਤੁਸੀਂ ਜੀ ਕੁੜੀ ਵਾਲਿਆਂ ਦੀ ਘਰ, ਉਹਨਾਂ ਦੀ ਜ਼ਮੀਨ, ਉਹਨਾਂ ਦਾ ਕੋਈ ਪਲਾਟ ਆਪਣੇ ਨਾਮ ਕਰਾ ਲੈਂਦੇ ਹੋ, ਕਰਾ ਤਾਂ ਲੈਂਦੇ ਹੋ, ਜਦੋਂ ਤੁਸੀਂ ਉਹਨੂੰ ਲੜਨਾ ਪਿਆ, ਜਦੋਂ ਕੋਰਟ 'ਚ ਜਾਣਾ ਪਿਆ, ਇਹ ਜਿਹੜੀਆਂ ਪ੍ਰੋਬਲਮਸ ਆਉਣਗੀਆਂ ਇਹਨਾਂ ਦਾ ਤੁਹਾਨੂੰ ਆਪ ਹੀ ਇਹਦੇ ਨਾਲ ਨਿਪਟਣਾ ਪੈਣਾ। ਬਿਲਕੁਲ। ਸੋ ਸਪਾਊਸ ਦੀ ਗੱਲ ਰਿੱਕੀ ਭਾਜੀ ਨੇ ਜਿਹੜੀ ਗੱਲ ਪੁੱਛੀ ਆ, ਕਿਹੜੀ ਕੰਟਰੀ ਜਾ ਸਕਦਾ, ਮੈਂ ਥੋੜਾ ਜਿਹਾ ਪਹਿਲਾਂ ਭੂਮਿਕਾ ਮੈਂ ਦੱਸਦਾ ਕਿ ਗਲਤ ਵਾਲਾ ਕਿਸੇ 'ਚ ਵੀ ਨਹੀਂ ਜਾਣਾ ਚਾਹੀਦਾ, ਜਾ ਨਹੀਂ ਸਕਦਾ, ਪਰ ਜੇ ਤੁਸੀਂ ਇਸ ਸਾਰੇ ਝੰਜੜ ਤੋਂ ਬਚਣਾ ਚਾਹੁੰਦੇ ਹੋ ਤਾਂ ਸਿੱਧਾ ਸਪਾਊਸ ਵੀਜ਼ਾ ਦੋਨਾਂ ਨੂੰ ਇਕੱਠੇ ਭੇਜੋ, ਉਹ ਜਾ ਸਕਦੇ ਇੰਗਲੈਂਡ, ਦੋਨੋਂ ਪਹਿਲੇ ਦਿਨ ਤੋਂ ਯੂਕੇ ਇਕੱਠੇ ਜਾ ਸਕਦੇ ਆ। ਸੋ ਉਸ ਤੋਂ ਇਲਾਵਾ ਜਿਹੜੇ ਦੂਸਰੀ ਕੰਟਰੀ ਆ ਉਹ ਹੈਗੇ ਆ ਆਸਟ੍ਰੇਲੀਆ, ਬਟ ਉਹਦੇ 'ਚ ਦੋਨੋਂ ਗ੍ਰੈਜੂਏਟ ਹੋਣੇ ਚਾਹੀਦੇ ਆ। ਤੀਸਰੀ ਕੰਟਰੀ ਆ ਕੈਨੇਡਾ ਦੇ ਵਿੱਚ ਸਪਾਊਸ ਵੀਜ਼ਾ ਨੂੰ ਕੋਈ ਮਨਾ ਨਹੀਂ ਕਰਦਾ, ਆਉਂਦਾ ਲੱਗਦਾ ਸਪਾਊਸ ਵੀਜ਼ਾ। ਅਸੀਂ ਹੁਣੀ ਇੱਕ ਓਪਨ ਵਰਕ ਪਰਮਿਟ, ਮਤਲਬ ਰੀਸੈਂਟ ਆਇਆ, ਹੁਣ ਤੱਕ ਪਤਾ ਨਹੀਂ ਕਿੰਨੇ 100 ਓਪਨ ਵਰਕ ਪਰਮਿਟ ਅਸੀਂ ਸਪਾਊਸ ਵੀਜ਼ਾ ਵਾਲੇ ਬੱਚਿਆਂ ਨੂੰ ਲੈ ਕੇ ਦੇ ਚੁੱਕੇ ਹਾਂ, ਤੇ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵਿਜ਼ਿਟਰ ਵੀਜ਼ਾ ਵੀ ਲੈ ਕੇ ਦਿੰਦੇ ਹਾਂ। ਹੁਣ ਕਨਫਿਊਜ਼ਨ ਇਹ ਆ, ਤੁਸੀਂ ਜਾ ਕੇ ਸੰਧੂ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿਉਂਕਿ ਸ਼ੋਅ ਦੇ ਵਿੱਚ ਅਸੀਂ ਕਾਲ ਵੀ ਲੈਣੀ ਹੁੰਦੀ ਹੈ, ਬਹੁਤ ਸਾਰੇ ਜਿਹੜੇ ਲੋਕੀ ਕਾਲ ਕਰ ਰਹੇ ਹੁੰਦੇ ਨੇ, ਆਪਾਂ ਇੱਕ ਕਾਲ ਅਟੈਂਡ ਕਰਨੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਾ ਮਲੇਰਕੋਟਲਾ ਤੋਂ ਬੋਲ ਰਿਹਾ ਜੀ। ਹਾਂਜੀ ਪੁੱਛੋ ਜੀ, ਪੁੱਛਣਾ ਚਾਹੁੰਦੇ ਹੋ?
हाँ जी जी मैं पूछना चाहता मैं ना विजिटर वीजा लाना चाहता सीगा जी ते नॉर्मली मैं सुनिया कि पैसे वीजा लगन तो बाद हैगे ते ਤੁਹਾਡਾ ਵੀ ਇਦਾਂ ਹੀ ਰਹਿੰਦਾ ਹੈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੱਗਦੇ ਹੋ ਕਿੱਦਾਂ ਹੁੰਦਾ ਹੈ ਤੁਸੀਂ ਵਿਜ਼ਿਟਰ ਵੀਜ਼ਾ ਦੇ ਬਾਰੇ ਪੁੱਛਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਵੀ ਤੁਸੀਂ ਕਹਿ ਰਹੇ ਹੋ ਕਿ ਮੈਂ ਜਿਹੜੇ ਪੈਸੇ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹਨਾ ਜੀ ਪੈਸੇ ਜਿਹੜੇ ਹੈਗੇ ਵੀਜ਼ਾ ਲੱਗਣ ਤੋਂ ਬਾਅਦ ਬੋਲਦੇ ਆ ਤੇ ਤੁਹਾਡਾ ਵੀ ਇਹੀ ਸਟਰਕਚਰ ਹੁੰਦਾ ਹੈ जी तुसी आंसर सुनना संधू साहब इसका जवाब देंगे थोड़ी वेट कर लेना तुहाडे आंसर लई क्योंकि टॉपिक जिहड़ा चल रहा है वो स्पाउस दा है लेकिन तुहाडे जिहड़ा क्वेश्चन है ਉਹਦਾ भी आंसर ਆਪਾਂ आ रहे हैं वो देणगे संधू साहब देणगे जल्दी संधू साहब ਇਹ ਤਾਂ ਸੀਗਾ ਕਿ ਵਿਜ਼ਟਰ ਵੀਜ਼ਾ ਮੇਰੇ ਭੂਆ ਜੀ ਦਾ ਮੁੰਡਾ ਸੀਗਾ ਜੀ ਜਿਹਨੇ ਮੈਨੂੰ ਕਾਲ ਕੀਤੀ ਆ ਇਹ ਕਹਿੰਦਾ ਵੀ ਮੇਰਾ ਤੁਸੀਂ ਪੈਸੇ ਦੇ ਦਿਓ ਕਿਉਂਕਿ ਮੈਂ ਤੁਹਾਡੀ ਭੂਆ ਦਾ ਮੁੰਡਾ ਲੱਗਦਾ ਵੀ ਤੁਸੀਂ ਮੇਰੇ ਪੈਸੇ ਆਪ ਜਮ੍ਹਾਂ ਕਰਾ ਦਿਓ ਐਮਬੈਸੀ 'ਚ ਮਿਲਦਾ ਜੀ ਇਹਨਾਂ ਨੂੰ ਭਾਈ ਸਾਹਿਬ ਨੂੰ ਸੋ ਸਪਾਊਸ ਵੀਜ਼ਾ ਕੈਨੇਡਾ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰਦੇ ਹਾਂ ਕਿ ਜਨਰਲੀ ਅਸੀਂ ਕੀ ਕਰਦੇ ਹਾਂ ਵਿਜ਼ਿਟਰ ਵੀਜ਼ਾ ਦੀ ਪ੍ਰੋਫਾਈਲ ਹੁੰਦੀ ਆ ਤੇ ਅਸੀਂ ਉਹਨੂੰ ਚੱਕ ਕੇ ਓਪਨ ਵਰਕ ਪਰਮਿਟ ਚਲਾ ਦਿੰਦੇ ਹਾਂ ਓਪਨ ਵਰਕ ਪਰਮਿਟ ਦੀਆਂ ਐਲੀਜੀਬਿਲਟੀ ਕ੍ਰਾਈਟੇਰੀਆ ਆ ਕਿਹਨੂੰ ਮਿਲਦਾ ਆ ਕਿ ਕੀ ਹੋਣਾ ਚਾਹੀਦਾ ਸੋ ਹਰ ਬੱਚੇ ਨੂੰ ਵਿਜ਼ਿਟਰ ਨਹੀਂ ਮਿਲਦਾ ਹਰ ਬੱਚੇ ਨੂੰ ਓਪਨ ਵਰਕ ਪਰਮਿਟ ਨਹੀਂ ਮਿਲਦਾ ਸਪਾਊਸ ਦੀ ਗੱਲ ਕਰਦਾ ਸਪਾਊਸ ਦੇ ਵਿੱਚ ਬਹੁਤ ਸਾਰੀਆਂ ਕੰਪਲਿਕੇਸ਼ਨਸ ਨੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਤੁਹਾਡਾ ਸਪਾਊਸ ਵੀਜ਼ਾ ਤੁਸੀਂ ਰਿਜੈਕਟ ਕਰਾ ਕੇ ਬੈਠੇ ਹੋਏ ਹੋ ਮੈਂ ਦੱਸੂਗਾ ਕਿਹੜੀ ਵਜ੍ਹਾ ਨਾਲ ਤੁਹਾਡਾ ਸਪਾਊਸ ਵੀਜ਼ਾ ਰਿਜੈਕਟ ਹੋ ਗਿਆ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਮਿਲੋ ਮੈਂ ਤੁਹਾਨੂੰ ਪੂਰਾ ਚਾਰਟ ਬਣਾ ਕੇ ਦਊਂਗਾ ਕਿ ਕਿਹੜੀਆਂ ਤੁਹਾਡੀਆਂ ਗਲਤੀਆਂ ਕੱਢ ਕੇ ਦਊਂਗਾ ਤੁਸੀਂ ਕਰਨਾ ਕੀ ਹੈ ਕਿ ਜਿਹੜੇ ਮਹਾਪੁਰਸ਼ਾਂ ਤੋਂ ਤੁਸੀਂ ਲਵਾਇਆ ਸੀਗਾ ਪਹਿਲੇ ਅਪਲਾਈ ਕਰਵਾਇਆ ਸੀਗਾ ਏਜੰਟਾਂ ਤੋਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੋਗੇ ਜੋ ਉਹਨਾਂ ਨੇ ਤੁਹਾਡੀ ਫਾਈਲ ਦੇ ਵਿੱਚ ਲਾਇਆ ਉਹ ਤੁਹਾਨੂੰ ਕਾਗਜ਼ ਵਾਪਸ ਦੇਣ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਦੁਨੀਆ ਦਾ ਕੋਈ ਵੀ ਏਜੰਟ ਹੋਵੇ ਚਾਹੇ ਉਹ ਆਊਟ ਆਫ ਕੰਟਰੀ ਹੈ ਚਾਹੇ ਤੁਹਾਡੀ ਦੇਸ਼ ਦਾ ਚਾਹੇ ਕਿਸੇ ਵੀ ਕੋਨੇ ਦੇ ਦੇਸ਼ ਦੇ ਵਿੱਚ ਬੈਠਾ ਹੋਇਆ ਜਿਹੜਾ ਵੀ ਏਜੰਟ ਕੰਸਲਟੈਂਟ ਤੁਹਾਡੀ ਫਾਈਲ ਲੌਂਚ ਕਰਦਾ ਆ ਹਾਈ ਕਮਿਸ਼ਨ ਦੇ ਵਿੱਚ ਉਹਨੇ ਤੁਹਾਡੇ ਬਾਰੇ ਕੀ ਇਨਫੋਰਮੇਸ਼ਨ ਦਿੱਤੀ ਆ ਐਮਬੈਸੀ ਨੂੰ ਉਹ ਤੁਹਾਡਾ ਹੱਕ ਬਣਦਾ ਆ ਉਹਦੇ ਕੋਲੋਂ ਪੂਰੀ ਦੀ ਪੂਰੀ ਜਾਣਕਾਰੀ ਲੈਣਾ ਤੁਹਾਡਾ ਹੱਕ ਬਣਦਾ ਆ ਜਿਹੜਾ ਏਜੰਟ ਨਾਜ ਨਖਰੇ ਕਰਦਾ ਆ ਤੁਹਾਨੂੰ ਮਨਾ ਕਰਦਾ ਆ ਵੀ ਮੈਂ ਨਹੀਂ ਦੇਣਾ ਮੈਂ ਦੱਸਣਾ ਨਹੀਂ ਮੇਰੇ ਕੋਲ ਹੈ ਨਹੀਂ ਤੁਸੀਂ ਪੁਲਿਸ ਕੰਪਲੇਂਟ ਲੌਂਚ ਕਰ ਸਕਦੇ ਹੋ ਉਸ ਏਜੰਟ ਦੇ ਖਿਲਾਫ ਕਿਉਂਕਿ ਤੁਹਾਡੇ ਕੋਲ ਰਾਈਟ ਆ ਜੋ ਇਨਫੋਰਮੇਸ਼ਨ ਤੁਸੀਂ ਉਹਨੂੰ ਦਿੱਤੀ ਉਹਨੇ ਅੱਗੇ ਭੇਜੀ ਤੁਹਾਡਾ ਹੱਕ ਬਣਦਾ ਤੁਹਾਡਾ ਰਾਈਟ ਆ ਕਿ ਉਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਦਵੇ ਇੱਕ ਚੀਜ਼ ਲਿਖ ਕੇ ਦਵੇ ਅਸੀਂ ਕੁਝ ਏਜੰਟਾਂ ਦੀਆਂ ਇਹੋ ਜਿਹੀਆਂ ਵੀ ਫਾਈਲਾਂ ਅੰਦਰੋਂ ਕਢਵਾਈਆਂ ਨੇ ਲੜਕੇ ਦੀ ਪ੍ਰੋਫਾਈਲ ਆ ਲੜਕੀ ਦੀ ਫੋਟੋ ਲਾਈ ਆ ਇਦੋਂ ਵੱਧ ਕੇ ਬੇਵਕੂਫੀ ਕੌਣ ਕਰ ਸਕਦਾ ਸੰਧੂ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਏਜੰਟਾਂ ਵਾਲੀ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਏਜੰਟ ਨੇ ਜਿਹੜੇ ਤੁਹਾਨੂੰ ਕਹਿੰਦੇ ਹੋਣੇ ਆ ਕਿ ਸੰਧੂ ਸਾਹਿਬ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਨੇ ਤੇ ਇਦਾਂ ਦਾ ਕੁਝ ਹੁੰਦਾ ਹੀ ਨਹੀਂ ਹੈ ਔਰ ਅੰਦਰ ਕਿਤੇ ਨਾ ਕਿਤੇ ਉਹ ਮਨ ਦੁਖੀ ਹੁੰਦਾ ਹੋਣਾ ਉਹਨਾਂ ਦਾ ਕਿ ਸੰਧੂ ਸਾਹਿਬ ਕਹਿ ਕੀ ਰਹੇ ਨੇ ਸਕਰੀਨ ਦੇ ਉੱਪਰ ਦੇਖੋ ਜੀ ਅਸੀਂ ਫਾਈਲ ਅਸੀਂ ਇੱਕ ਕੇਸ ਆਇਆ ਸਾਡੇ ਕੋਲ ਅਸੀਂ ਫਾਈਲ ਕਢਵਾਈ ਉਹਨਾਂ ਕੋਲੋਂ ਉਹ ਫਾਈਲ ਕਢਵਾਉਣ ਤੋਂ ਬਾਅਦ ਉਹਨਾਂ ਨੇ ਉਹ ਫਾਈਲ ਵੀ ਐਡਿਟ ਕਰਕੇ ਦੇਤੀ ਕਿ ਅਸੀਂ ਆ ਨਹੀਂ ਲਾਇਆ ਪਰ ਜਦੋਂ ਅਸੀਂ ਐਮਬੈਸੀ ਤੋਂ ਫਾਈਲ ਕਢਵਾਈ ਉਹਦੇ ਵਿੱਚ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਸੀਗੀ ਸੋ ਇਹ ਤੁਸੀਂ ਲੈ ਕੇ ਆਉਣਾ ਸਪਾਊਸ ਵੀਜ਼ਾ ਕਿਸੇ ਵੀ ਤਰ੍ਹਾਂ ਕਰਕੇ ਕਿਸੇ ਵੀ ਕਾਰਨ ਕਰਕੇ ਰਿਜੈਕਟ ਹੋ ਚੁੱਕਿਆ ਤਾਂ ਮਿਲੋ ਪਰ ਅਗਰ ਸਪਾਊਸ ਵੀਜ਼ਾ ਤੇ ਤੁਸੀਂ ਜਾਣਾ ਚਾਹੁੰਦੇ ਹੋ ਮੈਰਿਜ ਕਰਕੇ ਮੈਂ ਤਾਂ ਕਹਿੰਦਾ ਅਸਲੀ ਹੋਵੇ ਮਹਾਰਾਜ ਕਿਰਪਾ ਕਰੋ ਤੁਸੀਂ ਅਸਲੀ ਵਿਆਹ ਕਰੋ ਮੈਰਿਜ ਕਦੋਂ ਕਰਨੀ ਆ ਤੇ ਫਾਈਲ ਕਦੋਂ ਲਾਉਣੀ ਆ ਪਹਿਲਾਂ ਫਾਈਲ ਲਾ ਦਿੰਦੇ ਹੋ ਜਿੱਦਾਂ ਹੀ ਵੀਜ਼ਾ ਆਉਂਦਾ ਫਿਰ ਵਿਆਹ ਕਰਾ ਲੈਂਦੇ ਹੋ ਜਾਂ ਪਹਿਲਾਂ ਵਿਆਹ ਕਰਾ ਲੈਂਦੇ ਹੋ ਫਿਰ ਫਾਈਲ ਲਾਉਂਦੇ ਹੋ ਫਾਈਲ 'ਚ ਸਿੰਗਲ ਦੱਸਦੇ ਹੋ ਫਿਰ ਜਦੋਂ ਵੀਜ਼ਾ ਆਉਂਦਾ ਫਿਰ ਬਾਅਦ ਵਿੱਚ ਉਹ ਵਿਆਹ ਕਰਨੇ ਹੋ ਫਿਰ ਪਤਾ ਨਹੀਂ ਤੁਸੀਂ ਤਾਂ ਆਪ ਹੀ ਨਾ ਤੁਹਾਨੂੰ ਅੱਕ ਦਾ ਭੰਬਲ ਭੂਸੇ 'ਚ ਪਾ ਦਿੰਦੇ ਆ ਤੁਹਾਨੂੰ ਇਹ ਤੁਹਾਡੇ ਏਜੰਟ ਉਹਦੇ ਨਾਲ ਵੱਧ ਤੁਸੀਂ ਖੁਦ ਹੁੰਦੇ ਹੋ ਉਹ ਨਵੇਂ ਮਿਲੇ ਹੁੰਦੇ ਉਹ ਕਹਿੰਦੇ ਅਸੀਂ ਤਾਂ ਆਹ ਕਰਾਂਗੇ ਜੀ ਅਸੀਂ ਤਾਂ ਐਂ ਕਰਾਂਗੇ ਅਸੀਂ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਉਹ ਕਹਿੰਦੇ ਨਹੀਂ ਬੁਲਾਵਾਂਗੇ ਫਿਰ ਤੁਸੀਂ ਆਪਣੇ ਜੇ ਤੁਸੀਂ ਪਹਿਲਾਂ ਪਾਤੀ ਬਹੁਤ ਕੇਸਿਸ ਦੇ ਵਿੱਚ ਕੀ ਹੋ ਰਿਹਾ ਮੈਰਿਜ ਕਰਨ ਲਈ ਲਿਖ ਵੀ ਦਿੱਤਾ ਕਿ ਮੈਰਿਡ ਬਟ ਸਟੇਟਸ ਸਿੰਗਲ ਕੀਤਾ ਹੋਇਆ ਉਹਦੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਲਿਖਿਆ ਨਹੀਂ ਹੋਇਆ ਵੀ ਤੁਸੀਂ ਮੈਰਿਡ ਹੋ ਕਿਸੇ ਵੀ ਤਰ੍ਹਾਂ ਨਾਲ ਇਹ ਵੀ ਦੇਖਿਆ ਜਾਂਦਾ ਰੀਸੈਂਟ ਮੈਰਿਜ ਦੀ ਬਹੁਤ ਡਿਟੇਲ ਦੇ ਵਿੱਚ ਵੈਰੀਫਿਕੇਸ਼ਨ ਹੁੰਦੀਆਂ ਨੇ ਸਕਰੂਟਨਿੰਗ ਹੁੰਦੀ ਆ ਸੋ ਸਪਾਊਸ ਵੀਜ਼ਾ ਨਾਲ ਰਿਲੇਟਡ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਸਰਨ ਆ ਤੁਸੀਂ ਸਾਨੂੰ ਆ ਕੇ ਜ਼ਰੂਰ ਮਿਲਿਓ ਕੁਐਸਚਨ ਸੀਗਾ ਜੀ ਵਿਜ਼ਟਰ ਵੀਜ਼ਾ ਦਾ ਕਹਿੰਦੇ ਮੈਂ ਜਿਹੜੇ ਪੈਸੇ ਹੈ ਉਹ ਵਿਜ਼ਟਰ ਵੀਜ਼ਾ ਦੀ ਦੇਖੋ ਲੋਕਾਂ ਦੀ ਮੈਂ ਕਹਿੰਦਾ ਕਿ ਮੈਂਟੈਲਿਟੀ ਕਿੱਦਾਂ ਦੀ ਹੈ ਕਿ ਲੋਕੀ ਕਹਿ ਰਹੇ ਕਿ ਵਿਜ਼ਟਰ ਵੀਜ਼ਾ ਦੇ ਉੱਪਰ ਪੈਸੇ ਜਿਹੜੇ ਆ ਉਹ ਰੈਫਲੈਕਸਿਟੀ ਲਗਾਵੇ ਹਾਂਜੀ ਜਿਹੜੇ ਇਹ ਤਾਂ ਮੈਂ ਨਵਾਂ ਹੀ 13ਵੀਂ ਗੱਲ ਸੁਣੀ ਆ ਪਰ ਨਾਰਮਲੀ ਅੱਜ ਤੱਕ ਕੀ ਚੱਲਦਾ ਆ ਰਿਹਾ
ਕਿ ਸਾਰੇ ਬੋਰਡ ਲੱਗਿਆ, ਬਕਾਇਦਾ ਬੋਰਡ ਲੱਗੇ ਹੋਇਆ, ਹੋਰਡਿੰਗ ਲੱਗੇ ਹੋਏ ਨੇ, ਹੋਰਡਿੰਗ ਲੱਗੇ ਨੇ। ਆਪਦਾ ਜਿਹੜਾ ਮੇਨ ਦਫ਼ਤਰ ਦੇ ਬਾਹਰ ਦਾ ਮੇਨ ਬੋਰਡ ਆ ਉਹਦੇ ਤੇ ਵੱਡਾ ਕਰਕੇ ਲਿਖਿਆ ਹੁੰਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਵੀ ਕਿਉਂ ਤੁਸੀਂ ਰਿਸ਼ਤੇਦਾਰ ਹੋ, ਉਹ ਤੁਹਾਡੇ ਭੂਆ ਦੇ ਆ, ਮਾਸੀ ਮਾਮੇ ਚਾਚੇ ਤਾਏ ਦੇ ਪੁੱਤ ਧੀਆਂ ਨੇ ਜਿਨ੍ਹਾਂ ਨੂੰ ਤੁਸੀਂ ਆਪ। ਮੇਰੀ ਗੱਲ ਸੁਣੋ, ਮੈਨੂੰ ਨਹੀਂ ਸਮਝ ਆਉਂਦਾ ਅੱਜ ਤਾਂ ਰਿਸ਼ਤੇਦਾਰ ਨੂੰ 10,000 ਰੁਪਇਆ ਨਾ ਦੇਵੇ, ਫ੍ਰੀ ਦੇ ਵਿੱਚ ਨਾ ਦੇਵੇ, ਹਨਾ। ਮਤਲਬ ਤੁਸੀਂ ਉਹਨਾਂ ਦੀ, ਤੁਸੀਂ ਆਪ ਸੋਚੋ, ਤੁਹਾਡੀ ਜਾਨ ਨਹੀਂ ਪਹਿਚਾਨ ਨਹੀਂ, ਇੱਕ ਬੰਦਾ ਬੈਠਾ, ਤੁਸੀਂ ਉਹਦੇ ਦਫ਼ਤਰ 'ਚ ਗਏ ਹੋ, ਉਹ ਕਹਿੰਦਾ ਮੈਂ ਤੁਹਾਡੇ ਤੋਂ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਊਂਗਾ। ਉਹਨੂੰ ਪੁੱਛੋ ਕਿ ਕੀ ਕੋਈ ਡੋਨੇਸ਼ਨ ਬਾਕਸ ਲਾਇਆ ਹੋਇਆ ਤੇਰੇ ਵੀ ਦੋ ਆ ਕੇ ਤੈਨੂੰ ਡੋਨੇਸ਼ਨ ਦੇ ਕੇ ਜਾਂਦੇ ਹੋਏ ਆ, ਜਾ ਕੇ ਜਾਂਦੇ ਆ, ਜਾਂ ਤੂੰ ਆਪਣਾ ਪਰਿਵਾਰ ਗੁਰਦੁਆਰੇ ਜਾਂ ਮੰਦਿਰ 'ਚ ਰੱਖਿਆ ਹੋਇਆ ਜਿੱਥੋਂ ਲੰਗਰ ਖਵਾ ਕੇ ਆਪਣਾ ਪਰਿਵਾਰ ਪਾਲਦਾ ਵਾ, ਤੂੰ ਉਹਨਾਂ ਦੇ ਪੈਸੇ ਨਹੀਂ ਲੈ ਰਿਹਾ, ਮਤਲਬ ਤੂੰ ਸਮਾਜ ਸੇਵਾ ਕਰ ਰਿਹਾ। ਸਵਾਦ ਹੀ ਸਮਾਜ ਸੇਵਾ ਨਹੀਂ ਆ। ਸੋ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਪੈਸੇ ਤੁਹਾਡੇ ਕਿਉਂ ਲਾਵਾਂਗੇ। ਮਤਲਬ ਲੋਕ ਆ ਰਹੇ ਆ ਕੇ, ਤੁਸੀਂ ਉਹਨਾਂ ਨੂੰ ਜਾਣ ਨਹੀਂ, ਤੁਹਾਡੀ ਉਹਨਾਂ ਨਾਲ ਪਹਿਚਾਨ ਨਹੀਂ, ਫਿਰ ਵੀ ਪੈਸੇ ਤੁਹਾਡੇ ਉਹ ਲਾਉਣਗੇ, ਆਪਣੇ ਪੱਲੇ 'ਚ ਲਾਉਣਗੇ। ਹੋਣਾ ਕੀ ਆ ਕਿ ਦੇਖ ਕੇ ਕਿ ਜੇ ਤੇ ਤੁਸੀਂ ਆਪਣੀ ਸਿੱਧੀ ਫੀਸ ਦਿੰਦੇ ਹੋ, ਇਹ ਰੌਕਟ ਸਾਇੰਸ ਕੀ ਆ? ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਉਂ ਐ ਲੱਗਦਾ ਵਾ ਵੀ ਤੁਸੀਂ ਉੱਕਾ ਪੁੱਕਾ 20 ਲੱਖ ਰੁਪਇਆ ਦੇ ਦਾਂਗੇ ਬਟ ਵੀਜ਼ਾ ਲੱਗਣ ਤੋਂ ਬਾਅਦ ਉਦੋਂ ਪਹਿਲਾਂ ਕੁਛ ਨਹੀਂ ਆ ਤੁਹਾਡਾ। ਜੇ ਤੁਹਾਡਾ ਵੀਜ਼ਾ ਆ ਜਾਂਦਾ ਤਾਂ ਤੁਹਾਡੀ 7 ਤੋਂ 8 ਲੱਖ ਰੁਪਏ ਦਾ ਤੁਹਾਡੇ ਐਡਾ ਮੋਟਾ ਇੰਜੈਕਸ਼ਨ ਲਾਉਂਦੇ ਆ, ਪੂਰਾ ਖੂਨ ਕੱਢ ਲੈਣਾ ਉਹਨਾਂ ਨੇ ਤੁਹਾਡਾ, ਇੰਨਾ ਵੱਡਾ ਮੋਟਾ ਤੁਹਾਡੇ ਸੂਈ ਮਾਰਨੀ ਆ ਉਹਨਾਂ ਨੇ, 7 ਤੋਂ 8 ਲੱਖ ਰੁਪਏ ਦੀ ਪੈਕੇਜ। ਜਦੋਂ ਕਿ ਮੇਰੀ ਇੱਕ ਗੱਲ ਦੱਸੋ, ਕਾਲਜ ਐਮਬੈਸੀ ਫੀਸ ਤੁਹਾਨੂੰ ਪਤਾ ਆ ਕਿੰਨੀ ਆ, ਵੈਬਸਾਈਟ ਤੇ ਲਿਖਿਆ ਹੋਇਆ, ਕਾਲਜ ਦੀ ਫੀਸ ਤੁਹਾਡੇ ਆਫਰ ਲੈਟਰ ਤੇ ਲਿਖੀ ਆ ਜਾਣੀ ਆ। ਫਿਰ ਕੀ ਰਹਿ ਗਿਆ? ਤੀਜਾ ਕੀ ਰਹਿ ਗਿਆ? ਕਾਲਜ ਦੀ ਐਪਲੀਕੇਸ਼ਨ ਫੀਸ ਆ। ਉਹ ਕਾਲਜ ਦੀ ਐਪਲੀਕੇਸ਼ਨ ਫੀਸ $100 ਤੁਸੀਂ ਦੇਣੀ ਆ, ਕਈ ਕਾਲਜਾਂ ਦੀ ਹੁੰਦੀ ਨਹੀਂ, ਆਫਰ ਲੈਟਰ ਤੇ ਲਿਖੀ ਆ, ਉਹ ਫੀਸ ਤੁਸੀਂ ਦੇਣੀ ਆ, ਤੁਹਾਡੇ ਅਕਾਊਂਟ 'ਚ ਵਾਪਸ ਆ ਜਾਣੀ ਆ। GIC ਤੁਸੀਂ ਦੇਣੀ ਆ, ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਆ ਜਾਣੀ ਆ। ਪਰ ਉਹ 2-3 ਮਹੀਨੇ ਤੁਹਾਡਾ ਆਪਣੇ ਕੋਲੋਂ ਪੈਸੇ ਲਾਉਣ ਦੇ ਚੱਕਰ 'ਚ 7-8 ਲੱਖ ਰੁਪਇਆ ਐਕਸਟਰਾ ਦੇਣ ਦਾ ਫੰਡ ਕੀ ਬਣਦਾ? ਔਰ ਸਭ ਤੋਂ ਇੰਪੋਰਟੈਂਟ, ਚਲੋ ਕੋਈ ਗੱਲ ਨਹੀਂ, ਮੈਂ ਤੁਹਾਡੀ ਗੱਲ ਸਮਝ ਗਿਆ ਕਿ ਜੀ ਸਾਡਾ ਕੋਈ ਰਿਸਕ ਨਹੀਂ ਹੈ ਇਹਦੇ ਵਿੱਚ, ਮਤਲਬ ਸਾਡਾ ਕੋਈ ਪੈਸਾ ਨਹੀਂ ਲੱਗਿਆ ਜੇ ਵੀਜ਼ਾ ਨਾ ਆਇਆ। ਬਿਲਕੁਲ ਅਗਲਾ ਨਹੀਂ, ਤੁਸੀਂ ਇਹ ਸੋਚੋ ਕਿ ਵੀਜ਼ਾ ਨਾ ਆਇਆ, ਇਹ ਬੱਚਾ ਪਹਿਲੇ ਹੀ ਸੋਚ ਕੇ ਬੈਠਾ, ਬੱਚੇ ਦੇ ਪੇਰੈਂਟਸ ਪਹਿਲੇ ਹੀ ਸੋਚ ਕੇ ਬੈਠੇ ਨੇ। ਚਲੋ ਜੀ, ਤੁਹਾਡਾ ਵੀਜ਼ਾ ਨਹੀਂ ਆਇਆ, ਤੁਹਾਡਾ ਕੋਈ ਰਿਸਕ ਹੈ ਨਹੀਂਗਾ, ਤੁਸੀਂ ਕਹਿੰਦੇ ਹੋ ਜੀ ਸਾਡਾ ਕਿਹੜਾ ਕੋਈ ਪੈਸਾ ਲੱਗਣਾ, ਜੇ ਆ ਗਿਆ ਤਾਂ ਠੀਕ ਹੈ, ਜੇ ਨਾ ਆਇਆ ਤਾਂ ਨਾ ਠੀਕ ਆ। ਹੁਣ ਮੇਰੀ ਗੱਲ ਸੁਣੋ, ਇਹਦੇ 'ਚ ਹੋਣਾ ਕੀ ਆ? ਜੇ ਤੁਹਾਡਾ ਵੀਜ਼ਾ ਆ ਗਿਆ ਤਾਂ ਉਹ ਵੀਜ਼ਾ ਆਉਣਾ ਪਤਾ ਕਿਹੜੇ ਕਾਲਜ ਦਾ ਆ, ਕਿਉਂਕਿ ਪੈਕੇਜ ਸਿਰਫ ਪ੍ਰਾਈਵੇਟ ਕਾਲਜਾਂ ਨਾਲ ਹੁੰਦੇ ਆ। ਉਹ ਵੀ ਮੈਂ ਦੱਸ ਦਿੰਦਾ ਕਿਵੇਂ ਹੁੰਦੇ ਆ ਪ੍ਰਾਈਵੇਟ ਕਾਲਜਾਂ ਨਾਲ ਪੈਕੇਜ, ਕਿਉਂਕਿ ਪ੍ਰਾਈਵੇਟ ਕੁਝ ਕਾਲਜ ਇਹੋ ਜਿਹੇ ਨੇ ਜਿਹੜੇ ਇੱਥੋਂ ਦੇ ਏਜੰਟਾਂ ਨੂੰ ਕਹਿੰਦੇ ਆ ਕਿ ਤੁਸੀਂ ਬੱਚੇ ਦੀ ਫੀਸ ਸਾਨੂੰ ਜਮਾ ਨਹੀਂ ਕਰਵਾਉਣੀ, ਤੁਹਾਨੂੰ ਲੋੜ ਨਹੀਂ ਸਾਨੂੰ ਬੱਚੇ ਦੀ ਫੀਸ ਦੇਣ ਦੀ, ਫਿਰ ਵੀ LOA ਲੈਟਰ ਆਫ ਐਕਸੈਪਟੈਂਸ ਵਿਚ ਸੇਜ਼ ਵੀ ਰਿਸੀਵ ਦਾ ਫੁੱਲ ਐਂਡ ਫਾਈਨਲ ਪੇਮੈਂਟ। ਕਾਲਜ ਬਿਨਾਂ ਪੈਸੇ ਲਏ ਤੋਂ ਏਜੰਟ ਨੂੰ ਲਿਖ ਕੇ ਦੇ ਦਿੰਦਾ ਕਿ ਸਾਡੇ ਕੋਲ ਫੁੱਲ ਫੀਸ ਆ ਗਈ। ਉਹ ਲੈਟਰ ਅੰਬੈਸੀ ਦੇ ਵਿੱਚ ਲੱਗ ਜਾਂਦਾ, ਅੰਬੈਸੀ ਹੁਣ ਉਹਨੂੰ ਵੈਰੀਫਾਈ ਕਰਨ ਲੱਗ ਗਈ ਹੈ। ਪੈਕੇਜ ਵਾਲਿਆਂ ਦਾ ਧੰਦਾ ਹੋਣਾ ਬੰਦ, ਔਰ ਉੱਪਰ ਦੀ ਲੱਗਣੇ ਆ ਬੈਨ 5 ਸਾਲ ਦੇ, ਕਿਉਂਕਿ ਇਹ ਤੁਹਾਨੂੰ ਤੁਸੀਂ ਏਜੰਟ ਨੂੰ ਕਹੋਗੇ ਜੀ ਸਵਰਨ ਸੰਧੂ ਐ ਬੋਲਦਾ ਸੀ, ਉਹਨੇ ਤੁਹਾਡੇ ਨਹੀਂ ਪੈਰਾਂ ਤੇ ਪਾਣੀ ਪੈਣ ਦੇਣਾ, ਕਿਉਂਕਿ ਉਹ ਹੋ ਸਕਦਾ ਮੇਰੇ ਤੋਂ ਵੀ ਜ਼ਿਆਦਾ ਤੁਹਾਨੂੰ ਵਧੀਆ ਤਰੀਕੇ ਨਾਲ ਕਨਵਿੰਸ ਕਰ ਦੇਵੇ। ਸੋ ਇਹ ਹੋਏਗਾ, ਸੋ ਬੈਨ ਲੱਗੂਗਾ, ਕਿਉਂਕਿ ਉਹ ਹੁਣ ਕੀ ਕਰਦੇ ਆ, ਚੈੱਕ ਕਰਨ ਲੱਗ ਗਏ ਤੁਹਾਡੇ ਅਕਾਊਂਟਸ ਐਂਡ ਉਧਰੋਂ ਆਪਣੇ ਤਰੀਕੇ ਤੇ ਵੈਰੀਫਿਕੇਸ਼ਨ ਕਰਦੇ ਆ। ਜੇ ਵੀਜ਼ਾ ਆਉਂਦਾ ਆ ਤਾਂ ਇੱਕ ਘਟੀਆ ਪ੍ਰਾਈਵੇਟ ਕਾਲਜ ਦਾ ਵਿੱਚ ਤੁਹਾਨੂੰ ਵੀਜ਼ਾ ਲੈ ਕੇ ਦੇਣਗੇ। ਜੇ ਵੀਜ਼ਾ ਨਹੀਂ ਆਇਆ ਤਾਂ ਜਿਹੜੇ ਪੈਕੇਜ ਕਰਨ ਵਾਲੇ ਨੇ ਕੀ ਸਵਾਹ ਖੇਪ ਪਾਈ ਹੋਣੀ ਨਾ ਤੁਹਾਡੀ ਫਾਈਲ ਦੇ ਵਿੱਚ, ਜ਼ਿੰਦਗੀ 'ਚ ਮੁੜ ਕੇ ਵੀਜ਼ਾ ਲੈ ਕੇ ਦਿਖਾਇਓ ਮੈਨੂੰ, ਇੱਕ ਵਾਰ ਪੈਕੇਜ ਤੋਂ ਰਿਜੈਕਟ ਹੋਇਆ ਵੀਜ਼ਾ ਦੁਬਾਰਾ ਲੈ ਕੇ ਦਿਖਾਇਓ, ਕਿਉਂਕਿ ਤੁਹਾਨੂੰ ਕੱਖ ਨਹੀਂ ਦੇਣਾ ਉਹਨਾਂ ਨੇ ਕੀ ਪਾਇਆ। ਸੋ ਇਹ ਜਿਹੜੇ ਲੋਕ ਨੇ, ਮੈਨੂੰ ਲੱਗਦਾ ਕਿ ਇਹ ਤਾਂ ਜਿਹੜੇ ਪੇ ਆਫਟਰ ਵੀਜ਼ਾ ਵਾਲਾ ਸਿਸਟਮ ਹੈ, ਇਹਦੇ ਵਿੱਚ ਤਾਂ ਜਿਹੜਾ ਬੱਚਾ ਹੈ ਉਹਨੂੰ ਮੈਨੂੰ ਜਿਹੜੀ ਰਿਫਿਊਜ਼ਲ ਲੈਟਰ ਉਹ ਵੀ ਨਹੀਂ ਦਿੰਦੇ। ਰਿੱਕੀ ਜੀ ਸਿੱਧਾ ਫਰਾਡ ਹੈ, ਡਾਇਰੈਕਟ ਫਰਾਡ ਆ। ਜਿਹੜਾ ਪੈਕੇਜ ਬਣਾਉਣ ਵਾਲੇ ਤੇ ਜਿਹੜੇ ਵੀਜ਼ਾ ਪੈਸੇ ਜਿਹੜੇ ਨੇ ਵੀਜ਼ਾ ਤੋਂ ਬਾਅਦ ਵਾਲੇ, ਇਹ ਸਿੱਧਾ ਫਰਾਡ ਹੋ ਰਿਹਾ ਤੁਹਾਡੇ ਨਾਲ। ਪਰ ਮੈਨੂੰ ਪਤਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਜਿਨ੍ਹਾਂ ਨੇ ਜਾਣਾ ਉਹਨਾਂ ਕੋਲ ਜਾਣਾ ਹੀ ਜਾਣਾ। ਬਟ ਚਲੋ ਮੇਰੇ ਬੋਲਣ ਨਾਲ ਜੇ 5 ਲੋਕਾਂ ਨੂੰ ਵੀ ਫਰਕ ਪੈ ਜਾਵੇ, 4 ਲੋਕਾਂ ਨੂੰ ਵੀ ਫਰਕ ਪੈ ਜਾਵੇ, ਮੈਂ ਫਿਰ ਵੀ ਸਮਝੂਗਾ ਕਿ ਮੇਰਾ ਬੋਲਿਆ, ਮੇਰਾ ਗਲਾ ਪਾੜਿਆ ਕਿਸੇ ਕੰਮ ਆ ਗਿਆ ਤੁਹਾਡੇ ਲੋਕਾਂ ਦੇ। ਮੈਂ ਕਿਹਦੇ ਲਈ ਕਰਦਾ? ਜਦੋਂ ਕਿ ਮੈਂ ਖੁਦ ਕਵਾਂ ਆ ਜਾਓ ਮੈਨੂੰ ਪੈਕੇਜ, ਮੈਂ ਕਰਦਾ, ਬਟ ਕਿਉਂ ਕਰਦਾ ਮੈਂ ਕਿਉਂ ਗਲਤ ਕੰਮ ਕਰਾਂ ਤੇ ਕਿਉਂ ਗਲਤ ਕੰਮ ਕਰਨ ਵਾਲਿਆਂ ਦੀ ਸਪੋਰਟ ਕਰਾਂ? ਦੇਖੋ ਮਹਾਰਾਜ ਨੇ, ਮੈਂ ਹਮੇਸ਼ਾ ਰਿੱਕੀ ਬਾਈ ਜੀ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਦਿੰਨਾ, ਆਊਟ ਆਫ ਦਾ ਵੇ ਆ ਇਹ।
ਐਗਜ਼ਾਮਪਲ ਆ, ਜਦੋਂ ਮੈਨੂੰ ਸਮਝ ਨਹੀਂ ਲੱਗਦੀ ਇਹ ਜਿੰਨੇ ਏਜੰਟ ਤੁਹਾਡੇ ਨਾਲ ਬੈਠ ਕੇ ਠੱਗੀਆਂ ਮਾਰਦੇ ਆ ਨਾ, ਆਪਾਂ ਤੁਹਾਡਾ ਐਗਜ਼ਾਮਪਲ ਵੀ ਸੁਣਨਾ, ਪਰ ਇੱਕ ਕਾਲ ਆ ਰਹੀ ਹੈ, ਮਿੰਟ ਰੁਕ ਜਾਓ ਭਾਜੀ, ਇਹ ਕਾਲ ਆਪਾਂ ਹੋਲਡ ਤੇ, ਜੀ ਫਲੋ ਟੁੱਟ ਜਾਂਦਾ, ਆਪਾਂ ਸੁਣਾਂਗੇ ਜੀ ਜ਼ਰੂਰ ਕਾਲ। ਜਿਹੜੇ ਇਹ ਏਜੰਟ ਨੇ ਨਾ, ਜਿੰਨੇ ਇਹ ਠੱਗੀਆਂ ਮਾਰਦੇ ਨੇ, ਇਹਨਾਂ ਨੂੰ ਮੇਰੀ ਇੱਕ ਨਸੀਹਤ ਆ ਕਿ ਜਦੋਂ ਇਸ ਦੁਨੀਆ ਤੇ ਅਸੀਂ ਪੈਦਾ ਹੋਏ ਨਾ, ਤਾਂ ਮਹਾਰਾਜ ਨੇ ਨਾ ਸਾਡੇ ਇੱਥੇ ਇੱਕ ਇੰਨੀ ਕਿ ਚਿੱਪ ਪਾਤੀ, ਕਿਉਂਕਿ ਉਹ ਇਕੱਲੇ ਬੰਦੇ ਦਾ ਕੰਟਰੋਲ ਤਾਂ ਕਰ ਨਹੀਂ ਸਕਦੇ। ਰੋਜ਼ ਉਹਨਾਂ ਨੇ ਪੂਰੀ ਪ੍ਰੋਗਰਾਮਿੰਗ ਪਾ ਕੇ ਬੱਚੇ ਦੇ ਦਿਮਾਗ ਦੇ ਵਿੱਚ ਪਾਈ, ਅਸੀਂ ਕਿੱਥੇ ਦਾ ਦਾਣਾ ਪਾਣੀ ਚੁਗਣਾ, ਕਿੱਥੇ ਜਾਣਾ, ਕਿੱਥੇ ਆਉਣਾ, ਕੀ ਕਰਨਾ, ਕੀ ਨਹੀਂ ਕਰਨਾ, ਅਸੀਂ ਉਹ ਮਹਾਰਾਜ ਦੇ ਹੁਕਮ ਨਾਲ ਚੱਲਦੇ ਹਾਂ। ਇਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ, ਪੂਰੀ ਜ਼ਿੰਦਗੀ ਦੇ ਵਿੱਚ ਤੈਨੂੰ ਕਿੰਨਾ ਇੱਜ਼ਤ ਮਾਣ ਮਿਲਣਾ, ਕਿੰਨੇ ਛਿੱਤਰ ਪੈਣੇ, ਕਿੰਨੇ ਬੈਂਕ ਅਕਾਊਂਟ 'ਚ ਤੇਰੇ ਕੋਲ ਪੈਸੇ ਹੋਣੇ, ਉਨੇ ਹੀ ਪੈਸੇ ਸਾਡੇ ਕੋਲ ਆਉਣੇ ਆ। ਫਿਰ ਵੀ ਅਸੀਂ ਇਕੱਠਾ ਕਰੀ ਜਾਂਦੇ ਆ, ਉਹ ਇਕੱਠਾ ਕਰ ਲੋ ਢੇਰ, ਤੁਸੀਂ ਕਰ ਲੋ ਜਿੰਨੇ ਇਕੱਠੇ ਕਰਕੇ। ਉਹਨੇ ਮਹਾਰਾਜ ਨੇ ਕੀ ਕਰਨਾ, ਇੱਕ ਦਿਨ ਟਰੈਕਟਰ ਕੱਢਣਾ ਆਪਣਾ, ਪਿੱਛੇ ਪਾ ਲੈਣਾ ਸੁਹਾਗਾ, ਉਹਨੇ ਸੁਹਾਗਾ ਪਾ ਕੇ ਜੋ ਫਿਰ ਫੇਰਨਾ ਨਾ, ਫਿਰ ਜਿੰਨਿਆਂ ਦੀਆਂ ਢੇਰੀਆਂ ਲਾਈਆਂ ਤੇ ਜਿੰਨਿਆਂ ਦੇ ਟੋਏ ਵਜੇ ਹੋਏ, ਉਹਨੇ ਸਾਰੇ ਇੱਕ ਬਰਾਬਰ ਕਰਨੇ ਆ। ਮਹਾਰਾਜ ਜਦੋਂ ਤੁਹਾਡੇ ਤੋਂ ਪੈਸੇ ਲੈ ਕੇ ਜਾਊ ਨਾ ਵਾਪਸ, ਨਾਲੇ ਥੱਪੜ ਮਾਰ ਕੇ ਜਾਊਗੇ ਤੁਹਾਡੇ, ਉਹ ਨਾਲੇ ਤਾਂ ਬਿਮਾਰੀ ਆਊਗੀ, ਨਾਲੇ ਘਰ 'ਚ ਕਲੇਸ਼ ਆਊਗਾ, ਨਾਲੇ ਕੋਈ ਨਾ ਕਿਸੇ ਦੀ ਮੌਤ ਹੋਊਗੀ। ਜਿਹੜਾ ਗੰਦਾ ਪੈਸਾ ਤੁਸੀਂ ਲੋਕਾਂ ਦੀਆਂ ਇਕੱਠੀਆਂ ਕਰਕੇ ਜਿਹੜਾ ਇਕੱਠਾ ਕਰਦੇ ਹੋ ਨਾ, ਤੁਹਾਡੇ ਬੱਚੇ ਜੇ ਨਾ ਗੁੱਲ ਖਿਲਾਉਣ, ਮੈਂ ਵੀ ਇੱਥੇ ਹੀ, ਤੁਸੀਂ ਵੀ ਸਾਰੇ ਇੱਥੇ ਹੀ। ਸੋ ਇਸ ਲਈ ਮਹਾਰਾਜ ਤੋਂ ਡਰ ਕੇ ਲੋਕਾਂ ਦਾ ਖੂਨ ਨਾ ਚੂਸੋ, ਤੇ ਤੁਹਾਨੂੰ ਵੀ ਲੋਕਾਂ ਨੂੰ ਇਮਾਨਦਾਰੀ ਨਾਲ ਕੰਮ ਕਰੋ। ਹੱਥ ਜੋੜ ਕੇ ਬੇਨਤੀ ਆ, ਇਹਨਾਂ ਨੇ ਫਿਰ ਵੀ ਨਹੀਂ ਹਟਣਾ, ਕਿਉਂਕਿ ਜਿਹੜਾ ਬੰਦਾ ਇਸ ਰਾਹ ਪੈ ਗਿਆ ਉਹਨੂੰ ਕੋਈ ਨਹੀਂ ਜੇ ਮੋੜ ਸਕਦਾ। ਹਟਣਾ ਤਾਂ ਤੁਸੀਂ ਹਟਣਾ। ਤੁਸੀਂ ਜਾ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ, ਇਹਨਾਂ ਨੇ ਚਾਹਾਂ ਪੀ ਕੇ ਆਪਣੇ, ਨਾਲੇ ਵਧੀਆ ਕੌਫੀਆਂ ਪੀ ਕੇ ਇਹਨਾਂ ਨੂੰ ਆਪਣੇ ਪੈਸੇ ਦੇਣੇ ਬੰਦ ਕਰੋ। ਦੇਖੋ ਸਾਰੇ ਮਾੜੇ ਨਹੀਂ ਆ, ਸਾਡੀ ਇੰਡਸਟਰੀ 'ਚ ਬਹੁਤ ਲੋਕ ਚੰਗੇ ਆ, ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਮਾੜੀ ਆ, ਮੈਂ ਹੀ ਕੱਲਾ ਦੁੱਧ ਨਾਲ ਧੋਤਾ, ਬਹੁਤ ਲੋਕ ਚੰਗੇ ਆ, ਮੇਰੇ ਕੱਲੇ ਕੋਲ ਨਹੀਂ, ਸਾਰੇ ਚੰਗਿਆਂ ਕੋਲ ਜਾਵੋ, ਸਾਰੇ ਮਾੜਿਆਂ ਕੋਲ ਨਾ ਜਾਓ। ਬਿਲਕੁਲ। ਇੱਕ ਕਾਲ ਸੰਧੂ ਸਾਹਿਬ ਬੜੀ ਦੇਰ ਦੀ ਹੋਲਡ ਹੈ, ਹੋਰ ਵੀ ਲੋਕੀ ਕਾਲ ਕਰ ਰਹੇ ਆ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਕਾਫੀ ਦੇਰ ਤੁਸੀਂ ਹੋਲਡ ਤੇ ਰਹੇ ਹੋ, ਕਿਉਂਕਿ ਸੰਧੂ ਸਾਹਿਬ ਨੇ ਆਪਣੀ ਗੱਲ ਪੂਰੀ ਕਰਨੀ ਸੀਗੀ। ਹਾਂਜੀ, ਪੁੱਛੋ ਜੀ, ਕੀ ਕਹਿੰਦੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਬਠਿੰਡੇ ਤੋਂ ਬੋਲ ਰਿਹਾ ਜੀ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਭਾਜੀ ਮੇਰੀ ਸੰਧੂ ਸਾਹਿਬ ਨਾਲ ਤਾਂ ਗੱਲ ਕਰਾਓ ਜਰਾ। ਹਾਂਜੀ, ਸੰਧੂ ਸਾਹਿਬ ਸੁਣ ਰਹੇ ਨੇ ਜੀ, ਤੁਸੀਂ ਬੋਲੋ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ? ਤੁਹਾਡੇ ਦਫ਼ਤਰ ਆਇਆ ਸੀ ਜੀ। ਅੱਛਾ ਜੀ। ਮੈਂ ਜੀ ਆਪਣੇ ਬੇਟੇ ਦਾ ਵੀਜ਼ਾ ਲਗਾਇਆ ਸੀ। ਸੰਧੂ ਸਾਹਿਬ ਤੁਹਾਨੂੰ ਯਾਦ ਹੋਏਗਾ, ਪਿਛਲੇ ਮਹੀਨੇ ਕੋਈ ਲਗਵਾਇਆ ਸੀ ਵੀਜ਼ਾ ਮੈਂ ਆਪਣਾ, ਪਰ ਤੁਸੀਂ ਤੁਹਾਡੇ ਨਾ ਦਫ਼ਤਰ 'ਚ ਮੈਨੂੰ ਆਫਰ ਲੈਟਰ ਨਹੀਂ ਮਿਲਿਆ, ਮੈਨੂੰ ਕੋਈ ਵੀ ਆਫਰ ਲੈਟਰ ਨਹੀਂ ਮਿਲਿਆ ਮੇਰੇ ਦਫ਼ਤਰ ਤੋਂ। ਜੀ ਹਾਂਜੀ, ਆਫਰ ਲੈਟਰ ਨਹੀਂ ਆਇਆ। ਫਿਰ ਮੈਂ ਉੱਥੋਂ ਆਪਣੇ ਡਾਕੂਮੈਂਟ ਲੈ ਲਏ ਸੀ ਜੀ ਸੰਧੂ ਸਾਹਿਬ ਵਾਪਸ। ਤੁਹਾਡੇ ਨਾਲ ਮੁਲਾਕਾਤ ਵੀ ਹੋਈ ਸੀ ਮੇਰੇ ਖਿਆਲ, ਜੇ ਤੁਹਾਨੂੰ ਯਾਦ ਹੋਵੇ, ਤੇ ਤੁਹਾਡੇ ਨਾਲ ਬੈਠ ਕੇ ਸਾਰਾ ਡਿਸਕਸ ਕਰਕੇ ਗਿਆ ਸੀਗਾ ਕਿ ਮੈਨੂੰ ਆਫਰ ਲੈਟਰ ਨਹੀਂ ਆਇਆ ਸੀਗਾ, ਤੇ ਤੁਸੀਂ ਮੈਨੂੰ ਫਿਰ ਆਪਣਾ ਵੀਜ਼ਾ ਡਾਕੂਮੈਂਟ ਮੈਨੂੰ ਵਾਪਸ ਕਰਵਾ ਦਿੱਤੇ ਸੀ ਜੀ। ਫਿਰ ਤੁਸੀਂ ਉਸ ਤੋਂ ਬਾਅਦ ਸੰਧੂ ਸਾਹਿਬ ਫਿਰ ਮੈਂ ਆਪਣੇ ਨਾ ਬੇਟੇ ਦਾ ਵੀਜ਼ਾ ਕਿਸੇ ਹੋਰ ਤੋਂ ਅਪਲਾਈ ਕਰਾਇਆ, ਤੇ ਉਹਨਾਂ ਦਾ ਜਿਹੜਾ ਮੈਨੂੰ ਆਫਰ ਲੈਟਰ ਦਾ 24 ਘੰਟੇ ਮੈਨੂੰ ਦਵਾਤਾ ਜੀ। ਪਰ ਸੰਧੂ ਸਾਹਿਬ ਮੈਂ ਭੇਜ ਤਾਂ ਦਿੱਤਾ ਬੱਚਾ, ਪਰ ਮੈਨੂੰ ਇਸ ਵੇਲੇ ਤਕਲੀਫ ਇਹ ਹੈ ਜੀ ਕਿ ਬੱਚਾ ਜਿਹੜਾ ਕਾਲਜ ਭੇਜਿਆ ਉਹਨਾਂ ਨੇ, ਉੱਥੇ ਤਾਂ ਸਿਰਫ 2 ਕਮਰੇ ਜੀ, ਤੇ ਮੈਂ ਹੁਣ ਬੜਾ ਪਰੇਸ਼ਾਨ ਹੈ ਜੀ। ਉਹਦੇ ਮੁੰਡੇ ਮੇਰੇ ਦੀ ਮਾਤਾ ਵੀ ਬੜੀ ਪਰੇਸ਼ਾਨ ਹੈ, ਮਾਂ ਬੜੀ ਪਰੇਸ਼ਾਨ ਹੈ, ਤੇ ਸੋਚ ਸਮਝ ਫਿਰ ਮੈਂ ਵਾਪਸ ਤਾਂ ਤੁਹਾਨੂੰ ਫੋਨ ਕੀਤਾ ਸ਼ੋਅ ਦੇਖ ਕੇ ਤੁਹਾਡਾ ਜੀ। ਤੁਸੀਂ ਹੁਣ ਇਹ ਜਿਹੜੀ ਆ ਤੁਹਾਡਾ ਕੁਐਸਚਨ ਆ, ਤੁਸੀਂ ਸੁਣਦੇ ਰਹੋ। ਸੰਧੂ ਸਾਹਿਬ ਨੇ ਤੁਹਾਨੂੰ ਨਾਰਾਜ਼ ਕਰਤਾ ਕਿਉਂ ਹੈ, ਔਰ ਤੁਸੀਂ ਜਿਹੜਾ ਉੱਥੇ ਜਾ ਕੇ ਬੇਟਾ ਭੇਜਿਆ ਹੈ, 2 ਕਮਰਿਆਂ ਦਾ ਕਾਲਜ ਹੈ, ਹੁਣ ਇਹਦੇ ਉੱਪਰ ਜਿਹੜੇ ਤੁਸੀਂ ਆਪਣਾ ਆਨਸਰ ਜਿਹੜਾ ਸਕਰੀਨ ਦੇ ਉੱਪਰ ਸੁਣੋ। ਸੰਧੂ ਸਾਹਿਬ, ਇਹ 2 ਕਮਰਿਆਂ ਦੇ ਕਾਲਜ ਦੀ ਕਹਾਣੀ ਕੀ ਹੈ? ਪਹਿਲਾਂ ਤਾਂ ਬਾਈ ਜੀ ਹੱਥ ਜੋੜ ਕੇ ਸੌਰੀ, ਕਿਉਂਕਿ ਮੇਰੇ ਤੋਂ ਹੁਣ ਤੁਹਾਨੂੰ ਕੁਝ ਨਾ ਕੁਝ ਬੋਲਿਆ ਜਾਣਾ, ਉਹ ਇਸ ਲਈ ਕਿਉਂਕਿ ਜਦੋਂ ਤੁਸੀਂ ਮੇਰੇ ਕੋਲ ਆਫਰ ਲੈਟਰ ਲਈ ਅਪਲਾਈ ਕੀਤਾ ਸੀਗਾ, ਤਾਂ ਬਾਈ ਚਾਂਸ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਆਫਰ ਲੈਟਰ ਜਿਹੜੀ ਬਣਾਉਣ ਵਾਲੀ ਮਸ਼ੀਨ ਆ ਮੇਰੇ ਦਫ਼ਤਰ 'ਚ ਖਰਾਬ ਹੋਈ ਸੀਗੀ, ਉਹ ਮਕੈਨਿਕ ਉਹਨੂੰ ਠੀਕ ਕਰਨ ਲੱਗੇ ਸੀਗੇ। 15-20 ਦਿਨ ਲੱਗੇ ਬਾਈ ਜੀ, ਆਫਰ ਲੈਟਰ ਬਣਾਉਣ ਵਾਲੀ ਮਸ਼ੀਨ ਹੀ ਨਹੀਂ ਚੱਲੀ ਮੇਰੀ। ਦੱਸੋ ਮੈਂ ਤੁਹਾਨੂੰ ਕਿੱਥੋਂ ਬਣਾ ਕੇ ਦਿੰਦਾ ਆਫਰ ਲੈਟਰ, ਕਿਉਂਕਿ ਮੈਂ ਘਰੋਂ ਹੀ ਤਾਂ ਕੱਢਦਾ ਮੈਂ ਆਫਰ ਲੈਟਰਾਂ। ਆ ਜਿੰਨੇ ਕੈਨੇਡਾ ਦੇ ਸਾਰੇ ਕਾਲਜ ਨੇ, ਉਹ ਸਾਰੇ ਕਾਲਜ ਮੇਰੇ ਅੰਡਰ ਕੰਮ ਕਰਦੇ ਨੇ, ਮੈਂ ਸਾਰਿਆਂ ਦਾ ਪ੍ਰੈਜ਼ੀਡੈਂਟ ਆ। ਐ ਚੁਟਕੀ ਮਾਰ ਕੇ ਮੈਂ ਗਵਰਨਮੈਂਟ ਕਾਲਜ ਤੋਂ 24 ਘੰਟੇ 'ਚ ਤੁਹਾਨੂੰ ਆਫਰ ਲੈਟਰ ਦੇ ਦਿੰਦਾ। ਉਹ ਤਾਂ ਮੇਰੀ ਮਸ਼ੀਨ ਹੀ ਖਰਾਬ ਹੋ ਗਈ, ਨਹੀਂ ਤਾਂ ਬਾਈ ਜੀ ਮੈਂ ਤੁਹਾਨੂੰ ਪੱਕੀ ਬਣਾ ਕੇ ਦਿੰਦਾ ਆਪਣੇ ਨਾਲ ਕੱਢ ਕੇ। ਹੋਰ ਕੋਈ ਤਰੀਕਾ ਨਹੀਂ ਸੀਗਾ ਮੇਰੇ ਕੋਲ ਆਫਰ ਲੈਟਰ ਦਾ। ਹੁਣ ਮੇਰੀ ਗੱਲ ਸੁਣੋ, ਮੈਂ ਕਿੱਥੋਂ ਦੇਣੀ ਆ? ਮੈਂ ਆਪਣੇ ਘਰੋਂ ਕੱਢ ਕੇ ਦੇਣੀ ਤੁਹਾਨੂੰ ਆਫਰ ਲੈਟਰ? ਗਵਰਨਮੈਂਟ ਕਾਲਜ ਨਾਲ ਮੈਂ ਡੀਲ ਕਰਦਾ, ਮਹੀਨਾ 1.5 ਮਹੀਨਾ ਲਾਉਂਦੇ ਆਫਰ ਲੈਟਰ ਲੈਣ ਨੂੰ। ਪਹਿਲਾਂ ਆਪਾਂ ਸੁੱਤੇ ਰਹਿੰਦੇ ਘਰ ਦੇ ਵਿੱਚ,
ਫਿਰ ਆ ਕੇ ਦੇਖੋ ਕਿਹੋ ਜਿਹੇ ਮਹਾਂਪੁਰਸ਼ ਆ ਕੇ ਮਿਲ ਕੇ ਗਏ, ਗੱਲਬਾਤ ਕਰਕੇ ਗਏ, ਫਿਰ ਅਪਲਾਈ ਕੀਤਾ ਉਹ ਘਟੀਆ ਬੰਦੇ ਕੋਲੋਂ। ਮੈਂ ਕੁਦਰਤੀ ਇਹੀ ਕਹਿ ਕੇ ਹਟਿਆ ਹੁਣ, 2-2 ਕਮਰਿਆਂ ਦੇ ਪ੍ਰਾਈਵੇਟ ਕਾਲਜ ਖੋਲ ਕੇ ਬੈਠੇ ਹੋਏ ਨੇ। ਫਿਰ ਉਹਨਾਂ 'ਚ ਜ਼ਿੰਦਗੀ ਹੁਣ ਬੱਚਿਆਂ ਦੀ ਖਰਾਬ ਹੋਣੀ ਤਾਂ ਹੋਣੀ। ਵੀਜ਼ਾ ਲਵਾਉਣਾ, ਵੀਜ਼ਾ ਲਵਾ ਕੇ ਬਸ ਸਾਡਾ ਨਾ, ਸਾਡੇ ਦਿਮਾਗ ਤੇ ਨਾ ਭੂਤ ਕੀ ਚੜਿਆ ਹੋਇਆ, ਬਸ ਜੀ ਇੱਕ ਵਾਰ ਨਾ ਐਂਟਰੀ ਕਰਾ ਦਿਓ, ਇੱਕ ਵਾਰ ਬਸ ਪੈਰ ਰਖਾ ਦਿਓ ਕੈਨੇਡਾ ਦੀ ਧਰਤੀ ਤੇ, ਫੇਰ ਦੇਖਿਓ ਸਾਡਾ ਮੁੰਡਾ ਉੱਥੇ ਸਿੱਧਾ ਜਸਟਿਨ ਟਰੂਡੋ ਨੂੰ ਤਾਰ ਕੇ ਉਹਦੀ ਕੁਰਸੀ ਤੇ ਆਪ ਹੀ ਬੈਠੂਗਾ ਜਾ ਕੇ। ਨਹੀਂ ਹੁੰਦਾ ਭਾਜੀ, ਐਵੇਂ ਹੱਥ ਜੋੜ ਕੇ ਬੇਨਤੀ, ਕੈਨੇਡਾ ਦੇ ਵਿੱਚ ਪਹੁੰਚਣਾ, ਕੈਨੇਡਾ ਦੇ ਵਿੱਚ ਜਾਣਾ ਤੁਹਾਡਾ ਮਕਸਦ ਨਹੀਂ ਆ। ਤੁਹਾਡਾ ਮਕਸਦ ਕੀ ਆ? ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਕੇ ਕਾਮਯਾਬ ਕਰਨਾ, ਉਹਨਾਂ ਦੀ ਜ਼ਿੰਦਗੀ ਬਦਲਣਾ, ਤਾਂ ਜੋ ਉਹ ਤੁਹਾਡੀ ਵੀ ਜ਼ਿੰਦਗੀ ਬਦਲ ਦੇਣ। ਆ ਜਿਹੜੀਆਂ 18-18 20-20 ਸਾਲ ਦੀਆਂ ਕਰੂੰਬਲਾਂ ਨੂੰ ਤੁਸੀਂ ਆਪਣੇ ਗੋਦੀਆਂ 'ਚ ਰੱਖ ਕੇ ਭੇਜ ਰਹੇ ਨਾ ਕੈਨੇਡਾ, ਇਹਨਾਂ ਨੇ 3 ਪੀੜ੍ਹੀਆਂ ਬਦਲਣੀਆਂ, 3 ਪੀੜ੍ਹੀਆਂ। ਪਹਿਲੀ ਪੀੜ੍ਹੀ ਇਹਨਾਂ ਨੇ ਬਦਲਣੀ ਆ ਆਪਣੇ ਮਾਂ ਪਿਓ ਦੀ, ਸਾਰਾ ਕੁਝ ਉਹਨਾਂ ਦਾ ਚੇਂਜ ਕਰ ਦੇਣਾ। ਦੂਜੀ ਪੀੜ੍ਹੀ ਉਹਨਾਂ ਨੇ ਬਦਲਣੀ ਆ ਆਪਣੀ ਤੇ ਆਪਣੇ ਆਉਣ ਵਾਲੀ ਔਲਾਦ ਦੀ, ਉਹ ਵੀ ਉਹਨਾਂ ਨੇ ਉਹਨਾਂ ਦੀਆਂ ਵੀ ਅੱਗੇ ਕੁਲਾਂ। ਜਿਹੜਾ ਇੱਕ ਕੈਨੇਡੀਅਨ ਸਿਟੀਜ਼ਨ ਬਣ ਗਿਆ, ਉਹਦੀ ਔਲਾਦ ਦੇਖੋ ਕਿੱਥੇ ਪਹੁੰਚੂਗੀ। ਤੁਸੀਂ ਇਹ ਬੱਚਿਆਂ ਨੂੰ ਜੇ ਉਧਰ ਜਾ ਕੇ ਇਹੋ ਜਿਹੀ ਜਗ੍ਹਾ ਭੇਜਣਾ, ਉਹਦੇ ਨਾਲੋਂ ਤਾਂ ਇਹ ਸਿੱਟਿਆ, ਤੁਸੀਂ ਆਪਣੇ ਬੇਟੇ ਨੂੰ ਸਿੱਟਿਆ ਉਧਰ ਲਿਜਾ ਕੇ ਕੂੜੇ ਦੇ ਢੇਰ। ਹੁਣ ਪਰੇਸ਼ਾਨ ਹੋ ਫਿਰ ਇੱਥੇ। ਹਾਂਜੀ, ਕੂੜੇ ਦੇ ਢੇਰ 'ਚ ਸਿੱਟਿਆ ਆਪਣੀ ਕਰੂੰਬਲ ਤੁਸੀਂ ਆਪਣੇ, ਹਨਾ, ਨਾਲੇ ਪੈਸਾ ਬਰਬਾਦ ਕੀਤਾ। ਹੁਣ ਤੁਸੀਂ ਮੋੜ ਕੇ ਦਿਖਾਓ ਪ੍ਰਾਈਵੇਟ ਕਾਲਜ ਵਾਲਿਆਂ ਤੋਂ ਪੈਸੇ, 2-2 3-3 ਹਜ਼ਾਰ ਡਾਲਰ ਕੱਟਦੇ ਆ ਤੁਹਾਡਾ ਪ੍ਰਾਈਵੇਟ ਕਾਲਜ ਵਾਲੇ, ਕਿਉਂਕਿ ਇੱਧਰ ਜਿਹੜੇ ਬੈਠੇ ਏਜੰਟ ਨੇ ਉਹਨਾਂ ਨੂੰ ਕਮਿਸ਼ਨ ਨਹੀਂ ਜੇ ਮਿਲਦਾ। ਫਿਰ ਪੈਕੇਜ ਬਣਾਉਂਦੇ ਆ। ਕੋਈ ਗੱਲ ਨਹੀਂ ਭਾਈ ਜੀ, ਤੁਸੀਂ ਚਲੋ ਇਹ ਬੱਚੇ ਨੂੰ ਦਓ, ਮੈਂ ਇਹਨੂੰ ਦੂਸਰੇ ਕਿਸੇ ਗਵਰਨਮੈਂਟ ਕਾਲਜ ਦੇ ਵਿੱਚ, ਹੁਣ ਸੈਪਟੈਂਬਰ 'ਚ ਗਿਆ ਹੋਣਾ ਤੁਹਾਡਾ ਬੱਚਾ, ਮੈਂ ਇਹਦੀ ਜਨਵਰੀ ਦੇ ਵਿੱਚ ਕਰਵਾ ਦੂੰਗਾ ਐਡਮਿਸ਼ਨ। ਮੇਰੇ ਕੋਲ ਕੁਝ ਕਾਲਜਸ ਹੈਗੇ ਆ ਜਿਹੜੇ ਕਿ ਉੱਥੇ ਪਹੁੰਚੇ ਹੋਏ ਬੱਚਿਆਂ ਨੂੰ ਗਵਰਨਮੈਂਟ ਕਾਲਜ ਲੈ ਲੈਣਗੇ। ਮੈਂ ਪਹਿਲਾਂ ਵੀ ਕਹਿ ਰਿਹਾ, ਹੁਣ ਵੀ ਕਹਿ ਰਿਹਾ, ਕੈਨੇਡਾ ਗਵਰਨਮੈਂਟ ਨੇ ਪਹਿਲਾਂ ਮੌਂਟਰੀਅਲ ਦੇ ਵਿੱਚ ਇਹ ਰੂਲ ਕੀਤਾ ਸੀਗਾ ਕਿ ਪ੍ਰਾਈਵੇਟ ਕਾਲਜ ਦੇ ਬੱਚਿਆਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਵੈਨਕੂਵਰ ਦੇ ਵਿੱਚ ਵੀ ਇਹ ਰੂਲ ਆ, ਪ੍ਰਾਈਵੇਟ ਜਿਹੜੇ ਕਾਲਜ ਪੜ੍ਹਦੇ ਬੱਚਿਆਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। 100 ਵਾਰ ਸੋਚ ਸਮਝ ਕੇ ਨਾ ਆਪਣੇ ਬੱਚੇ ਨੂੰ ਕੈਨੇਡਾ ਭੇਜੋ। ਹੱਥ ਜੋ ਮਤਲਬ 6 ਮਹੀਨੇ ਲੇਟ ਹੋ ਜਾਓ, ਕੰਟਰੀ ਚੇਂਜ ਕਰ ਲਓ, ਪ੍ਰਾਈਵੇਟ ਕਾਲਜ ਦੇ ਵਿੱਚ ਨਾ ਭੇਜੋ ਬੱਚਿਆਂ ਨੂੰ। ਹੱਥ ਜੋੜ ਕੇ ਬੇਨਤੀ ਆ। ਤੇ ਮਤਲਬ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਸਾਰੀਆਂ ਦੀ ਜ਼ਿੰਦਗੀ ਖਰਾਬ ਹੈ। ਬਿਲਕੁਲ। ਇੱਕ ਕਾਲ ਸੰਧੂ ਸਾਹਿਬ ਬੜੀ ਦੇਰ ਦੀ ਹੋਲਡ ਹੈ ਵੀ, ਕਿਉਂਕਿ ਆਪਾਂ ਜਦੋਂ ਗੱਲ ਕਰ ਰਹੇ ਹੁੰਦੇ ਆ ਤੇ ਉਦੋਂ ਗੱਲ ਜਿਹੜੀ ਕੰਪਲੀਟ ਹੋਣ ਤੋਂ ਬਾਅਦ ਹੀ ਕਾਲ ਚੱਕਦੇ ਆ। ਬਹੁਤ ਸਾਰੇ ਲੋਕੀ ਨਾਰਾਜ਼ ਵੀ ਹੁੰਦੇ ਨੇ ਕਿ ਸਾਡੀ ਕਾਲ ਨਹੀਂ ਲੱਗਦੀ, ਜਿਹੜਾ ਜੇ ਆਨਸਰ ਨਹੀਂ ਹੁੰਦਾ। ਦੇਖੋ ਸ਼ੋਅ ਜਿਹੜਾ ਅੱਧੇ ਘੰਟੇ ਦਾ ਹੁੰਦਾ ਹੈ, ਸਾਰੀਆਂ ਗੱਲਾਂ ਦਾ ਆਪਾਂ ਇੱਥੇ ਰਿਪਲਾਈ ਨਹੀਂ ਦੇ ਸਕਦੇ, ਸਾਰੀ ਕਾਲ ਨਹੀਂ ਚੱਕ ਸਕਦੇ, ਲੇਕਿਨ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਕਾਲ ਆਪਾਂ ਅਟੈਂਡ ਕਰੀਏ ਤਾਂ ਕਿ ਤੁਹਾਨੂੰ ਜਿਹੜਾ ਤੁਹਾਡੇ ਸਵਾਲਾਂ ਦਾ ਜਵਾਬ ਔਨ ਸਕਰੀਨ ਹੀ ਮਿਲ ਜਾਏ। ਹਾਂਜੀ, ਕਿੱਥੋਂ ਬੋਲ ਰਹੇ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਪ੍ਰਿਆ ਚੌਹਾਨ ਬੋਲ ਰਹੀ ਹਾਂ ਬਠਿੰਡਾ ਤੋਂ। ਜੀ ਬੋਲੋ। ਸਰ ਮੈਂ ਆਇਲਟਸ ਦਾ ਪੇਪਰ ਦਿੱਤਾ ਸੀਗਾ 2 ਵਾਰ, ਮੇਰਾ ਕਲੀਅਰ ਨਹੀਂ ਹੋਇਆ ਤੇ ਇਸ ਵਾਰ ਮੇਰਾ ਪੇਪਰ ਹੈ ਜੋ ਕਲੀਅਰ ਹੋ ਗਿਆ। ਮੈਂ 666 ਔਰ 1 ਤੇ 6.5 ਨੇ ਤੇ ਮੈਂ BSc ਐਗਰੀਕਲਚਰ ਕੀਤੀ ਹੋਈ ਹੈ। ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਕਿਹੜਾ ਕਾਲਜ ਜਾ ਸਕਦੀ ਹਾਂ ਤੇ ਕਿਹੜਾ ਕੋਰਸ ਲੈ ਸਕਦੀ ਹਾਂ। ਜੀ ਤੁਸੀਂ ਆਪਣਾ ਜਿਹੜਾ ਆਨਸਰ ਹੈ ਸੰਧੂ ਸਾਹਿਬ ਦੇਣਗੇ ਸਕਰੀਨ ਦੇ ਉੱਪਰ, ਜਿਹੜਾ ਜੇ ਤੁਸੀਂ ਆਨਸਰ ਸੁਣ ਲਓ। ਤੇ ਸੰਧੂ ਸਾਹਿਬ ਇਹੀ ਗੱਲ ਆ ਗਈ ਕਿ ਬੱਚਾ BSc ਐਗਰੀਕਲਚਰ ਹੈ, ਕੈਨੇਡਾ ਦੇ ਵਿੱਚ ਜਾਣਾ ਚਾਹੁੰਦਾ ਹੈ, ਤੇ ਹੁਣ ਗੱਲ ਹੋ ਜਾਂਦੀ ਕਿ ਪ੍ਰਾਈਵੇਟ ਗਵਰਨਮੈਂਟ, ਪਬਲਿਕ ਜਾਂ ਪ੍ਰਾਈਵੇਟ ਕਾਲਜ ਇਹ ਕੋਰਸ ਕਰਾ ਹੀ ਨਹੀਂ ਸਕਦੇ ਜੀ। ਐਗਰੀਕਲਚਰ ਨਾਲ ਰਿਲੇਟਡ ਐਡੇ ਹਾਈਟੈਕ ਪ੍ਰੋਗਰਾਮਸ ਨੇ ਉਧਰ, ਇਹ ਨਹੀਂ ਕਰ ਸਕਦੇ। ਮੈਂ ਇੱਕ ਤੁਹਾਨੂੰ ਦੱਸਣੀ ਚਾਹ ਰਿਹਾ ਛੋਟਾ ਜਿਹਾ ਕੈਨੇਡਾ ਬਾਰੇ। ਅਸੀਂ ਦਿੱਲੀ ਤੋਂ ਇੰਗਲੈਂਡ ਜਾਂਦੇ ਆ 8 ਘੰਟੇ ਲੱਗਦੇ ਆ ਬਾਏ 에ਅਰ। ਟੋਰਾਂਟੋ ਤੋਂ ਵੈਨਕੂਵਰ ਜਾਂਦੇ ਆ 7 ਘੰਟੇ ਲੱਗਦੇ ਆ ਬਾਏ 에ਅਰ। ਇੰਨਾ ਵੱਡਾ ਆ ਕੈਨੇਡਾ। ਮਤਲਬ ਤੁਸੀਂ ਦਿੱਲੀ ਤੋਂ ਇੰਗਲੈਂਡ ਪਹੁੰਚ ਜਾਂਦੇ ਹੋ ਜਿੰਨੇ ਟਾਈਮ ਦੇ ਵਿੱਚ ਤੁਸੀਂ ਟੋਰਾਂਟੋ ਤੋਂ ਵੈਨਕੂਵਰ ਪਹੁੰਚਣਾ। ਹੁਣ ਜੇ ਤੁਸੀਂ ਬਾਏ ਕਾਰ ਜਾਂਦੇ ਹੋ ਜਿਹੜੇ ਕਿ 3 ਜਾਂ 4 ਦਿਨ ਲੱਗਦੇ ਆ, ਤਾਂ ਉਹ ਰਸਤੇ ਦੇ ਵਿੱਚ ਹਜ਼ਾਰ ਕਿਲੋਮੀਟਰ ਦੇ ਪਿੰਡ ਆਉਂਦਾ, ਉਹ ਸਾਰੇ ਖੇਤ ਨੇ। ਕੈਨੇਡਾ ਦੇ ਵਿੱਚ ਬਹੁਤ ਵੱਡਾ ਸਕੋਪ ਆ ਐਗਰੀਕਲਚਰ ਦਾ, ਔਰ ਉਹ ਚਾਹੁੰਦੇ ਵੀ ਆ ਕਿ ਆਓ ਐਗਰੀਕਲਚਰ ਕਰੋ। ਐਗਰੀਕਲਚਰ ਦਾ ਮਤਲਬ ਕਣਕ ਤੇ ਝੋਨਾ ਲਾਉਣਾ ਨਹੀਂ ਆ। ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਫੂਡ ਟੈਕਨੋਲੋਜੀ ਇੱਕ ਨਵੀਂ ਐਡ ਹੋ ਗਈ ਹੈ ਇਹਦੇ ਵਿੱਚ, ਬਹੁਤ ਕੁਝ ਹੈ, ਬਹੁਤ ਵਧੀਆ ਵਾ। ਫਰੂਟ ਦੀ ਖੇਤੀ ਹੁੰਦੀ ਹੈ, ਬਹੁਤ ਨੈਕਸਟ ਲੈਵਲ ਆ ਜਿਹੜੀ ਐਗਰੀਕਲਚਰ ਦੇ ਨੇ। ਬਹੁਤ ਬੱਚੇ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਸਾਡਾ ਟਾਈ ਅਪ ਜੀ, ਬਹੁਤ ਬੱਚੇ ਅਸੀਂ ਭੇਜਦੇ ਆ। ਬੱਚੇ ਥੋੜਾ ਆ ਗਿਆ ਨੰਬਰ, ਵੈਲ ਲੈਟ ਯੂ ਨੋ, ਆਪਾਂ ਤੁਹਾਨੂੰ ਕੰਟੈਕਟ ਕਰਾਂਗੇ ਜੀ। ਹੁਣ ਟਾਈਮ ਹੋ ਚੁੱਕਿਆ ਜੀ ਉਹਨਾਂ ਬੱਚਿਆਂ ਦੇ ਨਾਲ ਤੁਹਾਨੂੰ ਮਿਲਵਾਉਣ ਦਾ, ਉਹਨਾਂ ਪੇਰੈਂਟਸ ਦੇ ਨਾਲ ਤੁਹਾਨੂੰ ਮਿਲਵਾਉਣ ਦਾ ਜਿਨ੍ਹਾਂ ਦੇ ਰੀਸੈਂਟਲੀ ਵੀਜ਼ਾ ਆਏ ਹੁੰਦੇ ਨੇ, ਕਿਉਂਕਿ ਰੈਫਲ ਦੀ ਜਿਹੜੀ ਮਿਹਨਤ ਹੈ ਉਹ ਉਦੋਂ ਹੀ ਰੰਗ ਲਾਉਂਦੀ ਹੈ ਜਦੋਂ ਇਹਨਾਂ ਦੇ ਜਿਹੜੇ
ਜਿਹੜੇ ਵੀਜ਼ਾ ਅਸੀਂ ਹੈਂਡਓਵਰ ਕਰਦੇ ਹਾਂ ਉਹਨਾਂ ਦੇ ਮਾਂ-ਪਿਓ ਦੀ ਬੱਚਿਆਂ ਦੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਉਹ ਕਹਿਣਾ ਚਾਹੁੰਦੇ ਨੇ, ਉਹ ਸਕਰੀਨ ਦੇ ਉੱਪਰ ਅਸੀਂ ਤੁਹਾਨੂੰ ਜਿਹੜਾ ਸੁਣਾਉਂਦੇ ਹੋ ਕਿ ਕਿੱਦਾਂ ਦੇ ਉਹਨਾਂ ਦੇ ਐਕਸਪੀਰੀਅੰਸ ਰਹੇ ਨੇ। ਮੈਨੂੰ ਤੇ ਸੰਧੂ ਸਾਹਿਬ ਨੂੰ ਦੋ ਇਜਾਜ਼ਤ, ਅੱਜ ਦੇ ਸ਼ੋਅ ਵਿੱਚ ਇੰਨਾ ਹੀ। ਇਸ ਸ਼ੋਅ ਦੇ ਵਿੱਚ ਅੱਜ ਮੇਰੇ ਨਾਲ ਬੈਠਣਗੇ ਸਵਰਨ ਸਿੰਘ ਸੰਧੂ ਜੋ ਕਿ ਰੈਫਲ ਐਜੂਸਿਟੀ ਤੋਂ ਨੇ। ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਜਿਹੜੀ ਗੱਲਬਾਤ ਦਾ ਸਿਲਸਿਲਾ ਕੰਟੀਨਿਊ ਕਰਾਂਗੇ ਕਿ ਅੱਜ ਉਹ ਕਿਹੜੀ ਕੰਟਰੀ ਜਿਹੜੀ ਹੈ ਸਾਡੇ ਨਾਲ ਡਿਸਕਸ ਕਰਾਂਗੇ। ਸਰ ਸਵਾਗਤ ਹੈ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਸਰ ਸੰਧੂ ਸਾਹਿਬ ਕਿ ਅੱਜ ਆਪਾਂ ਕੈਨੇਡਾ ਨੂੰ ਛੱਡ ਕੇ UK ਵੱਲ ਨੂੰ ਫੋਕਸ ਕਰਨਾ ਹੈ, ਕਿਉਂਕਿ ਪਿਛਲੇ ਟਾਈਮ 'ਚ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਬੱਚੇ ਕਾਲ ਕਰ ਰਹੇ ਸੀਗੇ ਜੀ ਕੈਨੇਡਾ ਦੀ ਰਿਫਿਊਜ਼ਲ ਆ ਰਹੀ। ਮੈਕਸਿਮਮ ਜਿਹੜੀ ਕਾਲ ਕਰਦੇ ਨੇ ਬੱਚੇ ਉਹੀ ਕਹਿੰਦੇ ਕਿ ਕੈਨੇਡਾ ਤੋਂ ਰਿਫਿਊਜ਼ ਹੋ ਗਿਆ ਜੀ, ਕੈਨੇਡਾ ਤੋਂ ਰਿਫਿਊਜ਼ ਹੋ ਗਿਆ। ਕਿਉਂਕਿ ਆਪਾਂ ਦੇਖਦੇ ਹਾਂ ਕਿ ਕੈਨੇਡਾ ਦੇ ਕੋਲ ਇੰਨਾ ਕਿ ਵਰਕ ਲੋਡ ਹੈ, ਇੰਨੀ ਫਾਈਲ ਲੱਗੀ ਹੋਈ ਹੈ ਮੈਸੀ ਦੇ ਵਿੱਚ ਕਿ ਕੈਨੇਡਾ ਨੂੰ ਸ਼ਾਇਦ ਇਹੀ ਦਿਖ ਰਿਹਾ ਕਿ ਕਿਉਂ ਨਾ ਜਲਦੀ ਮਤਲਬ ਵਰਕ ਲੋਡ ਘੱਟ ਕਰਨ ਵਾਸਤੇ ਉਹਨੂੰ ਰਿਫਿਊਜ਼ਲ ਮਤਲਬ ਕਿ ਤੁਸੀਂ ਵਾਪਸ ਨਹੀਂ ਆਉਣਾ, ਇਹੀ ਦੋ ਚਾਲਾਂ ਇਹਨਾਂ ਲਿਖ ਕੇ ਜਿਹੜਾ ਰਿਫਿਊਜ਼ ਕਰ ਰਹੇ ਆ ਬੱਚੇ ਨੂੰ। ਅੱਜ ਆਪਾਂ ਗੱਲ ਕਰਨੀ ਹੈ ਬੇਸਿਕਲੀ UK ਦੀ, ਕਿਉਂਕਿ ਜਿਹੜਾ 2-3 ਵਾਰ ਬੱਚਾ ਕੈਨੇਡਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਚੁੱਕਿਆ ਉਹ ਕਿਤੇ ਨਾ ਕਿਤੇ ਹਤਾਸ਼ ਹੋਇਆ ਬੈਠਾ ਹੈ ਔਰ ਉਹਨੂੰ ਇਹ ਲੱਗ ਰਿਹਾ ਕਿ ਹੁਣ ਮੈਂ ਕਿਤੇ ਮੇਰੇ ਲਈ ਜਿਹੜੀ ਆ ਕੋਈ ਕੰਟਰੀ ਨਹੀਂ ਬਚੀ ਹੈ। ਤੇ ਅੱਜ ਤੁਸੀਂ UK ਦੇ ਬਾਰੇ ਜਿਹੜਾ ਬੱਚੇ ਨੂੰ ਅਵੇਅਰ ਕਰਨਾ ਹੈ। ਰੈਫਲ ਐਜੂਸਿਟੀ ਦੇ ਕੋਲ UK ਦੇ ਵਿੱਚ ਕੀ ਆਪਸ਼ਨ ਹੈ ਬੱਚਿਆਂ ਦੇ ਲਈ? ਹਾਂਜੀ, ਸਭ ਤੋਂ ਪਹਿਲਾਂ ਤਾਂ ਰਿੱਕੀ ਜੀ ਥੋੜਾ ਜਿਹਾ ਮੈਂ ਠੀਕ ਕਰਦਾ ਤੁਹਾਨੂੰ ਕਿ ਅਸੀਂ ਕੈਨੇਡਾ ਨੂੰ ਛੱਡ ਕੇ UK ਨਹੀਂ ਕਰਨਾ। ਕੈਨੇਡਾ ਤਾਂ ਹੁਣ ਵਸਿਆ ਹੋਇਆ ਸਾਡੇ ਹੱਡਾਂ 'ਚ। ਜੀ ਕੈਨੇਡਾ ਤਾਂ ਨਹੀਂ ਅਸੀਂ ਛੱਡ ਸਕਦੇ, ਬਿਲਕੁਲ। ਸੋ ਕੈਨੇਡਾ ਨਹੀਂ ਜੀ ਛੱਡ ਰਹੇ। ਤੇ ਕੈਨੇਡਾ ਸਾਡਾ ਕੰਟਰੀ, ਮੇਰਾ ਆਪਣਾ ਕੰਟਰੀ ਆ। ਮੈਂ ਇੰਨੇ ਸਾਲ ਰਿਹਾ ਉੱਥੇ ਤੇ ਸਾਡੀ ਆਪਣੀ ਲਾਅ ਫਰਮ ਆ। ਬਟ ਇਹ ਵੀ ਨਹੀਂ ਆ ਕਿ ਜਿਵੇਂ ਅੱਜ ਕੱਲ੍ਹ ਏਜੰਟ ਰੌਲਾ ਪਾ ਰਹੇ ਆ ਕਿ ਜਿਨ੍ਹਾਂ ਦਾ ਕੈਨੇਡਾ ਵੀਜ਼ਾ ਨਹੀਂ ਲੱਗਦਾ ਜੀ ਆ ਜਾਓ ਆਪਾਂ ਤੁਹਾਨੂੰ UK ਭੇਜ ਦਿੰਦੇ ਆ। ਨਹੀਂ, ਮੈਂ ਕਹਿੰਦਾ ਲਿਆਓ। 11 ਵਾਰ ਰਿਫਿਊਜ਼ ਤਾਂ ਲਵਾਤਾ ਮੈਂ ਵੀਜ਼ਾ। 11 ਵਾਰ ਦਾ ਰਿਫਿਊਜ਼ਲ ਆ। 5-6 ਵਾਲੇ ਤਾਂ ਨਾਰਮਲੀ ਮੇਰੇ ਕੋਲ ਕੈਨੇਡਾ ਤੋਂ 11 ਵਾਰ ਰਿਫਿਊਜ਼ ਸੀ। ਹਾਂਜੀ, ਕੈਨੇਡਾ ਤੋਂ 11 ਵਾਰ ਰਿਫਿਊਜ਼ਲ ਦਾ ਕੈਨੇਡਾ ਹੀ ਵੀਜ਼ਾ ਲਵਾਇਆ 12ਵੀਂ ਵਾਰ। ਸੋ ਮਹਾਰਾਜ ਦੀ ਇੰਨੀ ਕੁ ਕਿਰਪਾ ਹੈ ਕਿ ਕੈਨੇਡਾ ਤੋਂ ਮੇਰੇ ਕੋਲ ਪਹਿਲੀ ਵਾਰ ਤਾਂ ਕੋਈ ਆਉਂਦਾ ਨਹੀਂ ਹੈ ਨਾ। ਕੈਨੇਡਾ 2-2 4-4 ਰਿਫਿਊਜ਼ਲ ਲੈ ਕੇ ਆਉਂਦਾ। ਸੋ ਉਹ ਇਸ ਕਰਕੇ ਨਾ ਉਹਨਾਂ ਨੂੰ ਇਹ ਲੱਗਦਾ ਕਿ ਸੰਧੂ ਸਾਹਿਬ ਕੋਲ ਇਹੋ ਜਿਹੀ ਕੋਈ ਜਾਦੂ ਦੀ ਛੜੀ ਹੈ ਜਾਂ ਇਹੋ ਜਿਹਾ ਕੋਈ ਮਤਲਬ ਕਹਿ ਸਕਦੇ ਆਪਾਂ ਮੰਤਰ ਹੈ ਕਿ ਸੰਧੂ ਸਾਹਿਬ ਇਹੋ ਜਿਹਾ ਮੰਤਰ ਮਾਰਨਗੇ ਕੈਨੇਡਾ ਦਾ ਵੀਜ਼ਾ ਆ ਜਾਏਗਾ। ਮੈਂ ਕਹਿੰਦਾ ਜੀ ਸਾਰੇ ਹੀ ਮਾਰ ਸਕਦੇ ਆ, ਸਾਰੇ ਹੀ ਇਹ ਮੰਤਰ ਕਰ ਸਕਦੇ। ਔਰ ਇਹ ਮੰਤਰ ਬਹੁਤ ਖੁੱਲਾ ਵਾ। ਮੈਂ ਮੰਤਰ ਫੂਕ ਮਾਰ ਕੇ ਕੰਨ 'ਚ ਨਹੀਂ ਦਿੰਦਾ। ਮੈਂ ਤਾਂ ਓਪਨਲੀ ਦੱਸ ਦਿੰਦਾ ਵੀ ਮੰਤਰ ਇਹ ਆ ਵੀ ਜਿਹੜਾ ਕੰਪਨੀ ਦਾ ਓਨਰ ਆ ਉਹਨੂੰ ਇੰਨੀ ਕੁ ਆਪ ਨੂੰ ਮਾੜੀ ਮੋਟੀ ਅਕਲ ਹੋਣੀ ਚਾਹੀਦੀ ਆ, ਉਹਨੂੰ ਨੌਲੇਜ ਹੋਣੀ ਚਾਹੀਦੀ ਆ ਐਂਡ ਉਹ ਆਪ ਕੰਮ ਕਰੇ। ਇੱਥੇ ਤੇ ਮੈਂ ਦੇਖਿਆ ਮਤਲਬ ਤੁਸੀਂ ਜਾਓ ਸਰਕਾਰ ਦੇ MLA ਜਾਂ ਕੈਬਨਿਟ ਮਿਨਿਸਟਰ ਨੂੰ ਵੀ ਮਿਲਣਾ ਸੌਖਾ। ਹਰ ਰੋਜ਼ ਸਵੇਰੇ ਉੱਠ ਕੇ ਉਹ ਐਟਲੀਸਟ ਪਬਲਿਕ ਡੀਲਿੰਗ ਕਰਦੇ ਆ, ਮਿਲਦੇ ਆ। ਮੈਂ ਕਹਿੰਦਾ ਤੁਸੀਂ ਏਜੰਟ ਨੂੰ ਮਿਲ ਕੇ ਦਿਖਾਓ ਕਿਸੇ ਨੂੰ, ਸਪਾਂਸਰ ਰੱਖ ਕੇ ਏਡੇ ਗੱਡੀਆਂ ਰੱਖ ਕੇ ਫਲਾਨਾ ਤਿਮਕਾ। ਉਹ ਮਤਲਬ ਕੈਬਨਿਟ ਮਿਨਿਸਟਰ ਤਾਂ ਫੇਲ ਨੇ ਅੱਜ ਦੇ ਇਮੀਗ੍ਰੇਸ਼ਨ ਏਜੰਟਾਂ ਦੇ ਸਾਹਮਣੇ, ਏਡਾ ਹੀ ਤੋਪਾਂ ਬਣ ਗਏ ਹੋਏ ਨੇ। ਬਟ ਅਸੀਂ ਕੰਮ ਕਰਨਾ ਲੋਕਾਂ ਦਾ, ਰਹਿਣਾ ਉਹਨਾਂ 'ਚ, ਰੋਟੀ ਅਸੀਂ ਲੋਕਾਂ ਦੇ ਦਿੱਤੇ ਹੋਏ ਟੁਕੜਿਆਂ ਤੋਂ ਖਾਣੀ ਆ। ਮਤਲਬ ਅਸੀਂ ਬਣੇ ਫਿਰਦੇ ਆ ਆਪਣੇ ਆਪ ਨੂੰ ਮਹਾਰਾਜੇ, ਰਾਣਾ ਪ੍ਰਤਾਪ ਸਿੰਘ, ਪਤਾ ਨਹੀਂ ਕਿਹੜੇ। ਸੋ ਬਣੇ ਫਿਰਦੇ ਆ ਮਹਾਰਾਜੇ ਅਸੀਂ ਆਪਣੇ ਆਪ ਨੂੰ। ਰੋਟੀ ਅਸੀਂ ਖਾਂਦੇ ਆ ਇਹਨਾਂ ਲੋਕਾਂ ਦੇ ਆ ਦਿੱਤੇ ਹੋਏ ਟੁਕੜਿਆਂ ਤੋਂ। ਕਿਹੜੇ ਬਾਦਸ਼ਾਹ ਆ ਅਸੀਂ ਸੇਵਕ ਆ, ਸੇਵਾ ਕਰਦੇ ਆ ਤੁਹਾਡੀ। ਉਹਦੇ ਚੋਂ ਜਿਹੜੇ 4 ਪੈਸੇ ਬਣਦੇ ਆ ਉਹਦੇ ਨਾਲ ਅਸੀਂ ਆਪਣਾ ਘਰ ਚਲਾਉਂਦੇ ਆ ਸਾਰੇ। ਤੇ ਇਹ ਜਦੋਂ ਸਮਝ ਲੈਂਦੇ ਆ ਵੀ ਹੁਣ ਪਤਾ ਨਹੀਂ, ਅਸੀਂ ਰੱਬ ਨੂੰ ਘੜੱਬ ਦੱਸਣ ਲੱਗ ਜਾਂਦੇ ਆ। ਐ ਹੱਥ ਲਾ ਕੇ ਦੱਸਣਗੇ ਵੀ ਆ ਲੈ 1-2 ਗਿੱਠਾਂ ਰਹਿ ਗਿਆ ਰੱਬ, ਹੁਣ ਮੈਂ ਤਾਂ ਲਾ ਲਿਆ ਹੱਥ ਉੱਤੇ ਬਸ ਰੱਬ ਨੂੰ। ਸੋ ਜਦੋਂ ਇਹ ਸੋਚਣ ਲੱਗ ਜਾਂਦੇ ਆ ਏਜੰਟ, ਉਦੋਂ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋਣੇ ਸ਼ੁਰੂ ਹੋ ਜਾਂਦੇ ਆ। ਹੋਰ ਤਾਂ ਕੁਛ ਨਹੀਂ, ਜਿਹੜੇ ਵਿਚਾਰੇ ਅਨਟ੍ਰੇਨਡ ਬੰਦੇ ਰੱਖੇ ਆ, ਤੁਸੀਂ ਕੋਈ ਫਰੈਸ਼ਰ ਬੰਦੇ ਰੱਖਦੇ ਹੋ, ਕਿਸੇ ਵੀ ਕੰਮ ਲਈ ਰੱਖਦੇ ਹੋ, ਉਹਨਾਂ ਨੂੰ ਟ੍ਰੇਨਿੰਗ ਤਾਂ ਦੇਣੀ ਪੈਣੀ। ਟ੍ਰੇਨਿੰਗ ਕੌਣ ਦਊਗਾ? ਮਤਲਬ ਆਪਰੇਸ਼ਨ ਕਿਵੇਂ ਕਰਨਾ ਉਹਦੀ ਟ੍ਰੇਨਿੰਗ ਉਹਨੂੰ ਸਕੂਟਰ ਮਕੈਨਿਕ ਦਊਗਾ, ਕੁੱਕ ਦਊਗਾ, ਸ਼ੈਫ ਦਊਗਾ ਜਾਂ ਲੱਕੜ ਵਾਲਾ ਜਾਂ ਮਿਸਤਰੀ ਦਊਗਾ। ਸੋ ਇੱਕ ਸਿਸਟਮ ਚੱਲਦਾ ਆ ਰਿਹਾ ਜੀ, ਉਹਦੇ ਵਿੱਚ ਉਹ ਵੀਜ਼ਾ ਜਿਹੜੇ ਰਿਜੈਕਟ ਹੁੰਦੇ ਆ। ਚਲੋ ਖੈਰ ਆਪਾਂ ਇੱਧਰ ਨੂੰ ਨਾ ਜਾ ਕੇ ਅਗਰ ਮੁੱਦੇ ਦੀ ਗੱਲ ਕਰੀਏ, ਉਹ ਇਹ ਹੈ ਜੀ ਕੈਨੇਡਾ ਆਪਣੀ ਜਗ੍ਹਾ ਤੇ ਬਹੁਤ ਸੋਹਣਾ ਕੰਟਰੀ ਆ। ਵੀਜ਼ਾ ਜਿੰਨੀ ਵਾਰ ਮਰਜ਼ੀ ਰਿਜੈਕਟ ਹੋਇਆ ਸਾਡੇ ਕੋਲ ਆਓ। ਪਰ UK ਇੱਕ ਬਹੁਤ ਵਧੀਆ ਆਪਸ਼ਨ ਆ ਅੱਜ ਦੇ ਟਾਈਮ ਦੇ ਵਿੱਚ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸ ਦਿੰਦਾ। ਮੈਂ ਦੱਸਦਾ ਮੇਰਾ ਫੇਵਰੇਟ ਕੰਟਰੀ ਇੰਗਲੈਂਡ ਕਿਉਂ ਆ। ਮੈਂ ਤੁਹਾਨੂੰ ਇੱਕ ਥੋੜੀ ਜਿਹੀ ਐਗਜ਼ਾਮਪਲ ਇਹ ਦੇਣੀ ਚਾਹੁੰਦਾ, ਵੱਖਰੀ ਆ ਬਾਕੀ ਸਾਰਿਆਂ ਨਾਲੋਂ। ਮੇਰਾ ਫੇਵਰੇਟ ਕੰਟਰੀ ਇੰਗਲੈਂਡ ਇਸ ਲਈ ਆ ਕਿ ਇੱਕੋ ਇੱਕ ਪੂਰੇ ਵਰਲਡ ਦਾ ਇਹੋ ਜਿਹਾ ਦੇਸ਼ ਜਿਹਨੇ ਘੱਟੋ ਘੱਟ 200 ਕੰਟਰੀਆਂ ਤੇ ਰਾਜ ਕੀਤਾ ਜੀ। ਮਤਲਬ ਹਰ ਇੰਡੀਆ ਤੋਂ ਛੱਡੋ, ਤੁਸੀਂ ਕੈਨੇਡਾ ਲੈ ਕੇ ਨਿਊਜ਼ੀਲੈਂਡ ਲੈ ਕੇ ਕੋਈ ਕੰਟਰੀ ਛੱਡੀ ਨਹੀਂ ਜਿਹਦੇ ਤੇ ਇੰਗਲੈਂਡ ਦਾ ਰਾਜ ਹੈ ਨਹੀਂ। ਹੁਣ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਲੋਕ ਨੇ ਨਾ ਇੰਗਲੈਂਡ ਦੇ ਜਿਹੜੇ ਅਸਲੀ ਗੋਰੇ ਨੇ, ਇਹਨਾਂ ਦੇ DNA, ਇਹਨਾਂ ਦੇ ਖੂਨ 'ਚ ਕੋਈ ਡਿਫਰੈਂਟ ਚੀਜ਼ ਆ। ਜੇ ਅਸੀਂ ਇਹਨਾਂ ਨਾਲ ਆਪਣੇ ਆਪ ਨੂੰ ਸਿੰਕਰੋਨਾਈਜ਼ ਕਰ ਲਈਏ, ਅਸੀਂ ਆਪਣਾ ਆਪ ਇਹਨਾਂ ਨਾਲ ਮੈਚ ਕਰਕੇ ਇਹਨਾਂ ਦੀ ਥੋੜੀ ਬਹੁਤੀ ਵੀ ਇਹਨਾਂ ਦੀ ਜਿਹੜੀ ਰਾਜ ਕਰਨ ਦੀ
ਤੇ ਇਹਨਾਂ ਦੀ ਲੋਕਾਂ ਤੋਂ ਕੰਮ ਲੈਣ ਦੀ ਕਿੱਡਾ ਕੁ ਕਿਤੇ ਇੰਗਲੈਂਡ ਪੂਰੇ ਵਰਲਡ ਤੇ ਰਾਜ ਕੀਤਾ ਇਹਨਾਂ ਨੇ ਬਿਨਾਂ ਕਿਸੇ ਇੰਡਸਟਰੀ ਤੋਂ ਲੋਕਾਂ ਦੀਆਂ ਮਤਲਬ ਲੋਕਾਂ ਦੀਆਂ ਦੇਸ਼ਾਂ ਦੀਆਂ ਪੈਸਾ ਲਿਆ ਕੇ ਸਾਡੇ ਲੁੱਟੇ ਹੋਈਆਂ ਚੀਜ਼ਾਂ ਸਾਡੇ ਦੇਸ਼ ਦੀਆਂ ਸਾਡੇ ਕੋਹਿਨੂਰ ਹੀਰਾ ਸਾਡੀਆਂ ਤਲਵਾਰਾਂ ਟੀਪੂ ਸੁਲਤਾਨ ਦੀਆਂ ਸਾਨੂੰ ਹੀ ਦਿਖਾਉਣ ਲਈ ਪੈਸੇ ਲੈਂਦੇ ਆ। ਇਹੋ ਜਿਹਾ ਕੰਟਰੀ ਆ। ਸੋ ਅਗਰ ਇਹ ਇੰਨਾ ਵਧੀਆ ਕੰਟਰੀ ਆ ਸੋ ਅਸੀਂ ਅਗਰ ਇਹਨਾਂ 'ਚ ਜਾਈਏ ਇਹਨਾਂ ਤੋਂ ਸਿੱਖੀਏ ਕੁਛ ਇਹਨਾਂ ਦੇ ਦਾ ਪੇਚ ਵੀ ਅਸੀਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਣਾ। ਵੈਸੇ ਇੱਕ ਐਗਜ਼ਾਮਪਲ ਦਿੰਦਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅੱਜ ਸ਼ਾਹਰੁਖ ਖਾਨ ਤੱਕ ਇਹਨਾਂ ਨੇ ਆਪਣੇ ਬੱਚੇ ਨਾ ਅਮਰੀਕਾ ਭੇਜਿਆ ਨਾ ਕੈਨੇਡਾ ਭੇਜਿਆ ਇਹਨਾਂ ਨੇ ਆਪਣੇ ਬੱਚੇ ਇੰਗਲੈਂਡ ਹੀ ਭੇਜਿਆ। ਸੋ ਮਤਲਬ ਕੁਛ ਨਾ ਕੁਛ ਤਾਂ ਹੈਗਾ ਇਸ ਕੰਟਰੀ ਦੇ ਵਿੱਚ ਜਿਹੜਾ ਤੁਹਾਨੂੰ ਰਾਜ ਭਾਗ ਕਰਨ ਦੀ ਸਿਖਲਾਈ ਦਿੰਦਾ ਤੁਹਾਨੂੰ ਇੱਕ ਉਹ ਖੂਨ ਉਹ ਤੁਹਾਨੂੰ DNA ਦਿੰਦਾ ਇੱਕ ਉਹ ਪਾਵਰ ਦਿੰਦਾ ਉਹਨਾਂ ਦੇ ਇਨਵਾਇਰਮੈਂਟ 'ਚ ਇੱਕ ਇਹੋ ਜਿਹੀ ਆ। ਬਾਕੀ ਕੀ ਸੀਗਾ ਕਿ ਪਹਿਲਾਂ ਪ੍ਰੋਬਲਮ ਸੀਗੀ ਇੰਗਲੈਂਡ ਦੀ ਕਿਉਂਕਿ 27-28 ਕੰਟਰੀਆਂ ਉਹਨਾਂ ਦੇ ਨਾਲ ਸੀ। ਹੁਣ ਉਹ ਅਲੱਗ ਹੋ ਗਿਆ ਜੀ ਐਗਜ਼ੈਕਟ ਉਹਨਾਂ ਤੋਂ ਹੋ ਗਈਆਂ ਜਿਹੜਾ ਯੂਰਪੀਅਨ ਯੂਨੀਅਨ ਸੀਗਾ ਨਿਕਲ ਗਿਆ। ਇਸ ਲਈ ਇੰਗਲੈਂਡ ਹੁਣ ਉਹ ਵਾਲਾ ਇੰਗਲੈਂਡ ਨਹੀਂ ਰਿਹਾ ਜਿਹੜਾ ਪਹਿਲਾਂ ਹੁੰਦਾ ਸੀਗਾ। ਲੇਕਿਨ ਮੈਂ ਇੱਥੇ ਪੁੱਛਣਾ ਚਾਹਾਂਗਾ ਦੇਖੋ ਸੰਧੂ ਸਾਹਿਬ ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੇ ਕੀ ਕਰਨਾ ਹੁੰਦਾ +2 ਜਦੋਂ ਕਰਦੇ ਨੇ +2 ਤੋਂ ਬਾਅਦ ਕੈਨੇਡਾ ਵੱਲ ਨੂੰ ਸੋਚਦੇ ਨੇ। ਕੈਨੇਡਾ ਤੋਂ 2-3 ਵਾਰੀ ਕਈ ਵਾਰ ਬੱਚੇ ਦਾ ਪ੍ਰੋਫਾਈਲ ਅੱਛਾ ਹੁੰਦਾ ਲੇਕਿਨ ਕਈ ਫਾਈਲ ਜਿਹੜੀ ਜਿਵੇਂ ਤੁਸੀਂ ਪਹਿਲੇ ਵੀ ਕਿਹਾ ਕਿ ਤੁਹਾਡੇ ਕੋਲ ਤਾਂ ਬੱਚੇ ਆਉਂਦੇ ਉਦੋਂ ਜਦੋਂ 1-2 ਰਿਫਿਊਜ਼ਲਾਂ ਲਵਾ ਕੇ ਫਰੈਸ਼ ਵਾਲਾ ਬੱਚਾ ਤਾਂ ਕਹਿੰਦਾ ਕਿ ਮੈਂ ਪਹਿਲੇ ਇੱਧਰ ਉੱਧਰ ਜਾਇਆ ਮੈਂ ਬਾਅਦ 'ਚ ਰੈਫਲ ਕੋਲ ਜਾਵਾਂਗਾ। ਲੇਕਿਨ ਤੁਸੀਂ ਕਿਹਾ ਕਿ ਰਿਫਿਊਜ਼ਲ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਆਪਣੇ ਹਤਾਸ਼ ਹੋ ਕੇ ਬੈਠ ਜਾਂਦੇ ਨੇ ਪੇਰੈਂਟਸ ਵੀ ਪੈਸੇ ਪੂਸੇ ਫਸਾ ਕੇ ਇੱਧਰ ਉੱਧਰ ਜਿਹੜੇ ਚੁੱਪਚਾਪ ਬੈਠ ਜਾਂਦੇ ਨੇ। ਇੰਨੀ ਦੇਰ 'ਚ ਹੋ ਜਾਂਦਾ ਗੈਪ। ਬੱਚਾ ਜਿਹੜਾ +2 ਕੀਤੀ ਹੁੰਦੀ ਉਹਨੇ 2-3 ਵਾਰ ਰਿਫਿਊਜ਼ਲ ਲੱਗੇਗਾ 2-3 ਸਾਲ ਦਾ ਗੈਪ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਬੱਚੇ ਨੂੰ ਕੋਈ ਆਪਸ਼ਨ ਨਹੀਂ ਦਿਖਦੀ ਤਾਂ ਫਿਰ ਉਹ ਮੂੰਹ ਚੱਕਦਾ ਕਹਿੰਦਾ ਕਿ ਮੈਂ ਹੁਣ UK ਵੱਲ ਨੂੰ ਜਾਣਾ ਜੀ। ਲੇਕਿਨ UK ਜਦੋਂ ਇਹ 2-3 ਸਾਲ ਦਾ ਗੈਪ ਹੋ ਜਾਂਦਾ +2 ਵਾਲੇ ਬੱਚੇ ਤੁਸੀਂ ਕਿਵੇਂ ਦੇਖਦੇ ਹੋ ਕਿ ਅਗਰ +2 ਵਾਲਾ ਬੱਚਾ UK ਜਾ ਕੇ ਸੈਟਲਡ ਹੋ ਪਾਏਗਾ? ਦੇਖੋ ਰਿੱਕੀ ਜੀ ਸਾਡੀ ਪੰਜਾਬੀਆਂ ਦੀ ਨਾ ਇੱਕ ਮਾੜੀ ਆਦਤ ਆ ਨਾ ਅਸੀਂ ਜਿੱਦੀ ਵਾਲੇ ਆ ਇੱਕ ਤਾਂ ਮਤਲਬ ਜਿੱਦੀ ਇੰਨੇ ਜ਼ਿਆਦੇ ਆ ਵੀ ਅਸੀਂ ਸੋਚਦੇ ਨਹੀਂ ਵੀ ਇਹਦੇ 'ਚ ਫਾਇਦਾ ਕਿ ਇਹਦੇ 'ਚ ਫਾਇਦਾ ਕਿ ਇਹਦੇ 'ਚ ਨੁਕਸਾਨ ਕਿ ਇਹਦੇ 'ਚ ਨੁਕਸਾਨ। ਫੋਰ ਐਗਜ਼ਾਮਪਲ ਗੰਨਾ ਸਾਡੇ ਤੇ ਉਦਾਹਰਨਾਂ ਲੋਕਾਂ ਨੇ ਬਣਾਈਆਂ ਵੀ ਜੱਟ ਗੰਨਾ ਨਹੀਂ ਪੱਟਣ ਦਿੰਦਾ ਗੁੜ ਦੀ ਭੇਲੀ ਦੇ ਦਿੰਦਾ ਜਿਹਦੇ ਵਿੱਚ ਸ਼ਾਇਦ 20 ਗੰਨਿਆਂ ਦਾ ਰਸ ਹੋਵੇ। ਮਤਲਬ ਅਸੀਂ ਉਹ ਕੰਮ ਨਹੀਂ ਕਰਨਾ ਜਿਹੜਾ ਸਾਨੂੰ ਲੱਗਦਾ ਵੀ ਇਹਦੇ 'ਚ ਘੱਟ ਨੁਕਸਾਨ ਆ ਉਹ ਨਹੀਂ ਕਰਨ ਦੇਣਾ ਜਿਹਦੇ 'ਚ ਵੱਧ ਨੁਕਸਾਨ ਆ ਉਹ ਕਰਨ ਦੇ ਦੇਣਾ। ਹੁਣ ਮੈਂ ਦੱਸਣਾ ਇਹ ਚਾਹ ਰਿਹਾ ਜੀ ਗੱਲ ਘੁਮਾਉਣ ਦਾ ਲਈ ਮਾਫੀ ਮੈਂ ਦੱਸਣਾ ਇਹ ਚਾਹ ਰਿਹਾ ਵੀ ਅਸੀਂ ਜਿੱਦੀ ਕਿਵੇਂ ਆ ਸਾਡੇ ਕੋਲ ਆਉਣਗੇ ਲੋਕ ਨਾ ਜੀ ਜਾਊਗਾ ਮੁੰਡਾ ਤਾਂ ਕੈਨੇਡਾ ਹੀ ਜਾਊਗਾ ਨਹੀਂ ਤਾਂ ਇੰਗਲੈਂਡ ਨਹੀਂ ਤਾਂ ਦੁਨੀਆ 'ਚ ਕਿਤੇ ਨਹੀਂ ਜਾਊਗਾ। ਅੱਛਾ ਜੀ ਬਾਕੀ ਤੇ ਜਿਹੜੀਆਂ ਕੈਨੇਡਾ ਪਹਿਲੀ ਗੱਲ ਤਾਂ ਕੈਨੇਡਾ ਵਾਲੇ ਤੇ ਜਸਟਿਨ ਟਰੂਡੋ ਤਾਂ ਪਹਿਲਾਂ ਆਪਣੇ ਘਰੇ ਆਊਗਾ ਤੇ ਥਾਲੀ ਲੈ ਕੇ ਤੁਹਾਡੇ ਘਰ ਦੇ ਮੂਹਰੇ ਖੜਾ ਹੋਊਗਾ ਉਹਦੇ 'ਚ ਦੀਵੇ ਰੱਖ ਕੇ ਵੀ ਆ ਜਾਓ ਮੈਂ ਤੁਹਾਡੇ ਬੱਚੇ ਦੀ ਆਰਤੀ ਉਤਾਰਦਾ ਮੈਨੂੰ ਇਹਦੀ ਹੀ ਜ਼ਰੂਰਤ ਆ। ਪਹਿਲੀ ਗੱਲ ਤਾਂ ਸਾਨੂੰ ਲੋੜ ਆ ਕੈਨੇਡਾ ਨੂੰ ਲੋੜ ਨਹੀਂ ਆ। ਦੂਜੀ ਗੱਲ ਕਿ ਅਸੀਂ ਕੀ ਕਹਿੰਦੇ ਆ ਸੁਣਿਓ ਇੱਕ ਛੋਟੀ ਜਿਹੀ ਗੱਲ ਆ ਜੀ ਤੁਸੀਂ ਦੱਸਿਓ ਵੀ ਬੰਦਾ ਕਹਿੰਦਾ ਮੁੰਡਾ ਲੱਗੂਗਾ ਤਾਂ ਸਿੱਧਾ DSP ਲੱਗੂਗਾ ਇੰਸਪੈਕਟਰ ਨਹੀਂ ਲਾਉਣਾ ਨਹੀਂ ਇੰਸਪੈਕਟਰ ਨਹੀਂ ਲਾਉਣਾ ਖੇਤੀ ਕਰਾ ਲੂੰਗਾ ਲੇਕਿਨ ਲਾਉਣਾ DSP ਹੈ ਲਾਉਣਾ DSP। ਹੁਣ ਹੋਣਾ ਕੀ ਹੈ ਜੀ ਤੁਸੀਂ ਠੀਕ ਹੈ ਤੁਸੀਂ ਉਹਨੂੰ ਖੇਤੀ ਕਰਨ ਲਾ ਲਿਆ ਖੇਤੀ ਕਰਨ ਲਾ ਲਿਆ ਨਾ 5-7 ਸਾਲਾਂ ਤੱਕ ਉਹ ਹੋਮਗਾਰਡੀਆਂ ਨਹੀਂ ਲੱਗ ਸਕਦਾ। ਤੁਸੀਂ ਲਿਖਾ ਲਓ ਮੇਰੇ ਤੋਂ ਏਜ ਨਿਕਲ ਜਾਣੀ ਆ ਢਿੱਡ ਵੱਧ ਜਾਣਾ ਉਮਰ ਵੱਧ ਜਾਣੀ ਆ ਉਹ ਡਿਸਕੁਆਲੀਫਾਈ ਹੋ ਜਾਣਾ। ਸੋ ਮਤਲਬ ਤੁਹਾਡਾ ਬੱਚਾ ਅਗਰ ਤੁਸੀਂ 5 ਸਾਲ ਨੂੰ ਖੇਤੀ ਕਰਾ ਲਈ ਘਰੇ ਬਿਠਾ ਲਿਆ ਉਹ ਹੋਮਗਾਰਡੀਆਂ ਨਹੀਂ ਲੱਗ ਸਕਦਾ। ਮੈਂ ਕਹਿੰਦਾ ਇੰਸਪੈਕਟਰ ਲੱਗੋ ਇੰਸਪੈਕਟਰ ਲੱਗਣ ਤੋਂ ਬਾਅਦ ਐਗਜ਼ਾਮ ਦੇ ਕੇ ਬਈ ਇੰਸਪੈਕਟਰ ਦੇ ਵੀ 3 ਹੀ ਸਟਾਰ ਹੁੰਦੇ ਆ DSP ਦੇ ਵੀ 3 ਹੀ ਸਟਾਰ ਹੁੰਦੇ ਆ। ਤੁਸੀਂ ਇੰਸਪੈਕਟਰ ਦਾ ਲਾਓ ਐਗਜ਼ਾਮ ਦੇ ਕੇ DSP ਤਾਂ ਬਣ ਜੂ। ਇੰਗਲੈਂਡ ਤਾਂ ਭੇਜ ਦੋ ਇੰਗਲੈਂਡ ਦੇ ਵੀ 3 ਸਟਾਰ ਨੇ ਕੈਨੇਡਾ ਦੇ ਵੀ 3 ਸਟਾਰ ਨੇ ਇੰਗਲੈਂਡ ਭੇਜ ਦੋ UK ਭੇਜ ਦੋ UK ਤੋਂ ਕਹਿੰਦਾ ਮੈਂ ਭੇਜ ਦੂੰਗਾ। ਬਿਲਕੁਲ ਦੇਖੋ ਜੀ ਕਿੰਨੀ ਵਧੀਆ ਗੱਲ ਕਹੀ ਹੈ। ਕਾਲਰ ਬੜੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ ਕਿੱਥੋਂ ਬੋਲ ਰਹੇ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਮਨਪ੍ਰੀਤ ਬੋਲ ਰਹੀ ਹਾਂ ਲੁਧਿਆਣਾ ਤੋਂ। ਹਾਂਜੀ ਮਨਪ੍ਰੀਤ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਐਕਚੁਅਲੀ ਮੇਰੀ ਬੈਂਡ ਸਕੋਰ 6 ਨੇ ਤੇ ਮੈਂ ਕੈਨੇਡਾ ਦੀ 2 ਵਾਰ ਫਾਈਲ ਲਗਾਈ ਸੀਗੀ ਬਟ ਮੇਰਾ ਰਿਫਿਊਜ਼ਲ ਆ ਗਿਆ। ਕੀ ਮੈਂ ਹੁਣ UK ਲਈ ਅਪਲਾਈ ਕਰ ਸਕਦੀ ਹਾਂ? ਸੰਧੂ ਸਾਹਿਬ ਦੇਣਗੇ ਜਵਾਬ ਜੀ। ਤੁਸੀਂ ਕੁਆਲੀਫਿਕੇਸ਼ਨ ਤੁਹਾਡੀ +2 ਕਿਹੜੇ ਈਅਰ ਦੀ ਪਾਸ ਆਊਟ ਹੋ ਤੁਸੀਂ? 2021 2021 ਦੇ ਪਾਸ ਆਊਟ ਹੋ। ਤੇ ਕਿਹੜੇ ਸਟਰੀਮ ਦੇ ਵਿੱਚ ਪਾਸ ਆਊਟ ਹੋ? ਕਾਮਰਸ ਦੇ ਵਿੱਚ ਪਾਸ ਆਊਟ ਹੋ। ਸੰਧੂ ਸਾਹਿਬ ਕਾਮਰਸ ਦੇ ਵਿੱਚ ਬੱਚਾ ਪਾਸ ਆਊਟ ਮੈਂ ਹਾਂਜੀ ਮੈਂ ਥੋੜਾ ਜਿਹਾ ਦੱਸ ਦਿੰਦਾ ਜੀ ਓਵਰਆਲ ਜੀ ਕਿ 10+2 ਦੇ ਵਿੱਚ ਅਗਰ ਤੁਸੀਂ 4 ਜਾਂ 5 ਸਾਲ ਵੀ ਹੋ ਗਏ ਤੁਹਾਨੂੰ +2 ਕੀਤੇ ਹੋਏ ਨੂੰ ਕੁਛ ਜਾਲੀ ਸਰਟੀਫਿਕੇਟ ਨਹੀਂ ਲਾਉਣਾ ਕੁਛ ਨਹੀਂ ਕਰਨਾ ਸਿਰਫ ਤੁਸੀਂ SOP ਸਟੇਟਮੈਂਟ ਆਫ ਪਰਪਸ ਦੇ ਵਿੱਚ ਜੋ ਅਸਲੀ ਐਕਚੁਅਲ 'ਚ ਕੀਤਾ ਸੀ ਉਹੀ ਕਰਨਾ। ਸੋ ਉਹ ਸਾਡੀ ਜ਼ਿੰਮੇਵਾਰੀ ਆ
ਕਿ ਅਸੀਂ ਕਿਵੇਂ ਤੁਹਾਨੂੰ ਗਾਈਡ ਕਰਕੇ ਤੁਹਾਡੇ ਤੋਂ ਸਟੇਟਮੈਂਟ ਆਫ ਪਰਪਸ ਲਿਖਵਾਉਣਾ ਜੀ। ਸੋ ਅਗਰ ਤੁਸੀਂ +2 ਕੀਤੀ ਆ ਰੀਸੈਂਟ ਜਾਂ +2 ਕੀਤੇ ਨੂੰ 4 ਜਾਂ 5 ਸਾਲ ਹੋ ਚੁੱਕੇ ਆ, ਅਗਰ ਤੁਹਾਡੇ ਆਈਲੈਟਸ ਦੇ ਵਿੱਚੋਂ 6 ਓਵਰਆਲ ਬੈਂਡ ਆ, ਇੱਕ ਚੋਂ 5.5 ਨੇ ਜੋ ਕਿ ਕੈਨੇਡਾ ਨਹੀਂ ਲੈਂਦਾ, ਜਾਂ 2 ਦੇ ਵਿੱਚੋਂ ਵੀ 5.5 ਬੈਂਡ ਨੇ, ਅਗਰ ਤੁਸੀਂ PTE ਕੀਤੀ ਹੋਈ ਆ, ਓਵਰਆਲ 52 ਵੀ ਹੈਗੇ ਆ ਤੁਹਾਡੇ ਐਂਡ ਮਿਨੀਮਮ 50 ਵੀ ਹੈਗੇ ਆ ਤੁਹਾਡੇ, ਔਰ ਅਗਰ ਤੁਸੀਂ ਗ੍ਰੈਜੂਏਟ ਹੋ ਔਰ ਤੁਸੀਂ 5 6 10 ਸਾਲ ਦਾ ਵੀ ਤੁਹਾਡਾ ਅਗਰ ਕੋਈ ਗੈਪ ਆ ਗ੍ਰੈਜੂਏਸ਼ਨ ਤੋਂ ਬਾਅਦ, ਅਗਰ +2 ਤੋਂ ਬਾਅਦ ਤੁਹਾਡਾ 15 ਸਾਲ ਦਾ ਵੀ ਗੈਪ ਆ, 10 ਤੋਂ 15 ਸਾਲ ਵੀ ਤੁਸੀਂ ਕੰਮ ਕੀਤਾ, ਬਿਜ਼ਨਸ ਕੀਤਾ, ਜੌਬ ਕੀਤੀ, ਜੋ ਮਰਜ਼ੀ ਕੀਤਾ, ਲਾਸਟ ਜਿਹੜਾ ਵੀਜ਼ਾ ਆ ਜੀ 52 ਇਅਰਸ 올ਡ ਦਾ ਵੀਜ਼ਾ ਅਸੀਂ ਰੀਸੈਂਟਲੀ ਇੰਗਲੈਂਡ ਦਾ ਲਿਆ। 52 ਇਅਰਸ 올ਡ ਦਾ ਸੰਧੂ ਸਾਹਿਬ ਕਹਿ ਰਹੇ ਹੋ ਕਿ 52 ਸਾਲ ਦਾ ਬੱਚੇ ਦਾ ਹਾਂਜੀ ਵੀਜ਼ਾ ਆਇਆ, 52 ਇਅਰਸ 올ਡ ਬੰਦੇ ਦਾ ਵੀਜ਼ਾ ਆਇਆ ਇੰਗਲੈਂਡ ਦਾ। ਸੋ ਮੈਂ ਆਇਆ ਤਾਂ ਹੀ ਬੋਲ ਰਿਹਾ ਜੀ, ਉਹ ਵੀ ਪਲੇਟਫਾਰਮ ਤੇ, ਟੀਵੀ ਦੇ ਪਲੇਟਫਾਰਮ ਤੇ। ਪਲੱਸ ਇੱਕ ਹੋਰ ਵੀ ਬਹੁਤ ਵਧੀਆ ਗੱਲ ਆ, ਅਗਰ ਤੁਸੀਂ +2 ਕੀਤੀ ਆ ਔਰ ਤੁਸੀਂ ਕੋਈ ਬਿਜ਼ਨਸ ਵਗੈਰਾ ਕਰ ਰਹੇ ਸੀਗੇ ਜੀ, ਬਹੁਤ ਕੁਝ ਕਰ ਰਹੇ ਸੀ, ਇਹ ਜਿਹੜਾ ਵੀਜ਼ਾ ਆਇਆ ਔਰ ਸਿੱਧਾ ਮਾਸਟਰ ਦੇ ਵਿੱਚ ਵੀਜ਼ਾ ਆਇਆ। +2 ਕੀਤੀ ਆ, ਬੈਚਲਰ ਨਹੀਂ ਕੀਤੀ, ਬਿਜ਼ਨਸ ਕੀਤਾ ਕਿੰਨੇ ਸਾਲ ਜਾਂ ਜੌਬ ਕੀਤੀ 10 ਸਾਲ, ਉਸ ਤੋਂ ਬਾਅਦ ਤੁਹਾਡੀ ਬੈਚਲਰ ਉਹਦੇ ਇਕੁਇਵਲੈਂਟ ਹੋ ਕੇ +2 ਤੋਂ ਬਾਅਦ ਡਾਇਰੈਕਟਲੀ ਮਾਸਟਰਸ ਦੇ ਵਿੱਚ ਤੁਹਾਡੀ ਐਡਮਿਸ਼ਨ ਹੋਊਗੀ। UK ਅਸੀਂ ਲੋਕਾਂ ਵਾਂਗ ਨਹੀਂ ਕਰ ਰਹੇ 4 ਚੀਜ਼ਾਂ ਆ ਜਾਓ, ਇੰਨੇ ਲੱਖ ਦੇ ਦਿਓ, ਆਹ ਦੇ ਦਿਓ। ਟੌਪ ਲੈਵਲ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ, 85 ਦੇ ਕਰੀਬ ਯੂਨੀਵਰਸਿਟੀਜ਼ ਨੇ ਜੀ, ਜਿਨ੍ਹਾਂ ਨੂੰ ਅਸੀਂ ਰੀਪਰ ਡੀਲ ਕਰਦੇ ਹਾਂ। ਸੋ ਜਿੰਨੀਆਂ ਵੀ ਤੁਹਾਡੀਆਂ ਕੋਈ ਵੀ ਕੁਐਸਚਨ ਨੇ, ਕੋਈ ਵੀ ਕੁਐਰੀਜ਼ ਨੇ, UK ਇਹ ਦੇਸੀ ਤਰੀਕੇ ਨਾਲ UK ਨਹੀਂ ਸਟਾਰਟ ਕੀਤਾ, UK ਪ੍ਰੋਪਰ ਯੂਨੀਵਰਸਿਟੀਜ਼ ਦੇ ਵਿੱਚ ਤੁਹਾਡੀ ਐਡਮਿਸ਼ਨ ਆਊਗੀ, ਕੈਸ਼ ਆਊਗੀ। ਹਾਂ, ਸਭ ਤੋਂ ਇੰਪੋਰਟੈਂਟ ਗੱਲ, ਜਿਹੜੇ ਬੱਚਿਆਂ ਕੋਲ ਫੰਡਸ ਨਹੀਂ, ਸਾਡੇ ਕੋਲ ਬੈਂਕਸ ਨੇ ਜਿਹੜੇ ਤੁਹਾਨੂੰ ਫੰਡਸ ਦੇਣਗੇ, ਤੁਹਾਨੂੰ ਪ੍ਰਾਈਵੇਟ ਫਾਈਨੈਂਸਰਾਂ ਕੋਲ ਜਾਂ ਲੋਕਾਂ ਕੋਲ ਜਾ ਕੇ ਲੋੜ ਨਹੀਂ ਫਸਣ ਦੀ ਪੈਕੇਜਾਂ ਦੇ ਵਿੱਚ। ਸਾਡੇ ਕੋਲ ਬੈਂਕਸ ਨੇ, ਕੋਈ ਵਿਦਆਊਟ ਐਨੀ ਗਰੰਟੀ ਆਪਾਂ ਤੁਹਾਨੂੰ ਬੈਂਕ ਤੋਂ ਪੇਮੈਂਟ ਲੈ ਕੇ ਦੇਵਾਂਗੇ, ਤੁਹਾਡੇ ਅਕਾਊਂਟ 'ਚ ਪਾਊਗੀ। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ UK ਨਾਲ ਰਿਲੇਟਡ ਕੁਐਸਚਨ ਜਾਂ ਕੁਐਰੀਜ਼ ਨੇ, ਤੁਸੀਂ ਸਾਨੂੰ ਆਫਿਸਿਸ ਦੇ ਵਿੱਚ ਵੀ ਆ ਕੇ ਮਿਲ ਸਕਦੇ ਹੋ। ਬਹੁਤ ਵਧੀਆ ਤੁਸੀਂ ਗੱਲ ਕਹੀ ਸੰਧੂ ਸਾਹਿਬ ਕਿ ਤੁਸੀਂ ਜਿਹੜਾ ਕਿਸੇ ਨੂੰ ਅਗਰ ਫਾਈਨੈਂਸ ਦੀ ਲੋੜ ਹੁੰਦੀ ਹੈ, ਫੰਡਸ ਦੀ ਲੋੜ ਹੁੰਦੀ ਹੈ, ਤਾਂ ਉਹ ਬਾਏ ਬੈਂਕ ਲੈ ਸਕਦਾ ਹੈ, ਔਰ ਰੈਫਲ ਐਜੂਸਿਟੀ ਦੇ ਕੋਲ ਇਹ ਆਪਸ਼ਨ ਹੈਗੀ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਬਹੁਤ ਸਾਰੀ ਇਹੋ ਜਿਹੀਆਂ ਐਡਸ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਖੋਲ ਕੇ ਦੇਖੋ ਜਰਾ, ਫੇਸਬੁੱਕ ਜਾਂ ਇੰਸਟਾ ਉੱਤੇ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਕਿ ਜੇ ਅਗਰ UK ਜਾਣਾ ਹੈ ਤਾਂ ਇੱਕ ਵੀ ਪੈਸਾ ਦੇਣ ਦੀ ਲੋੜ ਨਹੀਂ ਹੈ, ਪੇ ਆਫਟਰ ਵੀਜ਼ਾ ਹੈਗਾ ਜੀ, ਬਹੁਤ ਸਾਰੀਆਂ ਆਪਸ਼ਨਾਂ ਲੈ ਕੇ ਹਰ ਕੋਈ ਘੁੰਮ ਰਿਹਾ ਹੈ, ਬਹੁਤ ਸਾਰੀਆਂ ਆਪਸ਼ਨਾਂ UK ਦੇ ਵਿੱਚ ਤਾਂ ਲਾਈਨਾਂ ਲੱਗੀਆਂ ਹੋਈਆਂ। ਹੁਣ ਸੰਧੂ ਸਾਹਿਬ ਮੈਂ ਇੱਥੇ ਪੁੱਛਣਾ ਚਾਹਾਂ, ਇੱਕ ਲਾਈਨ ਹੋਰ ਲੱਗੀ ਹੋਈ ਹੈ, ਉਹ ਲਾਈਨ ਇਹ ਹੈ ਕਿ UK ਜਾਣਾ ਹੈ ਤਾਂ ਸਪਾਊਸ ਪਹਿਲੇ ਦਿਨ ਤੋਂ ਨਾਲ ਜਾਂਦਾ ਹੈ, ਤੇ ਉਸ ਤੋਂ ਬਾਅਦ UK ਜਾ ਕੇ ਕਹਿੰਦੇ ਕਿ ਸਪਾਊਸ ਨੂੰ ਜਿਹੜਾ ਜੇ ਹੈ ਵਰਕ ਪਰਮਿਟ ਦਾ ਅਲਾਉਡ ਹੁੰਦਾ, ਉਹ ਕੰਮ ਕਰ ਸਕਦਾ ਹੈ। ਲੇਕਿਨ ਇੱਥੇ ਵੀ ਇੱਕ ਤਰ੍ਹਾਂ ਦਾ ਪੈਚ ਹੈ। ਇਹ ਪੈਚ ਇਹ ਹੈ ਕਿ ਜਿਹੜਾ +2 ਲੈਵਲ ਦਾ ਬੱਚਾ ਜਾਂਦਾ, ਕਹਿੰਦੇ ਕਿ ਉਹਨੂੰ ਉੱਥੇ ਕੰਮ, ਉਹਦੇ ਸਪਾਊਸ ਨੂੰ ਕੰਮ ਕਰਨਾ ਅਲਾਉਡ ਨਹੀਂ ਹੁੰਦਾ। ਜਿਹੜਾ ਮਾਸਟਰ ਦੇ ਵਿੱਚ ਬੱਚਾ ਜਾਏਗਾ, ਆਫਟਰ ਗ੍ਰੈਜੂਏਸ਼ਨ ਬੱਚਾ ਜਾਏਗਾ, ਉਹਦੇ ਸਪਾਊਸ ਨੂੰ ਕੰਮ ਕਰਨਾ ਅਲਾਉਡ ਹੁੰਦਾ। ਇਹਦੇ ਪਿੱਛੇ ਦੀ ਜਿਹੜਾ ਘਾੜਾ ਮਾੜਾ, ਜਿਹੜੇ ਕੰਸਲਟੈਂਟ ਜਿਹੜੇ ਕਲੀਅਰ ਨਹੀਂ ਕਰਦੇ, ਇੱਥੋਂ ਭੇਜ ਤਾਂ ਦਿੰਦੇ ਨੇ ਲੇਕਿਨ ਕਲੀਅਰ ਨਹੀਂ ਕਰਦੇ, ਉੱਥੇ ਜਾ ਕੇ ਬੱਚੇ ਪਰੇਸ਼ਾਨ ਹੁੰਦੇ ਨੇ। ਉਹਨਾਂ ਵਾਸਤੇ ਸੰਧੂ ਸਾਹਿਬ ਕੋਲ ਬਹੁਤ ਸਾਰੀਆਂ ਮਿਸਕਨਸੈਪਸ਼ਨ ਨੇ ਜੀ, ਤੁਹਾਨੂੰ ਟੈਕਨੀਕੈਲਿਟੀ ਨਹੀਂ ਦੱਸੀ ਜਾਂਦੀ। ਬਸ ਕੀਤਾ ਕੀ ਜਾਂਦਾ ਕਿ ਇੱਦਾਂ ਇੱਕ ਟੇਬਲ ਰੱਖ ਕੇ ਉਹਦੇ ਮੂਹਰੇ 40-50 ਪਾਸਪੋਰਟ ਰੱਖੇ ਜਾਂਦੇ ਆ, ਆਹ ਲਓ ਜੀ ਵੀਜ਼ੇ ਆ ਗਏ, ਵੀਜ਼ੇ ਆ ਗਏ। ਉਹ 50 ਜਿਹੜੇ ਹੁੰਦੇ ਆ, ਉਹ 50 ਬੰਦੇ ਕਦੇ ਨਹੀਂ ਦੇਖੇ ਹੁੰਦੇ ਆਪਾਂ, ਉਹ ਸਿਰਫ ਵੀਜ਼ੇ ਹੀ ਹੁੰਦੇ ਆ। ਬੰਦੇ ਆਪਾਂ 4-5 ਨੂੰ ਦੇ ਕੇ ਇੱਕ ਨਵਾਂ ਹੀ ਇੱਕ ਰਿਵਾਜ ਜਿਹਾ ਸ਼ੁਰੂ ਕੀਤਾ ਵੀ ਤੁਹਾਨੂੰ ਕਿਹੜਾ ਤਰੀਕਾ ਇਹੋ ਜਿਹਾ ਵਰਤਿਆ ਜਾਵੇ ਜਿਹਦੇ ਨਾਲ ਤੁਹਾਨੂੰ ਕਨਵਿੰਸ ਕੀਤਾ ਜਾਵੇ। ਸੋ ਤੁਸੀਂ ਐਗਜ਼ੈਕਟ ਇਨਫੋਰਮੇਸ਼ਨ ਲੈਣੀ ਆ, +2 ਪਾਸ ਹੋ, ਸਪਾਊਸ ਦਾ ਕੀ ਪ੍ਰੋਸੀਜਰ ਆ, ਕਿਹਨੂੰ ਵਰਕ ਪਰਮਿਟ ਮਿਲੂਗਾ, ਕਿਹਨੂੰ ਵਿਜ਼ਿਟਰ ਮਿਲੂਗਾ, ਕੀ ਅੱਗੇ ਜਾ ਕੇ ਪ੍ਰੋਸੀਜਰ ਆ, PR ਦੇ ਕੀ ਫੰਕਸ਼ਨਸ ਨੇ। ਕਿਉਂਕਿ ਜਦੋਂ ਅਸੀਂ ਇਸ ਮੰਚ ਤੇ ਬੈਠਦੇ ਹਾਂ ਤਾਂ ਗਿਣਤੀ ਮਿੰਟੀ ਦੇ ਸਾਡੇ ਕੋਲ ਮਿੰਟ ਹੀ ਹੁੰਦੇ ਆ ਨਾ, ਘੰਟੇ ਵੀ ਨਹੀਂ ਹੁੰਦੇ। ਸੋ ਇਹਦੇ ਲਈ ਇੱਧਰ ਐਕਸਪਲੇਨ ਨਾਲ ਦੀ ਨਾਲ ਅਗਲਾ ਵੀ ਸ਼ੋਅ ਕਰਾਂਗੇ, ਅਗਲੇ ਸ਼ਨੀਵਾਰ ਵੀ UK ਤੇ ਹੁਣ ਅਗਲੇ ਵੀ। ਸੋ ਇਹ ਕੁਛ ਨਾ ਕੁਛ ਵਧੀਆ ਤੁਹਾਨੂੰ ਹੋਰ ਵੀ ਬੈਨੀਫਿਟਸ ਦੱਸਾਂਗੇ ਕਿਹੜੇ ਨੇ। ਪਰ ਮੈਂ ਓਵਰਆਲ ਤੁਹਾਨੂੰ ਦੱਸ ਦਿੰਦਾ, UK ਜਾਣ ਲਈ ਖੱਜਲ ਖਵਾਰ ਨਾ ਹੋਇਓ। ਜਿੰਨਾ ਵਧੀਆ ਤਰੀਕੇ ਨਾਲ ਕੈਨੇਡਾ ਭੇਜਿਆ ਸੀ ਬੱਚਿਆਂ ਨੂੰ, ਪਿਛਲੇ 15ਵਾਂ ਸਾਲ ਹੋ ਗਿਆ, 14 ਸਾਲ ਪੂਰੇ ਹੋ ਗਏ। ਤਾਂ 2007 ਚ ਮੈਂ ਕੈਨੇਡਾ ਤੋਂ ਵਾਪਸ ਆਇਆ ਸੀ। ਸੋ ਜਿਵੇਂ ਪਿਛਲੇ 15 ਸਾਲਾਂ ਤੋਂ ਇੰਨੇ ਵਧੀਆ ਨੀਟ ਐਂਡ ਕਲੀਨ ਤਰੀਕੇ ਨਾਲ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਹਾਂ, ਐਵੇਂ ਹੀ ਵਧੀਆ ਯੂਨੀਵਰਸਿਟੀਜ਼, ਇੱਕ ਤੇ ਘਟੀਆ ਕਾਲਜ ਨਹੀਂ ਲੈਣੇ, ਠੀਕ ਹੈ ਜੀ, ਪ੍ਰਾਈਵੇਟ ਕਾਲਜ ਨਹੀਂ ਲੈਣੇ, ਤੁਸੀਂ ਪੈਕੇਜਾਂ ਵਾਲਿਆਂ ਕੋਲ ਨਹੀਂ ਫਸਣਾ ਜਾ ਕੇ। ਐਕਚੁਅਲ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਵੀ UK ਵੀ ਜਾਣਾ, ਸਪਾਊਸ ਨੂੰ ਵੀ ਨਾਲ ਲੈ ਕੇ ਜਾਣਾ, ਪੈਸੇ ਵੀ ਨਾ ਘੱਟ ਲੱਗਣ, ਗੈਪ ਦੇ ਵਿੱਚ ਕੋਈ ਜਾਲੀ ਡਾਕੂਮੈਂਟ ਵੀ ਨਾ ਲੱਗਣ,
ਤੇ ਤੁਹਾਨੂੰ ਫੰਡਸ ਵੀ ਬੈਂਕਾਂ ਪੈਸਾ ਦੇ ਕੇ ਬਿਨਾਂ ਗਰੰਟੀ ਤੋਂ ਸ਼ੋਅ ਕਰ ਦੇਣ, ਜ਼ਰੂਰ ਸਾਨੂੰ ਮਿਲੋ। UK ਦੇ ਲਈ ਤੁਹਾਨੂੰ ਕਿਸੇ ਵੀ ਖੱਜਲ ਖਵਾਰ ਹੋਣ ਦੀ ਲੋੜ ਨਹੀਂ। ਮੈਂ ਇਸ ਲਈ ਇਸ ਕੰਟਰੀ ਨੂੰ ਪ੍ਰਮੋਟ ਇਸ ਲਈ ਕਰਨਾ ਸ਼ੁਰੂ ਕੀਤਾ ਕਿਉਂਕਿ ਮੈਂ ਹੁਣ ਕੁਝ ਦਿਨਾਂ ਤੋਂ ਦੇਖਦਾ UK ਦੇ ਨਾਮ ਤੇ ਹੁਣ ਲੋਕਾਂ ਨੂੰ ਬਹੁਤ ਜ਼ਿਆਦਾ ਗੁੰਮਰਾਹ ਕਰਨਾ ਸ਼ੁਰੂ ਕਰਤਾ ਲੋਕਾਂ ਨੇ। ਬਿਲਕੁਲ ਸਹੀ ਗੱਲ ਹੈ ਜੀ। ਹੁਣ ਸਰ ਜੇ ਗੁੰਮਰਾਹ ਦੀ ਗੱਲ ਆਉਂਦੀ ਹੈ ਨਾ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਭੇਡ ਚਾਲ ਚ, ਆਪਾਂ ਇਹ ਕਹਿ ਸਕਦੇ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਜਿਹਨਾਂ ਜਾਣਾ ਹੁੰਦਾ ਉਹ ਵਾਕਿਆ ਹੀ ਪਿੰਡਾਂ ਤੋਂ ਆਉਂਦੇ ਨੇ। ਉਹਨਾਂ ਨੂੰ ਇੰਨੀ ਮੈਂ ਕਹਿ ਸਕਦਾ ਕਿ ਜਿੱਦਾਂ ਕਿਸੇ ਨੇ ਸਲਾਹ ਦੇ ਦਿੱਤੀ ਜਾਂ ਜਿੱਦਾਂ ਦੀ ਕੋਈ ਵੀਡੀਓ ਦੇਖ ਲਈ ਉਹ ਦੇਖ ਕੇ ਆ ਜਾਂਦੇ ਨੇ ਕਿ ਠੀਕ ਹੈ ਜੀ ਅਗਲਾ ਸੱਚ ਬੋਲ ਰਿਹਾ, ਉਹਨੂੰ ਨਹੀਂ ਪਤਾ ਪਿੱਛੇ ਦੀ ਸੱਚਾਈ ਕੀ ਹੈ। ਲੇਕਿਨ ਇੱਥੇ ਗੱਲ ਆਉਂਦੀ ਹੈ ਵਿਦਆਊਟ ਆਈਲੈਟਸ ਦੀ। ਇਹੀ ਗੱਲ ਮੈਂ ਕਹਾਂਗਾ ਕਿ ਅਗਰ UK ਦੇ ਵਿੱਚ ਜਾਣਾ ਹੈ ਤਾਂ ਬਹੁਤ ਸਾਰੀਆਂ ਐਡਸ ਦੇਖਣ ਨੂੰ ਮਿਲਦੀਆਂ, ਬੜੇ ਬੜੇ ਹੋਰਡਿੰਗ ਲੱਗੇ ਹੁੰਦੇ ਰਸਤਿਆਂ ਦੇ ਵਿੱਚ ਕਿ UK ਜਾਓ ਤੁਸੀਂ ਆਈਲੈਟਸ ਕਰਨ ਦੀ ਲੋੜ ਨਹੀਂ ਹੈ, ਮੈਂ ਭੇਜਾਂਗਾ ਜੀ। ਇਹ ਆਈਲੈਟਸ ਕਰਨ ਦੀ ਲੋੜ ਹੁੰਦੀ ਹੈ ਜਾਂ ਫਿਰ ਕਿਹਨੂੰ ਲੋੜ ਹੁੰਦੀ ਹੈ, ਕਿਹਨੂੰ ਨਹੀਂ ਹੁੰਦੀ ਲੋੜ? ਦੇਖੋ ਅਗਰ ਅਸੀਂ ਦਿਖਾ ਦਈਏ ਕਿ 12 ਇਅਰਸ 12 ਸਾਲ ਕੰਟੀਨਿਊਸਲੀ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹੇ ਹਾਂ, ਅਸੀਂ ਅਪਲਾਈ ਕਰ ਸਕਦੇ ਹਾਂ। ਅਪਲਾਈ ਕਰਨਾ ਤੇ ਵੀਜ਼ਾ ਲੈਣਾ ਇਹ ਦੋਨੋਂ ਅਲੱਗ-ਅਲੱਗ ਗੱਲਾਂ ਨੇ। ਮੈਂ ਨਾ ਹਮੇਸ਼ਾ ਇੱਕ ਗੱਲ ਕਹਿਣਾ ਹੁੰਨਾ ਕਿ ਇੱਕ ਪਾਸੇ ਤਿੰਨ ਲੋਕ ਨੇ, ਠੀਕ ਹੈ, 3 ਕੰਪਨੀਆਂ ਨੇ ਜਾਂ 3 ਲੋਕ ਨੇ, ਇੱਕ ਪਾਸੇ ਇਕੱਲਾ ਬੱਚਾ ਵਾ। ਸਭ ਤੋਂ ਪਹਿਲਾਂ ਜਦੋਂ ਬੱਚਾ ਜਾਂਦਾ ਉਹ ਪਹਿਲਾਂ ਕਿਹਨੂੰ ਮਿਲਦਾ ਵਾ? ਤਿੰਨਾਂ ਚੋਂ ਪਹਿਲਾਂ ਉਹ ਏਜੰਟ ਨੂੰ ਮਿਲਦਾ। ਉਹਨੇ ਆਪਣੇ ਪੈਸੇ ਲੈ ਲੈਣੇ ਆ, ਤੁਹਾਡਾ ਵੀਜ਼ਾ ਲੱਗੇ ਚਾਹੇ ਨਾ ਲੱਗੇ, ਠੀਕ ਹੈ ਜੀ, ਉਹਨੇ ਲੈ ਲਏ ਪੈਸੇ ਆਪਣੇ। ਨੰਬਰ 2 ਤੇ ਉਹ ਯੂਨੀਵਰਸਿਟੀ ਕਾਲਜ ਨੂੰ ਮਿਲੂਗਾ, ਉਹਨਾਂ ਨੇ ਆਪਣੇ ਪੈਸੇ ਲੈ ਲੈਣੇ ਆ, ਤੁਹਾਡਾ ਵੀਜ਼ਾ ਆਵੇ ਚਾਹੇ ਨਾ ਆਵੇ, ਠੀਕ ਹੈ ਜੀ। ਤੀਸਰੇ ਨੰਬਰ ਤੇ ਉਹ ਐਮਬੈਸੀ ਫੀਸ ਦਊਗਾ, ਉਹਨਾਂ ਨੇ ਆਪਣੇ ਪੈਸੇ ਲੈ ਲੈਣੇ ਆ, ਤੁਹਾਡਾ ਵੀਜ਼ਾ ਲੱਗੇ ਚਾਹੇ ਨਾ ਲੱਗੇ। ਹੁਣ ਤਿੰਨੋਂ ਜਿਹੜੀਆਂ ਅਥਾਰਟੀਜ਼ ਨੇ ਉਹ ਪੈਸਾ ਨਹੀਂ ਵਾਪਸ ਕਰਦੀਆਂ, ਠੀਕ ਹੈ ਜੀ, ਤੇ ਬੱਚਾ ਇਕੱਲਾ ਵਾ। ਤੇ ਇਹ ਜਿਹੜੀਆਂ 2 ਅਥਾਰਟੀਜ਼ ਨੇ, ਮਗਰ ਪਹਿਲਾ ਆ ਗਿਆ ਯੂਨੀਵਰਸਿਟੀ ਕਾਲਜ, ਦੂਜਾ ਆ ਗਿਆ ਐਮਬੈਸੀ। ਇਹਨਾਂ ਤੋਂ ਪਹਿਲੀ ਅਥਾਰਟੀ ਆਉਂਦੀ ਆ ਏਜੰਟ। ਜੇ ਇਹ ਮਨਾ ਕਰ ਦਵੇ ਕਿ ਬੱਚੇ ਨਾ ਅਪਲਾਈ ਕਰੀ, ਤੇਰਾ ਪੈਸਾ ਵੇਸਟ ਹੋ ਜਾਊਗਾ, ਅੱਗੇ ਉਹ ਮੰਨਣਾ ਨਾ ਮੰਨਣਾ, ਬਟ ਇੱਕ ਵਾਰ ਕਹੋ ਤਾਂ ਸਹੀ ਤੁਸੀਂ ਬੱਚੇ ਨੂੰ। ਸੋ ਇਹ ਕੰਸਲਟੈਂਟ ਇੱਕ ਪੁਲ ਆ, ਮਤਲਬ ਜੇ ਉਹ ਪੁਲ ਤੋਂ ਲੰਘਣ ਹੀ ਨਾ ਦਵੇ ਤਾਂ ਬੱਚਾ ਉਧਰ ਜਾ ਕੇ ਖੱਡ 'ਚ ਨਾ ਡਿੱਗੇ ਜਾ ਕੇ, ਹਨਾ। ਜੇ ਉਹਨੂੰ ਹੀ ਲੰਘਣ ਦਵੇ ਜਿਹੜਾ ਉਹ ਲੰਘਾ ਸਕਦਾ ਵਾ, ਜਿਹੜਾ ਲੰਘ ਸਕਦਾ ਵਾ। ਸੋ ਕੰਸਲਟੈਂਟ ਇੱਕ ਰੱਬ ਦੇ ਮਾਇਕ ਹੁੰਦਾ ਆ, ਉਹ ਮਤਲਬ ਬਰਾਬਰ ਹੁੰਦਾ ਆ। ਜਿਹੜੇ ਕੰਸਲਟੈਂਟ ਹੁੰਦੇ ਆ, ਗਾਈਡ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਇੱਕ ਕਾਈਂਡ ਆਫ ਆ ਰੱਬ। ਲੋਕਾਂ ਉਹਨਾਂ ਨੂੰ ਮੰਨਦੇ ਆ ਵੀ ਅਸੀਂ ਤੁਹਾਡੇ ਕਹੇ। ਦੇਖੋ ਵਿਚਾਰੇ ਜੱਟ ਜ਼ਿਮੀਂਦਾਰ ਪਿੰਡਾਂ ਵਾਲੇ ਉਹ ਤਾਂ ਐ ਹੱਥ ਜੋੜ ਕੇ ਬਹਿ ਜਾਂਦੇ ਨੇ। ਇਹ ਜਿਹੜੇ ਗੱਲਾਂ ਮਾਰਨ ਵਾਲੇ ਮਦਾਰੀ ਜਿਹੜੇ ਇੱਥੇ ਬੈਠੇ ਨੇ, ਐ ਗੁੱਡੂਗੀ ਮਾਰ ਕੇ ਉਹਨਾਂ ਨੂੰ ਕਨਵਿੰਸ ਕਰ ਲੈਂਦੇ ਨੇ। ਔਰ ਐਡੇ ਭੋਲੇ ਭਾਲੇ ਸਾਡੇ ਲੋਕ ਨੇ ਵਿਚਾਰੇ, ਜੋ ਕਹੋ ਮੰਨ ਜਾਂਦੇ ਨੇ। ਪੰਜਾਬ ਕੋਈ ਬੰਬੇ ਥੋੜੀ ਨਾ, ਗੁਜਰਾਤ ਥੋੜੀ ਨਾ ਵੀ ਐ ਇੱਕ ਤੋਂ ਇੱਕ ਚੜ੍ਹਦੇ ਨੇ। ਇੱਥੇ ਸਾਰੇ ਸਿੱਧੇ ਲੋਕ ਨੇ, ਵਿਸ਼ਵਾਸ ਕਰਦੇ ਨੇ ਸਾਰਿਆਂ ਦੇ ਉੱਪਰ, ਬਟ ਵਿਸ਼ਵਾਸ ਘਾਤ ਕਰਨ ਵਾਲੇ ਬਹੁਤ ਲੰਬੀ ਕਤਾਰ ਆ ਇਹਨਾਂ ਦੀ। ਸੋ ਕੈਨੇਡਾ ਜਾਣਾ, ਇੰਗਲੈਂਡ ਜਾਣਾ, ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ ਜਾਣਾ ਜਾਂ USA ਜਾਣਾ, ਆਹ 5 ਕੰਟਰੀਜ਼ ਨੂੰ ਰੈਫਰਲ ਐਡੂਸਿਟੀ ਡੀਲ ਕਰਦੇ ਆ ਜੀ। ਕੈਨੇਡਾ ਤੋਂ ਬੇਸਿਕਲੀ ਆ, ਬਟ ਬਾਕੀ 4 ਕੰਟਰੀਜ਼ ਨੂੰ ਵੀ ਡੀਲ ਕਰਦੇ ਆ। ਖਰਾਬ ਨਾ ਹੋਵੋ, ਗਮਰਾਹ ਨਾ ਹੋਵੋ ਲੋਕਾਂ ਦੇ। ਜਿਵੇਂ ਕਹਿ ਰਿਹਾ ਰਿੱਕੀ ਜੀ ਕਿ ਤੁਸੀਂ ਵਿਦਆਊਟ ਆਈਲੈਟਸ ਲਾਰਿਆਂ 'ਚ ਨਾ ਫਸੋ। ਸੋ ਸਹੀ ਜਿੱਥੇ ਲੱਗੂਗਾ ਵੀਜ਼ਾ ਉੱਥੇ ਹੀ ਪੈਸਾ ਲਾਓ ਆਪਣਾ। ਸੰਧੂ ਸਾਹਿਬ ਕਾਲ ਆ ਰਹੀ, ਬਹੁਤ ਸਾਰੀ ਕਾਲ ਨਾ ਵੇਟਿੰਗ 'ਚ ਹੁੰਦੀਆਂ। ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਕਾਲ ਤਾਂ ਬੇਸ਼ੱਕ ਬਾਅਦ 'ਚ ਰਜਿਸਟਰਡ ਵੀ ਜਾਂਦੀ ਹੈ, ਕਾਲ ਬੈਕ ਵੀ ਅਸੀਂ ਕਰ ਲੈਂਦੇ ਹਾਂ। ਲੇਕਿਨ ਕਈ ਕਾਲਰ ਜਿਹੜੇ ਹੁੰਦੇ ਆ, ਮੈਂ ਉਹ ਬਾਰ-ਬਾਰ ਇੱਕ ਨੰਬਰ ਤੋਂ ਕਾਲ ਕਰੀ ਜਾ ਰਹੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਇੱਕ ਕਾਲ ਪਿਕ ਕਰ ਰਿਹਾ ਜੀ। ਹਾਂਜੀ, ਕਿੱਥੋਂ ਬੋਲ ਰਹੇ ਜੀ? नमस्कार सर, मैं शिमला से बात कर रही हूँ। हाँ जी सर, मैं UK जाना चाहती हूँ। मेरे 5.5 बैंड है, तो सर क्या मैं UK के लिए फाइल अप्लाई कर सकती हूँ? +2 कब की थी आपने या ग्रेजुएशन, मतलब आपका प्रोफाइल क्या है? सर मैंने ग्रेजुएशन की है सिंपल आर्ट्स में। सिंपल आर्ट्स में ग्रेजुएशन है, ठीक है जी। संधू साहब 5.5 बैंड है, वैसे कनेडा ਤਾਂ ਜਾ ਹੀ ਨਹੀਂ ਸਕਦੇ। ਜੇ ਆਪਾਂ ਗੱਲ ਕਰੇ, ਉਹ ਕਹਿੰਦੀ ਹੈ ਮੈਂ ਉਹਨੂੰ ਆਲਰੇਡੀ ਪਤਾ ਕੁੜੀ ਨੂੰ ਕਿ ਮੈਂ UK ਜਾ ਸਕਦੀ। 5.5 ਬੈਂਡ ਨਾਲ ਕੈਨੇਡਾ 'ਚ ਔਖਾ ਅੱਜ ਦੀ ਡੇਟ 'ਚ। ਤੇ ਉਹ ਕਹਿੰਦੇ ਕਿ ਮੈਂ ਅਗਰ ਜਾਣਾ ਚਾਹਾਂ ਤਾਂ UK ਦੇ ਵਿੱਚ ਇਹਨਾਂ ਵਾਸਤੇ ਕੀ ਆਪਸ਼ਨ ਹੈ? ਬਹੁਤ ਆਪਸ਼ਨ ਨੇ ਜੀ ਗ੍ਰੈਜੂਏਸ਼ਨ ਲਈ। ਬਹੁਤ ਸਾਰੇ ਹੌਸਪਿਟੈਲਿਟੀ ਦੇ, ਜਨਰਲ ਬਿਜ਼ਨਸ ਦੇ, ਐਡਮਿਨਿਸਟ੍ਰੇਸ਼ਨ ਦੇ, ਮਾਰਕੀਟਿੰਗ ਦੇ ਬਹੁਤ ਸਾਰੇ ਕੋਰਸਿਸ ਨੇ UK ਦੀਆਂ ਯੂਨੀਵਰਸਿਟੀ ਦੇ ਵਿੱਚ, ਔਰ ਅੱਛੇ ਵੀ ਨੇ। ਹੋਟਲ ਲੜਕੀਆਂ ਜਨਰਲੀ, ਜਿਵੇਂ ਵੈਸੇ ਹੀ ਇਹ ਬੇਟੀ ਬੋਲ ਰਹੀ ਆ ਕਿ ਇਹ ਸ਼ਿਮਲਾ ਤੋਂ ਆ, ਹੋਟਲ ਮੈਨੇਜਮੈਂਟ ਦੇ ਵਿੱਚ, ਹੌਸਪਿਟੈਲਿਟੀ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਆ
ਜਿਵੇਂ ਲੜਕੀਆਂ ਵੈਸੇ ਹੀ, ਤੇ ਚਲੋ ਜਿਵੇਂ ਸਾਡੇ ਬੱਚੇ ਜਦੋਂ ਜਾਂਦੇ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਧਰ ਜੌਬਸ ਵਗੈਰਾ ਲੈਣ ਲਈ। ਸੋ ਬਹੁਤ ਸਾਰੀਆਂ ਜੌਬ ਨੇ ਜੀ, ਤੁਸੀਂ +2 ਤੋਂ ਬਾਅਦ ਵੀ ਜਿਵੇਂ ਮੈਂ ਦੱਸਿਆ ਜਾ ਸਕਦੇ ਹੋ, ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ ਜਾ ਸਕਦੇ ਹੋ, ਮਾਸਟਰਸ ਲਈ ਜਾ ਸਕਦੇ ਹੋ, ਤੁਸੀਂ LLM ਕਰਨ ਲਈ, ਜਿਵੇਂ LLB ਜਿਹੜੇ ਪਾਸ ਸਾਡੇ ਐਡਵੋਕੇਟ ਨੇ, ਲਾਇਰ ਨੇ, ਉਹਨਾਂ ਲਈ ਕੋਈ ਕੋਰਸ ਨਹੀਂ ਹੁੰਦਾ। ਇੱਕੋ ਇੱਕ ਇੰਗਲੈਂਡ, ਕਿਉਂਕਿ ਉਹਦਾ ਲਾਅ ਸਾਡੇ ਲਾਅ ਨਾਲ ਮੈਚ ਕਰਦਾ ਆ। ਮੈਚ ਕੀ ਕਰਦਾ, ਉਹੀ ਛੱਡ ਕੇ ਗਏ ਹੋਏ ਨੇ ਜਿਹੜਾ ਕੁਝ ਇੱਥੇ। ਸੋ ਆਲਮੋਸਟ ਇੰਡੀਆ ਦਾ ਇੰਗਲੈਂਡ ਦੇ ਨਾਲ ਮੈਚ ਕਰਦਾ। ਸੋ ਮਾਸਟਰ ਜਿਹੜੇ ਲਾਅ ਗ੍ਰੈਜੂਏਟ ਨੇ ਉਹ ਮਾਸਟਰ ਕਰਨ ਲਈ ਵੀ ਇੰਗਲੈਂਡ ਜਾ ਸਕਦੇ ਨੇ। PhD ਕਰਨ ਲਈ ਜਿਹੜੇ ਆਲਰੇਡੀ ਮਾਸਟਰਸ ਨੇ ਉਹ ਵੀ ਜਾ ਸਕਦੇ ਨੇ। ਬਹੁਤ ਸਾਰੀਆਂ ਆਪਸ਼ਨਸ ਨੇ ਸਾਡੇ ਕੋਲ। A ਕੈਟੇਗਰੀ, B ਕੈਟੇਗਰੀ ਵਾਲੀਆਂ ਸਾਰੀਆਂ ਯੂਨੀਵਰਸਿਟੀਜ਼ ਨੇ। +2 ਪਾਸ ਹੋ, ਗੈਪ ਆ, ਫੰਡਸ ਨਹੀਂ ਹੈਗੇ ਤੁਹਾਡੇ, ਆਈਲੈਟਸ ਦੇ ਵਿੱਚੋਂ 2 ਚੋਂ ਜਾਂ 1 ਚੋਂ 5.5 ਨੇ, ਤੁਸੀਂ ਜਾ ਸਕਦੇ ਹੋ, ਸਹੀ ਤਰੀਕੇ ਨਾਲ ਜਾ ਸਕਦੇ ਹੋ, ਬਿਨਾਂ ਪੈਸਾ ਜ਼ਿਆਦਾ ਏਜੰਟਾਂ ਨੂੰ ਦਿੱਤੇ ਵੀ ਜਾ ਸਕਦੇ ਹੋ। ਸੰਧੂ ਸਾਹਿਬ ਕਹਿੰਦੇ ਨਾ ਕਿ ਕਿਸੇ ਨੂੰ ਅਗਰ ਕਿਸੇ ਦਾ ਤੁਸੀਂ ਕੰਮ ਨਹੀਂ ਕਰ ਸਕਦੇ ਨਾ ਤਾਂ ਉਹਦਾ ਦਿਮਾਗ ਤਾਂ ਉਲਝਾ ਹੀ ਸਕਦੇ ਹੋ। ਬੇਸਿਕਲੀ ਕਹਿੰਦੇ ਕਿ ਅਗਰ ਤੁਹਾਨੂੰ ਕਿਸੇ ਦਾ ਕੋਈ ਕੰਮ ਨਹੀਂ ਕਰਨਾ ਜਾਂ ਨਹੀਂ ਆਉਂਦਾ ਤੁਹਾਨੂੰ ਕਰਨਾ, ਤੁਸੀਂ ਉਹਨੂੰ ਭੰਬੜ ਬੁੱਸੀ ਦਾ ਪਾ ਹੀ ਸਕਦੇ ਹੋ। ਉਹ ਇਸ ਕਰਕੇ ਕਿ ਅਗਰ ਮੰਨ ਕੇ ਚਲੋ ਕੋਈ ਕੈਨੇਡਾ ਦੇ ਵਿੱਚ ਕਿਸੇ ਦੀ ਫਾਈਲ ਅਪਲਾਈ ਕਰਦਾ ਹੈ, ਉਹਨੂੰ UK ਦਾ ਨਹੀਂ ਪਤਾ ਹੋਏਗਾ। ਕੰਸਲਟੈਂਟ ਮੈਂ ਮੰਨ ਕੇ ਚੱਲਦਾ ਕਿ ਬਹੁਤ ਸਾਰੇ ਕੰਸਲਟੈਂਟ ਜਿਹੜੇ ਕਹਿੰਦੇ ਕਿ ਐਕਸਪਰਟ ਕੈਨੇਡਾ ਦੇ ਹਾਂ ਅਸੀਂ, ਲੇਕਿਨ ਐਕਸਪਰਟ ਤੁਸੀਂ ਵੀ ਕੈਨੇਡਾ ਦੇ ਹੋ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਮੈਂ UK ਵੀ ਕਰਦਾ, UK ਵੀ ਭੇਜਦਾ। ਲੇਕਿਨ ਕੁਝ ਕੰਸਲਟੈਂਟ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਕੈਨੇਡਾ ਹੀ ਕਰਦੇ ਹਾਂ, UK ਲਈ ਬੱਚਾ ਜਾਏਗਾ ਤਾਂ ਕਹਿਣਗੇ ਨਹੀਂ ਬੇਸ਼ੱਕ ਰਿਫਿਊਜ਼ਲ ਲਵਾ ਕੇ ਹੱਥ ਫੜਾ ਦੇਣਗੇ ਕਿ ਇਹ ਪਕੜੋ ਜੀ ਰਿਫਿਊਜ਼ ਹੋ ਗਿਆ। ਲੇਕਿਨ ਉੱਥੇ ਇਹਨਾਂ ਦਾ ਬਹਾਨਾ ਹੁੰਦਾ ਕਿ UK ਜਾ ਕੇ ਜੀ ਤੁਹਾਡੀ PR ਨਹੀਂ ਹੋਣੀ, ਤੁਹਾਨੂੰ 8-10 ਸਾਲਾਂ ਬਾਅਦ ਜਿਹੜਾ ਅਜੇ ਵਾਪਸ ਆਉਣਾ ਪੈਣਾ ਹੈ। ਲੇਕਿਨ ਅੱਜ ਦੀ ਡੇਟ 'ਚ ਕੀ ਤੁਸੀਂ ਦੇਖਦੇ ਹੋ ਕਿ ਵਾਕਿਆ UK ਦੇ ਵਿੱਚ PR ਲੈ ਸਕਦਾ ਬੱਚਾ ਜਾ ਕੇ? ਮਿਲੇਗੀ ਜੀ। ਦੇਖੋ ਜਿੱਦਾਂ 3 ਇਅਰਸ ਦੀ ਸਟੱਡੀ ਆ, 2 ਸਾਲ ਦਾ ਵਰਕ ਪਰਮਿਟ ਮਿਲ ਹੀ ਜਾਂਦਾ, 4 ਮੰਥ ਅੱਗੇ ਐਕਸਟੈਂਸ਼ਨ ਵੀ ਹੋ ਜਾਂਦੀ ਆ। ਬਹੁਤ ਸਾਰੇ ਬੱਚੇ ਜਿਵੇਂ ਜਾ ਰਹੇ ਨੇ ਹਜੇ 5 ਇਅਰਸ ਲਈ, 5.5 ਸਾਲ ਲਈ ਤੁਸੀਂ ਉੱਥੇ ਹੈਗੇ ਆਲਮੋਸਟ। ਉਦੋਂ ਬਾਅਦ ਵੀ ਜਿਵੇਂ 5.5-6 ਸਾਲ ਹੁੰਦੇ ਆ ਤਾਂ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ PR ਦੀਆਂ। ਬਟ ਇੰਗਲੈਂਡ ਗੌਰਮੈਂਟ ਨੂੰ ਐਕਚੁਅਲ 'ਚ ਹੀ ਲੋਕ ਚਾਹੀਦੇ ਆ, ਹੁਣ ਬੱਚੇ ਚਾਹੀਦੇ ਆ ਉੱਧਰ, ਕਿਉਂਕਿ ਜਿਹੜੇ ਯੰਗਸਟਰਸ ਨੇ ਉੱਧਰ ਘਟਦੇ ਜਾ ਰਹੇ ਨੇ, 올ਡ ਏਜ ਉੱਧਰ ਵੀ ਵੱਧਦੇ ਜਾ ਰਹੇ ਨੇ। ਸੋ ਉਹਨਾਂ ਨੂੰ ਵੀ ਲੋਕ ਚਾਹੀਦੇ ਨੇ। ਔਰ ਯੂਰਪੀਅਨ ਯੂਨੀਅਨ ਵਾਲੇ ਵੀ ਨਹੀਂ ਹੁਣ ਆ ਰਹੇ ਬਹੁਤ ਸਾਰੇ ਲੋਕ, ਜਿੱਦਾਂ ਪਹਿਲਾਂ ਗੱਡੀ ਚੱਕ ਕੇ ਸਿੱਧਾ ਇੰਗਲੈਂਡ 'ਚ ਆ ਜਾਂਦੇ ਸੀ, PR ਲੈਣ ਦੀ ਲੋੜ ਨਹੀਂ। ਉਹ ਹੁਣ ਬਹੁਤ ਜ਼ਿਆਦਾ ਜ਼ਰੂਰਤ ਆ। ਔਰ ਇੰਗਲੈਂਡ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਬੱਚਿਆਂ ਨੂੰ ਸਰਵ ਕਰੇਗਾ। ਬਟ ਪਹਿਲਾਂ ਵਾਂਗ ਫਸਿਓ ਨਾ, ਜਿਵੇਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਪਹਿਲਾਂ ਹੋਇਆ ਸੀ। ਇਹ ਜਿਹੜੇ ਪੈਕੇਜ ਵਾਲੇ ਨੇ ਤੁਹਾਨੂੰ ਪ੍ਰਾਈਵੇਟ ਜਾਂ C ਜਾਂ D ਗ੍ਰੇਡ ਦੀਆਂ ਛੋਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਭੇਜਦੇ ਆ। ਇਹ ਬਚੋਗੇ ਤਾਂ ਠੀਕ ਆ। ਅਗਰ ਕਿਸੇ ਵਧੀਆ ਯੂਨੀਵਰਸਿਟੀ 'ਚ ਪੜ੍ਹਿਆ, ਇੰਗਲੈਂਡ ਤੋਂ ਕੈਨੇਡਾ ਜਾਣਾ ਬਹੁਤ ਈਜ਼ੀ ਆ। ਹਰ ਸਾਲ ਅਸੀਂ ਕਿੰਨੇ ਬੱਚਿਆਂ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਇੰਗਲੈਂਡ ਤੋਂ ਕੈਨੇਡਾ ਭੇਜਦੇ ਹਾਂ। ਜੀ ਸੰਧੂ ਸਾਹਿਬ, ਇੱਕ ਨਾ ਮੇਰੇ ਦਿਮਾਗ 'ਚ ਬਹੁਤ ਵਧੀਆ ਕੁਐਸਚਨ ਆ ਰਿਹਾ। ਤੁਸੀਂ ਹੁਣ ਗੱਲ ਕਰਤੀ ਸੀ ਕਿ ਫਸੇ ਹੋ ਨਾ ਕਿਤੇ, ਕਿਉਂਕਿ ਗੱਲ ਆਉਂਦੀ ਹੈ ਜਦੋਂ ਪਰਿਵਾਰ ਨੂੰ ਸੈਟਲ ਕਰਨਾ ਹੁੰਦਾ, ਇੱਕ ਕਹਿ ਸਕਦੇ ਹਾਂ ਕਿ 20-25 ਲੱਖ ਰੁਪਏ ਵੀ ਲਾਉਣਾ, ਔਰ ਬਾਅਦ 'ਚ ਪਰਿਵਾਰ ਉੱਥੇ ਜਾ ਕੇ ਧੱਕੇ ਖਾਵੇ, UK ਦੀ ਗੱਲ ਕਰਾਂ ਮੈਂ, ਉੱਥੇ ਪਰੇਸ਼ਾਨ ਹੋਵੇ। ਇਹਦੇ ਨਾਲ ਚੰਗਾ ਕਿ ਪਹਿਲੇ ਅਵੇਅਰ ਕਰਕੇ ਚੱਲੋ ਕਿ ਉਹਨਾਂ ਨੂੰ ਪਤਾ ਹੋਏ ਕਿ UK ਮੈਂ ਇੰਨੀ ਦੇਰ ਰਹਿਣਾ, ਉੱਥੇ ਸਟੇ ਕਰਨਾ, ਸਟੱਡੀ ਕਰਨੀ ਆ, ਉਸ ਤੋਂ ਬਾਅਦ ਜਿਹੜਾ ਜੇ ਮੈਂ ਕੈਨੇਡਾ ਮੂਵ ਹੋਣਾ ਹੈ। ਇਹ ਬੱਚੇ ਦਾ ਜਿਹੜਾ ਜੇ ਕਿਸੇ ਨੇ ਜਾਣਾ ਤਾਂ ਉਹਦੇ ਦਿਮਾਗ ਦੇ ਵਿੱਚ ਪਹਿਲੇ ਹੀ ਮਾਈਂਡ ਸੈੱਟ ਹੋਣਾ ਚਾਹੀਦਾ। ਲੇਕਿਨ ਜਦੋਂ ਇੱਥੋਂ ਜਾਂਦੇ ਆ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਕੰਸਲਟੈਂਟ ਇਹੋ ਜਿਹੀ ਪ੍ਰਮੋਸ਼ਨਾਂ ਦਿੰਦੇ ਨੇ ਕਿ ਤੁਸੀਂ ਪਰਿਵਾਰ ਦੇ ਨਾਲ ਜਾ ਸਕਦੇ ਹੋ। ਤੇ ਅਗਰ ਪਰਿਵਾਰ ਦੇ ਨਾਲ ਕਿਸੇ ਨੇ ਜਾਣਾ ਹੋਏ ਤਾਂ ਲਗਭਗ ਜਿਵੇਂ ਮੰਨ ਕੇ ਚਲੋ ਇੱਕ ਹਸਬੈਂਡ ਵਾਈਫ ਹੈਗੇ ਨੇ, ਉਹਨਾਂ ਦੇ ਇੱਕ ਬੱਚਾ ਹੈਗਾ, ਇਹ ਪਰਿਵਾਰ ਹੋ ਗਿਆ ਇੱਕ ਤਰ੍ਹਾਂ ਦਾ। ਆਪਾਂ ਅਗਰ 3 ਬੰਦੇ ਨੇ ਜਾਣਾ ਹੈ ਤਾਂ ਮੈਂ ਕਿੰਨਾ ਕਿ ਖਰਚਾ ਜਿਹੜਾ ਹੈ ਸੰਧੂ ਸਾਹਿਬ ਤੁਸੀਂ ਦੱਸਣਾ ਚਾਹੋਗੇ ਕਿ ਲਗਭਗ ਕਿੰਨੇ ਕਿ ਫੰਡਸ ਜਿਹੜੇ ਰਿਕੁਆਇਰਡ ਹੁੰਦੇ ਨੇ? ਕਿੰਨਾ ਲਈ ਜੀ? ਸਟੱਡੀ ਵੀਜ਼ਾ ਲਈ ਗੱਲ? ਸਟੱਡੀ ਵੀਜ਼ਾ ਲਈ ਮੇਨ ਐਪਲੀਕੈਂਟ ਸਟੱਡੀ ਵੀਜ਼ਾ ਤੇ ਹੋਏਗਾ, ਤੇ ਉਹਨਾਂ ਦਾ ਕੋ ਐਪਲੀਕੈਂਟ ਜਿਹੜਾ ਅਗਰ ਵਰਕ ਪਰਮਿਟ ਤੇ ਜਾਂਦਾ ਤੇ ਬੱਚੇ ਦੇ ਹਿਸਾਬ ਨਾਲ ਤੀਜਾ ਜਿਹੜਾ ਬੱਚਾ ਹੋਏਗਾ ਕਿੰਨੇ ਕੀ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ? ਅਰਾਊਂਡ ਜੇ 3 ਲੋਕ ਜਾਂਦੇ ਆ ਜੀ 30 ਤੋਂ 35 ਲੱਖ ਰੁਪਈਸ ਦੇ ਕਰੀਬ ਸਾਨੂੰ ਚਾਹੀਦੇ ਹੁੰਦੇ ਆ। ਕੱਲਾ ਬੰਦਾ ਜਾਂਦਾ ਤਾਂ 20-25। ਇਹ ਫੰਡਸ ਜਿਹੜੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਮਤਲਬ ਬੈਂਕ ਫੰਡਸ ਹੁੰਦੇ ਨੇ 28 ਡੇਜ਼ 올ਡ ਹੁੰਦੇ, 28 ਦਿਨ ਪੁਰਾਣੇ ਹੁੰਦੇ ਆ। ਅੱਛਾ, ਇਹਦੇ ਵਿੱਚ ਕੋਈ ਵੀ ਜਿਹੜਾ ਹੈ ਫੰਡਸ, ਜਿਵੇਂ ਤੁਸੀਂ ਕਿਹਾ ਸੀ ਤੁਹਾਡੇ ਕੋਲ ਵੀ ਫੈਸਿਲਿਟੀ ਹੈਗੀ, ਤੁਸੀਂ ਬੈਂਕ ਦੇ ਥਰੂ ਇਹ ਫੰਡਸ ਅਰੇਂਜ ਕਰਵਾ ਸਕਦੇ ਹੋ, ਇਹ ਵੀ ਹੁੰਦਾ? ਹਾਂਜੀ, ਸਾਡੇ ਕੋਲ ਬੈਂਕਸ ਨੇ, ਅਸੀਂ ਬੈਂਕਸ ਨਾਲ ਟਾਈ ਅਪ ਕੀਤਾ ਹੋਇਆ। ਜਨਰਲੀ ਬੈਂਕਸ ਜਦੋਂ ਵੀ ਤੁਹਾਨੂੰ ਪੈਸਾ ਦੇਣਗੇ ਉਹ ਤੁਹਾਡੇ ਤੋਂ ਕੋਈ ਗਰੰਟੀ ਦਿਖਾਉਣਗੇ ਜਾਂ ਕੋਈ ਬੜੀ ਪ੍ਰੋਬਲਮ ਆਊਗੀ, ਬਟ ਸਾਡੇ ਬੈਂਕਸ ਨਾਲ ਟਾਈ ਅਪ ਆ, ਆਪਾਂ ਤੁਹਾਨੂੰ ਵਿਦਾਊਟ ਗਰੰਟੀ ਬੈਂਕਸ ਤੋਂ ਵੀ ਲੋਨ ਦਿਲਵਾ ਸਕਦੇ ਹਾਂ। ਔਰ ਪ੍ਰਾਈਵੇਟ ਫਾਈਨੈਂਸਰਸ ਵੀ ਹੈਗੇ ਨੇ, ਥੋੜਾ ਜਿਹਾ ਉਹਨਾਂ ਦਾ ਵਿਆਜ ਜ਼ਿਆਦਾ ਹੁੰਦਾ, ਬਟ ਲੋਨ ਲੈ ਸਕਦੇ ਹੋ। ਉਹਨੂੰ ਪੈਕੇਜਾਂ 'ਚ ਫਸਣ ਦੀ ਲੋੜ ਨਹੀਂ ਆ। ਤੁਸੀਂ ਪੈਸੇ ਲੈ ਕੇ ਬੈਂਕ ਤੋਂ ਲੋਨ ਲੈ ਕੇ ਵੀ ਜਾ ਸਕਦੇ ਹੋ, ਨਹੀਂ ਲੋਨ ਲੈ ਕੇ ਵੀ ਜਾ ਸਕਦੇ ਹੋ। ਤੁਹਾਡੀ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਕੁਐਰੀਜ਼ ਨੇ ਉਹ ਆਪਾਂ ਸੋਲਵ ਕਰ ਦਾਂਗੇ। ਬਸ ਇੱਕ ਵਾਰ ਤੁਹਾਨੂੰ ਆਉਣਾ ਪੈਣਾ, ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਵਿਜ਼ਿਟ ਕਰਨੀ ਪੈਣੀ ਆ। ਇੱਕ ਵਾਰ ਮਿਲ ਕੇ ਜਾਓ। ਜੇ ਤੁਹਾਨੂੰ ਲੱਗਿਆ ਵੀ ਬਾਕੀ ਏਜੰਟਾਂ ਨਾਲੋਂ ਕੁਝ ਡਿਫਰੈਂਟ ਅਸੀਂ ਤੁਹਾਨੂੰ ਗਾਈਡ ਕਰ ਰਹੇ ਹਾਂ ਜਾਂ ਫੈਸਿਲਿਟੀਜ਼ ਦੇ ਰਹੇ ਹਾਂ, ਤਾਂ ਤੁਸੀਂ ਸਾਡੇ ਕੋਲ ਅਪਲਾਈ ਕਰਿਓ, ਨਹੀਂ ਜਿੱਥੇ ਮਰਜ਼ੀ ਅਪਲਾਈ ਕਰਿਓ। ਜੀ ਸੰਧੂ ਸਾਹਿਬ, ਜਿਹੜਾ ਇਸ਼ਾਰਾ ਹੈ ਉਹ ਵੀ ਆ ਰਿਹਾ ਕਿ ਟਾਈਮ ਜਿਹੜਾ ਕੰਪਲੀਟ ਹੋਣ ਵਾਲਾ, ਕਿਉਂਕਿ ਅਸੀਂ ਉਹਨਾਂ ਬੱਚੇ ਨਾਲ ਵੀ ਮਿਲਵਾਉਣਾ ਹੁੰਦਾ ਜਿਨ੍ਹਾਂ ਦੇ ਰੀਸੈਂਟਲੀ ਜਿਹੜਾ ਰੈਫਲ ਐਜੂਸੀਟੀ ਤੋਂ ਵੀਜ਼ੇ ਆਏ ਹੁੰਦੇ ਨੇ, ਕਿਉਂਕਿ ਜਿਹੜੀ
ਇੱਕ ਵਾਰ ਹੁੰਦਾ ਕਿ ਜਦੋਂ ਬੱਚਾ ਰੈਫਲ ਐਜੂਸੀਟੀ ਚ ਆਉਂਦਾ ਹੈ ਫਾਈਲ ਦੇ ਜਾਂਦਾ, ਆਪਦੇ ਡਾਕੂਮੈਂਟ ਦੇ ਜਾਂਦਾ ਹੈ, ਉਸ ਤੋਂ ਬਾਅਦ ਮੇਨ ਕੰਮ ਜਿਹੜਾ ਸਟਾਰਟ ਹੁੰਦਾ ਉਹ ਸਵਰਨ ਸਿੰਘ ਸੰਧੂ ਦਾ ਸਟਾਰਟ ਹੁੰਦਾ ਹੈ ਕਿ ਉਹਨੂੰ ਫਾਈਲ ਨੂੰ ਚੈੱਕ ਕਰਨਾ, ਉਹਦੇ ਡਾਕੂਮੈਂਟ ਚੈੱਕ ਕਰਨੇ, ਕਿਹੜੀ ਚੀਜ਼ ਦੀ ਕਮੀ ਹੈ, ਰੈਲੀਵੈਂਟ ਕੋਰਸ ਦੇਣਾ, ਉਹਦੇ ਮਤਲਬ ਪ੍ਰੋਪਰ ਜਿਹੜੀ ਹੈ ਉਹਦੀ ਫਾਈਲ ਦੇ ਉੱਪਰ ਧਿਆਨ ਦੇਣਾ। ਉਹ ਰੈਫਲ ਐਜੂਸੀਟੀ ਦੀ ਟੀਮ ਜਿਹੜੀ ਆ ਉਹ ਪ੍ਰੋਪਰਲੀ ਵਰਕ ਕਰਕੇ ਉਸ ਤੋਂ ਬਾਅਦ ਹੀ ਉਹਦਾ ਵੀਜ਼ਾ ਆਉਂਦਾ ਹੈ। ਹੁਣ ਜਾਂਦੇ ਜਾਂਦੇ ਮੈਂ ਇੱਕ ਮੈਸੇਜ ਲੈਣਾ ਚਾਹਾਂਗਾ ਉਹਨਾਂ ਪਰਿਵਾਰਾਂ ਲਈ, ਕਿਉਂਕਿ ਇਹੋ ਜਿਹੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿਹੜਾ ਇੱਥੇ ਜਿਵੇਂ ਮੰਨ ਕੇ ਚੱਲੋ ਕਿ ਕੋਈ ਹਸਬੈਂਡ ਕਿਤੇ ਪ੍ਰਾਈਵੇਟ ਬੈਂਕ 'ਚ ਲੱਗਿਆ ਹੋਇਆ, ਜਾਂ ਕਿਤੇ ਸ਼ਾਪ 'ਚ ਲੱਗਿਆ ਹੋਇਆ, ਜਾਂ ਕਿਤੇ ਪੈਟਰੋਲ ਪੰਪ 'ਚ ਇੱਥੇ ਕੰਮ ਕਰ ਰਿਹਾ, ਕੋਈ ਫੈਕਟਰੀ 'ਚ ਕੰਮ ਕਰ ਰਿਹਾ, ਉਹਦੀ ਇਨਕਮ ਇੱਥੇ 15-20 ਹਜ਼ਾਰ 22 ਹਜ਼ਾਰ 25 ਹਜ਼ਾਰ ਇਨਕਮ ਆਸ-ਪਾਸ ਹੁੰਦੀ ਹੈ। ਹੁੰਦਾ ਕਿਆ ਕਿ ਜਦੋਂ ਉਹਦੀ ਏਜ ਮੰਨ ਕੇ ਚਲੋ 25-26 ਸਾਲ ਦੀ ਏਜ ਹੈਗੀ ਹੈ, ਵਿਆਹ ਹੋ ਜਾਂਦਾ ਹੈ, ਵਾਈਫ ਜਿਹੜੀ ਹੈ ਪੜ੍ਹੀ ਲਿਖੀ ਆ ਜਾਂਦੀ ਹੈ, ਗ੍ਰੈਜੂਏਸ਼ਨ ਕੀਤੀ ਹੈ ਕਿਸੇ ਨੇ MA ਕੀਤੀ ਹੈ, ਜਾਂ ਕੋਈ +2 ਪਾਸ ਆਊਟ ਹੁੰਦੀ ਹੈ, ਮਤਲਬ ਜੇ ਕਹਿ ਸਕਦੇ ਐਜੂਕੇਸ਼ਨ ਪੱਖੋਂ ਜਿਹੜੇ ਜੇ ਅੱਛੀ ਉਹਨਾਂ ਨੂੰ ਵਾਈਫ ਮਿਲ ਜਾਂਦੀ ਹੈ। ਔਰ ਅਗਰ ਉਹ ਜਿਹੇ ਪਰਿਵਾਰ ਜਿਹੜਾ ਇਹ ਸ਼ੋਅ ਦੇਖ ਰਹੇ ਨੇ, ਉਹਨਾਂ ਪਰਿਵਾਰਾਂ ਵਾਸਤੇ ਸੰਧੂ ਸਾਹਿਬ ਕੋਲ ਕੀ ਮੈਸੇਜ ਹੈ ਕਿ ਉਹ UK ਅਪਲਾਈ ਕਰ ਸਕਦੇ ਨੇ? ਬਿਲਕੁਲ ਜੀ, ਦੇਖੋ ਇੱਕ ਨਾ ਬਹੁਤ ਵੱਡਾ, ਹੁਣ ਤੁਸੀਂ ਸਾਰਿਆਂ ਨੇ ਪਤਾ ਹੀ ਆ ਤੁਹਾਨੂੰ ਅਸੀਂ ਕੀ ਚੱਲ ਰਿਹਾ ਅੱਜ ਦੇ ਟਾਈਮ 'ਚ ਕੈਨੇਡਾ ਦੇ ਵਿੱਚ। ਅਸੀਂ ਸ਼ਾਦੀ ਕਰਕੇ ਬੱਚਿਆਂ ਨੂੰ ਭੇਜ ਦਿੰਦੇ ਹਾਂ, ਪੈਸਾ ਤੁਸੀਂ ਲੋਕ ਲਗਾ ਦਿੰਦੇ ਹੋ ਉਹਨਾਂ ਦੇ ਉੱਪਰ, ਉਹ ਫਿਰ ਉੱਧਰ ਜਾ ਕੇ ਉਹ ਕਾਲ ਨਹੀਂ ਕਰਦੇ, ਬੁਲਾਉਂਦੇ ਨਹੀਂ। ਚਲੋ ਤੁਸੀਂ ਉਹਨਾਂ ਦੀਆਂ ਪ੍ਰੋਪਰਟੀ ਵੀ ਲਿਖਾ ਲੈਂਦੇ ਹੋ, ਕੀ ਕਰੋਗੇ ਉਹਨਾਂ ਦੀ ਪ੍ਰੋਪਰਟੀ ਲੈ ਕੇ? ਬੱਚੇ ਦੇ ਸਾਲ ਖਰਾਬ ਹੋ ਗਏ, ਉੱਧਰੋਂ ਪੈਸਾ ਤੁਹਾਡਾ ਵੇਸਟ ਹੋ ਗਿਆ, ਲੜਾਈ ਝਗੜਿਆਂ 'ਚ ਅਲੱਗ ਤੁਸੀਂ ਪੈ ਗਏ। ਬਟ ਸਪਾਊਸ ਇਕੱਠੇ ਜਾ ਸਕਦੇ ਆ, ਸਾਰਾ ਪਰਿਵਾਰ ਇਕੱਠਾ ਜਾ ਸਕਦਾ ਆ। ਸੋ ਕਿੰਨੇ ਵੀ ਸਾਲ ਹੋ ਗਏ ਮੈਰਿਜ ਹੋਈ ਨੂੰ, ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਆ, ਤੁਸੀਂ ਜਾ ਸਕਦੇ ਹੋ ਇੰਗਲੈਂਡ। ਅੱਜ ਤੁਹਾਨੂੰ ਬੁਲਾ ਰਿਹਾ, ਕੱਲ ਤੁਹਾਨੂੰ ਬੁਲਾਵੇ ਨਾ ਬੁਲਾਵੇ ਮੈਨੂੰ ਨਹੀਂ ਪਤਾ, ਇਸ ਚੱਕਰ 'ਚ ਕਿ ਨਹੀਂ ਅਸੀਂ ਜਿੱਦ 'ਚ ਨਹੀਂ ਜਾਵਾਂਗੇ, ਕੈਨੇਡਾ ਹੀ ਜਾਵਾਂਗੇ, ਇੰਗਲੈਂਡ ਵੀ ਹੱਥੋਂ ਨਿਕਲ ਜਾਵੇ। ਕਿਉਂਕਿ ਜਿਸ ਹਿਸਾਬ ਨਾਲ ਵੀਜ਼ੇ ਚੱਲ ਰਿਹਾ, ਜ਼ਿਆਦਾ ਦੇਰ ਬਹੁਤ ਨਹੀਂ ਚੱਲਦਾ ਹੁੰਦਾ, ਇੰਗਲੈਂਡ ਥੋੜੀ ਦੇਰ ਬਾਅਦ ਹੀ ਆਪਣਾ ਦਰਵਾਜ਼ੇ ਬੰਦ ਕਰ ਦਿੰਦਾ। ਸੋ ਜਿਹੜੇ 2-4-6 ਮਹੀਨੇ ਹੈਗੇ ਨੇ, ਫਟਾਫਟ ਜਿਹੜੇ ਲੋਕ ਜਾ ਸਕਦੇ ਹੋ ਸਹੀ ਤਰੀਕੇ ਨਾਲ ਜਾਓ। ਅੱਜ ਇੰਗਲੈਂਡ ਤੁਹਾਨੂੰ ਬੁਲਾ ਰਿਹਾ, ਕੱਲ ਨੂੰ ਇੰਗਲੈਂਡ ਨੇ ਫਿਰ ਆਪਣੇ ਦਰਵਾਜ਼ੇ ਬੰਦ ਕਰ ਦੇਣੇ।